ਸਰ ਆਰਥਰ ਕਾਨਨ ਡਾਇਲ ਦਾ ਨਾਵਲ ਹੈ ਪਿਸ਼ਾਚ ਕੁੱਤਾ, ਜਿਸ ਨੂੰ ਮਹਿੰਦਰ ਬੇਦੀ ਜੈਤੋ ਨੇ ਅਨੁਵਾਦ ਕੀਤਾ ਹੈ। ਸ਼ਰਲੌਕ ਹੋਮਸ ਦਾ ਸਭ ਤੋਂ ਮਸ਼ਹੂਰ ਕਾਰਨਾਮਾ, ਅੰਗ ਚੌਥਾ। ਸਰ ਹੈਨਰੀ ਬਾਸਕਰਵਿਲੇ। ਸਵੇਰੇ ਅਸੀਂ ਨਾਸ਼ਤਾ ਜਲਦੀ ਨਿਪਟਾ ਲਿਆ ਤੇ ਹੋਮਸ ਆਪਣੇ ਡਰੈਸਿੰਗ ਗਾਊਨ ਪਾਈ ਆਮ ਅੰਦਾਜ਼ 'ਚ ਮੁਲਾਕਾਤ ਦੀ ਉਡੀਕ 'ਚ ਬੈਠ ਗਿਆ। ਸਾਡੇ ਮੁਲਾਕਾਤੀ ਸਮੇਂ ਦੇ ਪਾਬੰਦ ਨਿਕਲੇ, ਕਿਉਂਕਿ ਕੰਧ ਘੜੀ ਨੇ ਉਦੋਂ ਹੀ 10 ਘੰਟੇ ਵਜਾਏ ਸਨ ਜਦੋਂ ਡਾਕਟਰ ਮੌਰਟਮਿਟਰ ਨੇ ਆਪਣੇ ਦਰਸ਼ਨ ਦਿੱਤੇ। ਉਹਦੇ ਪਿੱਛੇ ਪਿੱਛੇ ਬਾਸਕਰਵਿਲੇ ਦਾ ਨਵਾਂ ਤੇ ਨੌਜਵਾਨ ਜ਼ਿਮੀਂਦਾਰ ਸੀ। ਉਹ ਇੱਕ ਔਸਤ ਕੱਦ ਦਾ 30 ਵਰ੍ਹਿਆਂ ਦਾ ਜਵਾਨ ਸੀ, ਜਿਹਦੀਆਂ ਗੂੜ੍ਹੇ ਰੰਗ ਦੀਆਂ ਅੱਖਾਂ ਕਾਫੀ ਸਤਰਕ ਸਨ। ਉਹਦੇ ਸਰੀਰ ਦੀ ਬਣਾਵਟ ਗਠੀਲੀ ਸੀ, ਭਰਵੱਟੇ ਸੰਘਣੇ, ਤੇ ਉਹਦਾ ਸਖਤ ਚਿਹਰਾ ਉਹਦੇ ਜਿੱਦਲ ਸੁਭਾਅ ਦਾ ਇਸ਼ਤਿਹਾਰ ਜਾਪਦਾ ਸੀ। ਉਹਨੇ ਟਵੀਟ ਦਾ ਸੂਟ ਪਾਇਆ ਹੋਇਆ ਸੀ, ਜਿਸ 'ਚੋਂ ਗੁਲਾਬੀ ਰੰਗ ਦੀ ਝਲਕ ਮਾਰ ਰਹੀ ਸੀ। ਉਹਦੇ ਹਾਵ ਭਾਵ ਤੋਂ ਅਜਿਹਾ ਉਜੱਡਪੁਣਾ ਜ਼ਾਹਰ ਹੋ ਰਿਹਾ ਸੀ, ਜਿਸ ਤੋਂ ਸਾਫ਼ ਪਤਾ ਲੱਗਦਾ ਸੀ ਕਿ ਉਹ ਖੁੱਲ੍ਹੇ ਮੈਦਾਨਾਂ 'ਚ ਕੰਮ ਕਰਨ ਦਾ ਆਦੀ ਹੈ। ਇਹਦੇ ਬਾਵਜੂਦ ਵੀ ਉਹਦੀਆਂ ਸਥਿਰ ਅੱਖਾਂ ਤੇ ਆਤਮ ਵਿਸ਼ਵਾਸ ਭਰਪੂਰ ਅਦਾਵਾਂ ਵਿੱਚ ਕੁਝ ਅਜਿਹਾ ਵੀ ਹੈ ਸੀ, ਜਿਸ ਤੋਂ ਉਹਦੇ ਸੱਜਣ ਪੁਰਖ ਹੋਣ ਦਾ ਅਹਿਸਾਸ ਹੁੰਦਾ ਸੀ। ਇਹ ਨੇ ਸਰ ਹੈਨਰੀ ਬਾਸਕਰਵਿਲੇ। ਡਾਕਟਰ ਮਾਰਟਿਮਰ ਨੇ ਜਾਣ ਪਛਾਣ ਕਰਵਾਈ। ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ, ਹੈਨਰੀ ਨੇ ਹੱਥ ਮਿਲਾਉਂਦਿਆਂ ਹੋਇਆਂ ਕਿਹਾ। ਤੇ ਮੈਂ ਤੁਹਾਨੂੰ ਇੱਕ ਹੈਰਾਨ ਕਰ ਦੇਣ ਵਾਲੀ ਗੱਲ ਦੱਸਾਂ ਮਿਸਟਰ ਸ਼ਰਲੌਕ, ਕਿ ਜੇ ਡਾਕਟਰ ਮਾਰਟਿਮਰ ਨੇ ਮੈਨੂੰ ਅੱਜ ਸਵੇਰੇ ਇੱਥੇ ਆਉਣ ਲਈ ਨਾ ਵੀ ਕਿਹਾ ਹੁੰਦਾ ਤਾਂ ਮੈਂ ਖੁਦ ਤੁਹਾਡੇ ਕੋਲ ਆਉਂਦਾ, ਕਿਉਂਕਿ ਮੈਂ ਸਮਝਦਾ ਕਿ ਤੁਸੀਂ ਹੁਣ ਤੱਕ ਕਈ ਗੁੰਝਲਦਾਰ ਸਮੱਸਿਆਵਾਂ ਸੁਲਝਾਈਆਂ ਨੇ। ਅੱਜ ਸਵੇਰੇ ਮੇਰੇ ਸਾਹਮਣੇ ਵੀ ਇੱਕ ਅਜਿਹੀ ਸਮੱਸਿਆ ਆ ਖੜੀ ਹੋਈ ਜਿਹਨੂੰ ਸੁਲਝਾਉਣ ਲਈ ਕਿਸੇ ਮੇਰੇ ਨਾਲੋਂ ਬਿਹਤਰ ਦਿਮਾਗ ਦੀ ਲੋੜ ਹੈ। ਮਿਹਰਬਾਨੀ ਕਰਕੇ ਤੁਸੀਂ ਬੈਠ ਜਾਓ ਮਿਸਟਰ ਹੈਨਰੀ, ਹੋਮਸ ਨੇ ਕਿਹਾ। ਕਿ ਮੈਂ ਤੁਹਾਡੇ ਕਹਿਣ ਦਾ ਇਹ ਅਰਥ ਸਮਝਾਂ ਕਿ ਲੰਦਨ ਪਹੁੰਚਣ ਪਿੱਛੋਂ ਤੁਹਾਡੇ ਨਾਲ ਵੀ ਕੋਈ ਅਜੀਬੋ-ਗਰੀਬ ਹਾਦਸਾ ਹੋਇਆ? ਕੋਈ ਖਾਸ ਤਾਂ ਨਹੀਂ ਮਿਸਟਰ ਹੋਮਸ, ਹੈਨਰੀ ਬੋਲਿਆ। ਮੈਨੂੰ ਤਾਂ ਲੱਗਦਾ ਸ਼ਾਇਦ ਕਿਸੇ ਨੇ ਮਜ਼ਾਕ ਕੀਤਾ ਹੈ, ਪਰ ਫਿਰ ਸੋਚਦਾ ਸ਼ਾਇਦ ਮਜ਼ਾਕ ਨਾ ਹੀ ਹੋਵੇ। ਹੋਇਆ ਕੀ? ਇੱਕ ਖੱਤ ਮੈਨੂੰ ਮਿਲਿਆ ਹੈ, ਬਸ਼ਰਤੇ ਕਿ ਇਹਨੂੰ ਖੱਤ ਕਿਹਾ ਜਾ ਸਕੇ। ਇਹ ਅੱਜ ਸਵੇਰੇ ਮੇਰੇ ਕੋਲ ਪਹੁੰਚਿਆ। ਉਹਨੇ ਇੱਕ ਲਿਫਾਫਾ ਕੱਢ ਕੇ ਮੇਜ਼ ਤੇ ਰੱਖ ਦਿੱਤਾ ਤੇ ਅਸੀਂ ਸਾਰੇ ਉਸ ਉੱਪਰ ਝੁਕ ਗਏ। ਉਹ ਇੱਕ ਭੁਸਲੇ ਰੰਗ ਦਾ ਸਧਾਰਨ ਲਿਫਾਫਾ ਸੀ। ਉਸ ਉੱਤੇ ਅਣਘੜ ਜਿਹੇ ਅੱਖਰਾਂ 'ਚ ਇਹ ਪਤਾ ਲਿਖਿਆ ਸੀ, ਸਰ ਹੈਨਰੀ ਬਾਸਕਰਵਿਲੇ, ਨਾਰਥੰਬਰਲੈਂਡ ਹੋਟਲ। ਉਸ ਪਿਛਲੇ ਦਿਨ ਦੀ ਤਾਰੀਖ ਦੇ ਨਾਲ ਚੇਅਰਿੰਗ ਕ੍ਰਾਸ ਪੋਸਟ ਆਫਿਸ ਦੀ ਮੋਹਰ ਲੱਗੀ ਹੋਈ ਸੀ, ਜਿਸ ਤੋਂ ਪਤਾ ਲੱਗਦਾ ਸੀ ਕਿ ਉਹਨੂੰ ਕੱਲ੍ਹ ਸ਼ਾਮ ਨੂੰ ਹੀ ਪੋਸਟ ਕੀਤਾ ਗਿਆ ਸੀ। ਇਸ ਗੱਲ ਦੀ ਜਾਣਕਾਰੀ ਕਿਸ ਨੂੰ ਸੀ ਕਿ ਤੁਸੀਂ ਨਾਰਥੰਬਰਲੈਂਡ ਹੋਟਲ 'ਚ ਠਹਿਰੋਗੇ? ਹੋਮਸ ਨੇ ਉਤਸੁਕਤਾ ਨਾਲ ਨਵੇਂ ਮੁਲਾਕਾਤੀ ਵੱਲ ਦੇਖਦਿਆਂ ਹੋਇਆਂ ਪੁੱਛਿਆ। ਕਿਸੇ ਨੂੰ ਵੀ ਨਹੀਂ, ਤੇ ਇਹ ਗੱਲ ਕੋਈ ਜਾਣ ਹੀ ਨਹੀਂ ਸਕਦਾ ਸੀ। ਉਹ ਕਿਉਂ? ਕਿਉਂਕਿ ਇਸ ਗੱਲ ਦਾ ਫੈਸਲਾ ਡਾਕਟਰ ਮਾਰਟਿਮਰ ਨੂੰ ਮਿਲਣ ਤੋਂ ਬਾਅਦ ਕੀਤਾ ਗਿਆ ਸੀ, ਵਰਨਾ ਉਹ ਤੋਂ ਪਹਿਲਾਂ ਤਾਂ ਮੈਨੂੰ ਖੁਦ ਇਸ ਗੱਲ ਦਾ ਪਤਾ ਨਹੀਂ ਸੀ ਕਿ ਮੈਂ ਕਿੱਥੇ ਠਹਿਰਾਂਗਾ। ਇਹਦਾ ਮਤਲਬ ਡਾਕਟਰ ਮਾਰਟਿਮਰ ਉੱਥੇ ਪਹਿਲਾਂ ਦੇ ਹੀ ਠਹਿਰੇ ਹੋਏ ਨੇ? ਨਹੀਂ ਜੀ, ਮੈਂ ਤਾਂ ਆਪਣੇ ਇੱਕ ਦੋਸਤ ਕੋਲ ਠਹਿਰਿਆ ਹੋਇਆ, ਡਾਕਟਰ ਨੇ ਜਵਾਬ ਦਿੱਤਾ। ਤੇ ਐਸੀ ਵੀ ਕੋਈ ਸੰਭਾਵਨਾ ਨਹੀਂ ਕਿ ਉਸੇ ਹੋਟਲ 'ਚ ਠਹਿਰਨ ਦਾ ਪਹਿਲਾਂ ਹੀ ਕੋਈ ਇਰਾਦਾ ਕਰ ਲਿਆ ਗਿਆ ਹੋਵੇ। ਇਹਦਾ ਮਤਲਬ ਹੈ ਕੋਈ ਆਦਮੀ ਤੁਹਾਡੀਆਂ ਗਤੀਵਿਧੀਆਂ 'ਚ ਜ਼ਰੂਰਤ ਨਾਲੋਂ ਕੁਝ ਵੱਧ ਹੀ ਦਿਲਚਸਪੀ ਲੈ ਰਿਹਾ ਹੈ, ਹੋਮਸ ਨੇ ਗੰਭੀਰ ਸੁਰ 'ਚ ਕਿਹਾ। ਤੇ ਫਿਰ ਲਿਫਾਫੇ 'ਚੋਂ ਇੱਕ ਕਾਗਜ਼ ਕੱਢਿਆ ਜਿਹੜਾ 4 ਤਹਿਆਂ 'ਚ ਮੁੜਿਆ ਹੋਇਆ ਸੀ। ਉਹਨੇ ਖੋਲ੍ਹ ਕੇ ਮੇਜ਼ 'ਤੇ ਫੈਲਾ ਦਿੱਤਾ। ਉਸ ਉੱਪਰ ਕਿਸੇ ਕਟਿੰਗ ਪੇਸਟਿੰਗ ਦੇ ਕਾਰੀਗਰ ਨੇ ਛਪੇ ਹੋਏ ਸ਼ਬਦਾਂ ਨੂੰ ਕੱਟ ਕੇ ਇਸ ਤਰ੍ਹਾਂ ਚਿਪਕਾਇਆ ਹੋਇਆ ਸੀ ਕਿ ਹੇਠ ਲਿਖਿਆ ਵਾਕ ਬਣ ਗਿਆ, ਜੇ ਤੁਸੀਂ ਆਪਣੀ ਜ਼ਿੰਦਗੀ ਜਾਂ ਹੋਸ਼ੋ ਹਵਾਸ ਨਹੀਂ ਗਵਾਉਣਾ ਚਾਹੁੰਦੇ ਤਾਂ ਜੰਗਲ ਤੋਂ ਦੂਰ ਰਹਿਣਾ। ਸਿਰਫ ਸ਼ਬਦ ਜੰਗਲ ਹੀ ਸਿਆਹੀ ਨਾਲ ਲਿਖਿਆ ਗਿਆ ਸੀ। ਹੁਣ ਸਰ ਹੈਨਰੀ ਬਾਸਕਰਵਿਲੇ ਨੇ ਕਿਹਾ, ਤੁਸੀਂ ਮੈਨੂੰ ਇਹ ਦੱਸੋ ਮਿਸਟਰ ਹੋਮਸ ਕਿ ਇਸ ਧਮਕੀ ਦਾ ਕੀ ਮਤਲਬ ਹੈ, ਤੇ ਉਹ ਕੌਣ ਹੈ ਜਿਹੜਾ ਮੇਰੇ ਨਿੱਜੀ ਮਾਮਲਿਆਂ 'ਚ ਇੰਨੀ ਵੱਧ ਦਿਲਚਸਪੀ ਲੈ ਰਿਹਾ? ਤੁਹਾਡਾ ਇਸ ਬਾਰੇ ਕੀ ਖਿਆਲ ਹੈ ਡਾਕਟਰ ਮਾਰਟਿਮਰ? ਸਰ ਹੈਨਰੀ ਦੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਹੋਮਸ ਨੇ ਡਾਕਟਰ ਵੱਲ ਭੌਂ ਕੇ ਮੁਸਕਰਾਉਂਦਿਆਂ ਹੋਇਆਂ ਕਿਹਾ, ਹੁਣ ਤਾਂ ਤੁਸੀਂ ਸਾਨੂੰ ਇਸ ਗੱਲ ਨੂੰ ਮੰਨਣ ਦੀ ਇਜਾਜ਼ਤ ਦਿਓਗੇ ਕਿ ਇਸ ਬਾਰੇ, ਇਸ ਸਾਰੇ ਮਾਮਲੇ 'ਚ ਅਲੌਕਿਕਤਾ ਨਾਂ ਦੀ ਕੋਈ ਚੀਜ਼ ਨਹੀਂ ਹੈ, ਜਾਂ ਅਜੇ ਵੀ ਨਹੀਂ? ਹੁਣ ਤਾਂ ਇੰਜ ਨਹੀਂ ਲੱਗਦਾ ਜਨਾਬ, ਪਰ ਇਹ ਵੀ ਹੋ ਸਕਦਾ ਹੈ ਕਿ ਇਹ ਖੱਤ ਕਿਸੇ ਅਜਿਹੇ ਆਦਮੀ ਨੇ ਭੇਜਿਆ ਹੋਵੇ ਜਿਹਨੂੰ ਇਸ ਇਲਾਕੇ ਦੇ ਪੂਰੀ ਤਰ੍ਹਾਂ ਅਲੌਕਿਕ ਹੋਣ ਦਾ ਵਿਸ਼ਵਾਸ ਹੋਵੇ। ਆਖਰ ਤੁਸੀਂ ਕਿਸ ਮਾਮਲੇ ਦੀ ਗੱਲ ਕਰ ਰਹੇ ਹੋ? ਸਰ ਹੈਨਰੀ ਨੇ ਤਿੱਖੇ ਸੁਰ 'ਚ ਪੁੱਛਿਆ। ਅਸੀਂ ਤੁਹਾਡੇ ਮਾਮਲੇ ਦੀ ਹੀ ਗੱਲ ਕਰ ਰਹੇ ਹਾਂ। ਇੰਜ ਲੱਗਦਾ ਹੈ ਤੁਸੀਂ ਦੋਵੇਂ ਮਹਾਂਪੁਰਖ ਮੇਰੇ ਨਿੱਜੀ ਮਾਮਲੇ ਬਾਰੇ ਇੰਨਾ ਕੁਝ ਜਾਣਦੇ ਹੋ ਜਿੰਨਾ ਮੈਂ ਖੁਦ ਨਹੀਂ ਜਾਣਦਾ, ਸਰ ਹੈਨਰੀ ਨੇ ਨਾਰਾਜ਼ਗੀ ਭਰੇ ਸੁਰ 'ਚ ਕਿਹਾ। ਥੋੜ੍ਹੀ ਤਸੱਲੀ ਰੱਖੋ ਮਿਸਟਰ ਹੈਨਰੀ,
ਹੋਮਜ਼ ਨੇ ਉਹਨੂੰ ਮਿੱਠੀ ਸੁਰ 'ਚ ਸ਼ਾਂਤ ਕਰਦਿਆਂ ਕਿਹਾ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜਦੋਂ ਤੁਸੀਂ ਇਸ ਕਮਰੇ 'ਚੋਂ ਬਾਹਰ ਨਿਕਲੋਗੇ ਤਾਂ ਸਭ ਜਾਣਦੇ ਹੋਗੇ ਜੋ ਅਸੀਂ ਜਾਣਦੇ ਹਾਂ। ਫਿਲਹਾਲ ਤਾਂ ਮੈਂ ਤੁਹਾਡੀ ਇਜਾਜ਼ਤ ਨਾਲ ਇਹ ਕਹਿਣਾ ਚਾਹੁੰਦਾ ਕਿ ਹਾਲੇ ਸਾਨੂੰ ਆਪਣਾ ਪੂਰਾ ਧਿਆਨ ਇਸ ਦਿਲਚਸਪ ਖੱਤ 'ਤੇ ਹੀ ਦੇਣਾ ਚਾਹੀਦਾ ਹੈ। ਤੁਹਾਨੂੰ ਕਿਸੇ ਨੇ ਕੱਲ੍ਹ ਸ਼ਾਮੀ ਆਪਣੀ ਕਟਿੰਗ ਪੇਸਟਿੰਗ ਦੀ ਕਾਰੀਗਰੀ ਨਾਲ ਤਿਆਰ ਕੀਤਾ ਹੈ। ਫਿਰ ਉਹਨੇ ਮੇਰੇ ਵੱਲ ਦੇਖ ਕੇ ਸਵਾਲ ਕੀਤਾ, ਤੁਹਾਨੂੰ ਪਤਾ ਹੈ ਵਾਟਸਨ ਕਿ ਕੱਲ੍ਹ ਦਾ ਟਾਈਮਜ਼ ਅਖਬਾਰ ਕਿੱਥੇ ਰੱਖਿਆ ਹੋਇਆ ਹੈ? ਇਹ ਪਿਆ ਇੱਥੇ ਕੋਨੇ 'ਚ। ਜ਼ਰਾ ਚੁੱਕ ਕੇ ਥੋੜ੍ਹੀ ਜਿਹੀ ਤਕਲੀਫ ਕਰੋ ਅਤੇ ਮਿਹਰਬਾਨੀ ਕਰਕੇ ਇਹਦਾ ਵਿਚਕਾਰਲਾ ਪੰਨਾ ਖੋਲ੍ਹੋ ਜਿੱਥੇ ਸੰਪਾਦਕੀ ਲੇਖ ਛਪਦੇ ਨੇ। ਮੈਂ ਉਹ ਪੰਨਾ ਖੋਲ੍ਹ ਕੇ ਅਖਬਾਰ ਉਸ ਵੱਲ ਵਧਾ ਦਿੱਤਾ। ਉਹਨੇ ਕਾਹਲ ਨਾਲ ਕਾਲਮਾਂ ਵਿਚਕਾਰ ਉੱਪਰ ਹੇਠਾਂ ਨਜ਼ਰਾਂ ਦੌੜਾਈਆਂ ਅਤੇ ਫੇਰ ਬੋਲਿਆ, ਮੁੱਖ ਲੇਖ ਮੁਕਤ ਵਪਾਰ ਬਾਰੇ ਹੈ। ਇਹਦਾ ਇੱਕ ਅੰਸ਼ ਸੁਣਾਉਣ ਦੀ ਮੈਨੂੰ ਇਜਾਜ਼ਤ ਦਿਓ। ਉਸ ਪਿੱਛੋਂ ਉਹਨੇ ਅੰਸ਼ ਪੜ੍ਹਨਾ ਸ਼ੁਰੂ ਕੀਤਾ। ਜੇ ਤੁਸੀਂ ਚਾਹੋ ਤਾਂ ਆਪਣੀ ਉਸ ਸੋਚ 'ਤੇ ਖੁਸ਼ ਹੋ ਸਕਦੇ ਹੋ ਕਿ ਉੱਚ ਆਮਦਨੀ ਟੈਕਸ ਲਾਉਣ ਨਾਲ ਸਾਡੇ ਵਪਾਰ ਤੇ ਉਦਯੋਗ ਨੂੰ ਲਾਭ ਹੋਏਗਾ, ਪਰ ਤਰਕ ਦੀ ਕਸੌਟੀ ਉੱਤੇ ਪੂਰੇ ਹੋਸ਼ੋ ਹਵਾਸ ਦੇ ਨਾਲ ਇਹ ਗੱਲ ਸਪਸ਼ਟ ਰੂਪ 'ਚ ਕਹੀ ਜਾ ਸਕਦੀ ਹੈ ਕਿ ਅਜਿਹਾ ਕੋਈ ਵੀ ਵਿਧਾਨ ਆਖਰੀ ਸਮਰਿੱਧੀ ਤੋਂ ਦੇਸ਼ ਨੂੰ ਦੂਰ ਰੱਖੇਗਾ। ਅਜਿਹਾ ਕਰਨ ਦਾ ਮਤਲਬ ਹੋਏਗਾ ਆਪਣੇ ਆਯਾਤ ਦਾ ਮਹੱਤਵ ਗੁਆਉਣਾ ਅਤੇ ਆਮ ਆਦਮੀ ਦੀ ਜ਼ਿੰਦਗੀ ਨੂੰ ਇੰਨਾ ਔਖਾ ਬਣਾਉਣਾ ਕਿ ਉਹਦਾ ਜਿਉਂਦਾ ਰਹਿਣਾ ਹੀ ਮੁਸ਼ਕਿਲ ਹੋ ਜਾਏ। ਪੜ੍ਹਨ ਪਿੱਛੋਂ ਹੋਮਜ਼ ਨੇ ਰੁਕ ਕੇ ਮੇਰੇ ਵੱਲ ਵੇਖਿਆ। ਕਹੋ ਵਾਟਸਨ, ਕੀ ਖਿਆਲ ਹੈ ਇਸ ਬਾਰੇ 'ਚ? ਉਹ ਖੁਸ਼ੀ ਭਰੇ ਸੁਰ 'ਚ ਬੋਲਿਆ ਅਤੇ ਨਾਲ ਹੀ ਜਿਸ ਤੇਜ਼ੀ ਨਾਲ ਉਹਨੇ ਆਪਣੇ ਹੱਥ ਰਗੜਨੇ ਸ਼ੁਰੂ ਕੀਤੇ ਉਹ ਤੋਂ ਸਪਸ਼ਟ ਲੱਗਦਾ ਸੀ ਕਿ ਉਹ ਆਪਣੀ ਇਸ ਪ੍ਰਾਪਤੀ ਤੋਂ ਸੰਤੁਸ਼ਟ ਸੀ। ਕਿ ਤੁਸੀਂ ਇਹ ਨਹੀਂ ਸਮਝਦੇ ਕਿ ਇਹ ਇੱਕ ਕਾਬਲੇ ਤਾਰੀਫ ਸੋਚ ਹੈ? ਉਹਦੀ ਇਸ ਗੱਲ 'ਤੇ ਡਾਕਟਰ ਮਾਰਟੀਮਰ ਨੇ ਦਿਲਚਸਪੀ ਨਾਲ ਉਸ ਵੱਲ ਦੇਖਿਆ, ਜਦੋਂ ਕਿ ਸਰ ਹੈਨਰੀ ਬਾਸਕਰਵਿਲੇ ਨੇ ਆਪਣੀਆਂ ਉਲਝਣ ਭਰੀਆਂ ਅੱਖਾਂ ਘੁਮਾ ਕੇ ਮੁੜ ਸਥਿਰ ਕਰ ਲਈਆਂ। ਮੈਨੂੰ ਆਯਾਤ ਟੈਕਸ ਜਾਂ ਇਸ ਨਾਲ ਸੰਬੰਧਿਤ ਕਿਸੇ ਵੀ ਵਿਸ਼ੇ ਦੀ ਕੋਈ ਖਾਸ ਜਾਣਕਾਰੀ ਨਹੀਂ, ਮੈਂ ਜਵਾਬ ਦਿੱਤਾ। ਪਰ ਜਿੱਥੋਂ ਤੱਕ ਇਸ ਖੱਤ ਦਾ ਸਵਾਲ ਹੈ, ਮੈਨੂੰ ਲੱਗਦਾ ਹੈ ਅਸੀਂ ਆਪਣੇ ਵਿਸ਼ੇ ਤੋਂ ਹਟ ਕੇ ਕਿਸੇ ਹੋਰ ਹੀ ਵਿਸ਼ੇ ਵੱਲ ਭਟਕਦੇ ਜਾ ਰਹੇ ਹਾਂ। ਇਹਦੇ ਉਲਟ ਮੈਂ ਸਮਝਦਾ ਕਿ ਅਸੀਂ ਆਪਣੇ ਮੁੱਖ ਰਸਤੇ 'ਤੇ ਤੇਜ਼ੀ ਨਾਲ ਅੱਗੇ ਵਧਦੇ ਜਾ ਰਹੇ ਹਾਂ, ਹੋਮਜ਼ ਨੇ ਕਿਹਾ ਅਤੇ ਫਿਰ ਹੈਨਰੀ ਵੱਲ ਭਾਉਂਦਾ ਹੋਇਆ ਬੋਲਿਆ, ਸਰ ਹੈਨਰੀ, ਇੱਥੇ ਮੌਜੂਦ ਲੋਕਾਂ 'ਚ ਸਿਰਫ ਵਾਟਸਨ ਹੀ ਇੱਕ ਅਜਿਹੇ ਆਦਮੀ ਨੇ ਜੋ ਮੇਰੇ ਕੰਮ ਕਰਨ ਦੇ ਤਰੀਕਿਆਂ ਬਾਰੇ ਸਭ ਤੋਂ ਵੱਧ ਜਾਣਦੇ ਨੇ, ਪਰ ਮੈਨੂੰ ਅਫਸੋਸ ਹੈ ਕਿ ਉਹ ਵੀ ਮੇਰੀ ਇਸ ਗੱਲ ਦੀ ਗਹਿਰਾਈ ਨੂੰ ਨਹੀਂ ਸਮਝ ਸਕੇ। ਕਿਉਂ ਵਾਟਸਨ, ਮੈਂ ਗਲਤ ਤਾਂ ਨਹੀਂ ਕਹਿ ਰਿਹਾ ਸੀ ਕਿ ਤੁਸੀਂ ਇਸ ਵਾਕ ਦੇ ਅਖਬਾਰ 'ਚ ਛਪੇ ਲੇਖ 'ਚ ਜੋ ਆਪਸੀ ਸੰਬੰਧ ਹੈ ਉਹਨੂੰ ਨਹੀਂ ਸਮਝ ਸਕੇ? ਸੱਚੀ ਗੱਲ ਹੈ, ਮੈਨੂੰ ਇਹ ਮੰਨਣ 'ਚ ਕੋਈ ਹਿਚਕ ਨਹੀਂ ਕਿ ਮੈਂ ਦੋਵਾਂ ਵਿਚਲੇ ਸੰਬੰਧ ਨੂੰ ਵਾਕਈ ਨਹੀਂ ਸਮਝ ਸਕਿਆ, ਜਦ ਕਿ ਅਸਲੀਅਤ ਇਹ ਹੈ ਮੇਰੇ ਪਿਆਰੇ ਵਾਟਸਨ, ਇਹਨਾਂ ਦੋਵਾਂ ਵਿਚਕਾਰ ਏਡਾ ਗੂੜਾ ਸੰਬੰਧ ਹੈ ਜਿਵੇਂ ਮਾਂ ਪੁੱਤਰ ਦਾ ਸੰਬੰਧ ਹੁੰਦਾ ਹੈ, ਯਾਨੀ ਇੱਕ 'ਚੋਂ ਦੂਜਾ ਨਿਕਲਿਆ। ਕਿ ਤੁਸੀਂ ਦੋਵੇਂ ਥਾਂ ਪ੍ਰਯੋਗ ਕੀਤੇ ਸ਼ਬਦਾਂ ਨੂੰ ਨਹੀਂ ਦੇਖ ਰਹੇ? ਜੇ ਆਪਣੀ ਹੋਸ਼ੋ-ਹਵਾਸ, ਜ਼ਿੰਦਗੀ, ਗੁਆਉਣਾ, ਰਹਿਣਾ, ਦੂਰ ਆਦਿ ਕਿੱਥੋਂ ਚੁੱਕ ਕੇ ਇਸਤੇਮਾਲ ਕੀਤੇ ਗਏ ਨੇ, ਇਹ ਗੱਲ ਸਮਝਣ ਲਈ ਦਿਮਾਗ 'ਤੇ ਜ਼ਿਆਦਾ ਜ਼ੋਰ ਦੇਣ ਦੀ ਲੋੜ ਨਹੀਂ। ਵਾਕਈ ਤੁਸੀਂ ਠੀਕ ਕਹਿ ਰਹੇ ਹੋ, ਸਰ ਹੈਨਰੀ ਨੇ ਯਕਦਮ ਉਤਸ਼ਾਹ ਨਾਲ ਕੂਕਦਿਆਂ ਕਿਹਾ, ਸੌਂ ਨੀਲੀ ਛਤਰੀ ਵਾਲੇ ਦੀ, ਤੁਸੀਂ ਤਾਂ ਵਾਕਈ ਕਮਾਲ ਕਰਤੀ ਮਿਸਟਰ ਹੋਮਜ਼। ਮੇਰਾ ਖਿਆਲ ਹੈ ਇਸ 'ਚ ਕਿਸੇ ਸ਼ੱਕੋ ਸ਼ੁਬਾ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ, ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਵਾਕਈ ਮਿਸਟਰ ਹੋਮਜ਼, ਤੁਹਾਡਾ ਇਹ ਕਮਾਲ ਤਾਂ ਮੇਰੀ ਸੋਚ ਦੇ ਦਾਇਰਿਆਂ 'ਚੋਂ ਵੀ ਬਾਹਰ ਦਾ ਹੈ, ਡਾਕਟਰ ਮਾਰਟੀਮਰ ਨੇ ਮੇਰੇ ਦੋਸਤ ਵੱਲ ਹੈਰਾਨੀ ਭਰੀਆਂ ਅੱਖਾਂ ਨਾਲ ਦੇਖਦਿਆਂ ਕਿਹਾ। ਕਿਸੇ ਦਾ ਇਹ ਕਹਿਣਾ ਕਿ ਸ਼ਬਦ ਕਿਸੇ ਅਖਬਾਰ 'ਚੋਂ ਕੱਟੇ ਗਏ ਨੇ, ਇਸ ਗੱਲ ਨੂੰ ਤਾਂ ਮੈਂ ਸਮਝ ਸਕਦਾ, ਪਰ ਕੋਈ ਇਹ ਦੱਸਦਾ ਹੈ ਕਿ ਕਿਸ ਅਖਬਾਰ 'ਚੋਂ ਕੱਟੇ ਗਏ ਨੇ। ਸਿਰਫ ਇਹੀ ਨਹੀਂ, ਬਲਕਿ ਇਹ ਵੀ ਦੱਸਦਾ ਹੈ ਕਿ ਕਿਸ ਮੁੱਖ ਲੇਖ 'ਚੋਂ ਕੱਟੇ ਗਏ ਨੇ। ਇਹ ਵਾਕਈ ਇੱਕ ਅਜਿਹੀ ਅਜੀਬੋ-ਗਰੀਬ ਗੱਲ ਹੈ ਜਿਹਨੂੰ ਮੈਂ ਤਾਂ ਨਿਸ਼ਚਿਤ ਰੂਪ 'ਚ ਚਮਤਕਾਰ ਹੀ ਕਹਾਂਗਾ, ਪਰ ਇਹ ਕੋਈ ਚਮਤਕਾਰ ਨਹੀਂ। ਫਿਰ ਤੁਸੀਂ ਕਿੰਜ ਕੀਤਾ ਇਹ ਸਭ? ਮੈਂ ਸਮਝਦਾ ਡਾਕਟਰ ਕਿ ਜੇ ਤੁਹਾਨੂੰ 2 ਖੋਪੜੀਆਂ ਦੇ ਦਿੱਤੀਆਂ ਜਾਣ ਤਾਂ ਤੁਸੀਂ ਉਹਨਾਂ ਨੂੰ ਦੇਖ ਕੇ ਦੱਸ ਦਿਓਗੇ ਕਿ ਕਿਹੜੀ ਨਰ ਤੇ ਕਿਹੜੀ ਮਾਦਾ ਹੈ। ਬਿਲਕੁਲ, ਪੱਕੇ ਤੌਰ 'ਤੇ। ਉਹ ਕਿਵੇਂ? ਇਹ ਤਾਂ ਮੇਰਾ ਸ਼ੌਕ ਹੈ ਭਰਾ। ਉਹਨਾਂ ਦੋਵਾਂ 'ਚ ਸਭ ਤੋਂ ਵੱਡਾ ਫਰਕ ਇਹੀ ਹੈ ਤੇ ਡਾਕਟਰ ਮਾਰਟੀਮਰ ਆਪਣੀ ਤਕਨੀਕੀ ਸ਼ਬਦਾਵਲੀ 'ਚ ਦੋਵਾਂ ਦਾ ਫਰਕ ਦੱਸਣ ਲੱਗੇ। ਜਿਸ ਤਰ੍ਹਾਂ ਇਹ ਤੁਹਾਡਾ ਸ਼ੌਕ ਹੈ ਤੇ ਤੁਸੀਂ ਉਹਨਾਂ ਦੀਆਂ ਬਾਰੀਕੀਆਂ ਬਾਰੇ ਹੋਰਨਾਂ ਨਾਲੋਂ ਬਿਹਤਰ ਜਾਣਦੇ ਹੋ, ਉਸੇ ਤਰ੍ਹਾਂ ਮੇਰਾ ਵੀ ਸ਼ੌਕ ਹੈ ਵੱਖ-ਵੱਖ ਤਰ੍ਹਾਂ ਦੇ ਛਾਪਾ ਅੱਖਰਾਂ ਦੇ ਫਰਕ ਨੂੰ ਪਛਾਣਨਾ, ਤੇ ਮੇਰੇ ਲਈ ਅੰਤਰ ਬਿਲਕੁਲ ਸਪਸ਼ਟ ਨੇ। ਮੇਰੀਆਂ ਅੱਖਾਂ ਲਈ ਟਾਈਮਜ਼ ਅਖਬਾਰ ਦੇ 9 ਪੁਆਇੰਟ ਅੱਖਰ ਤੇ ਘਟੀਆ ਛਪਾਈ ਵਾਲੇ 2 ਪੰਨਿਆਂ ਵਾਲੇ ਸੰਧਿਆ ਅਖਬਾਰ ਦੇ ਅੱਖਰਾਂ 'ਚ ਓਨਾ ਹੀ ਵੱਡਾ ਫਰਕ ਹੈ ਜਿੰਨਾ ਕਿ ਆਮ ਆਦਮੀ ਦੀਆਂ ਨਜ਼ਰਾਂ 'ਚ ਘੋੜੇ ਤੇ ਗਧੇ ਵਿਚਕਾਰ ਫਰਕ ਹੈ। ਹਰ ਤਰ੍ਹਾਂ ਦੀ ਟਾਈਪ ਦੇ ਫਰਕ ਨੂੰ ਪਛਾਣਨਾ ਇੱਕ ਅਜਿਹਾ ਗਿਆਨ ਹੈ ਜਿਹੜਾ ਇੱਕ ਮਾਹਰ ਜਾਸੂਸ ਦੀ ਮੁੱਢਲੀ ਸਿੱਖਿਆ ਲਈ ਬੜਾ ਜ਼ਰੂਰੀ ਹੈ। ਮੈਨੂੰ ਇਹ ਮੰਨਣ 'ਚ ਕੋਈ ਸ਼ਰਮ ਨਹੀਂ ਕਿ ਜਦੋਂ ਮੈਂ ਨੌਜਵਾਨ ਸੀ, ਮੈਂ ਅਲਡਰਸ ਮਰਕਰੀ ਤੇ ਵੈਸਟਰਨ
ਮਾਰਨਿੰਗ ਨਿਊਜ਼ ਅਖਬਾਰਾਂ ਦੀ ਟਾਈਪ ਦੇ ਅੱਖਰਾਂ ਬਾਰੇ ਅਕਸਰ ਭਰਮ 'ਚ ਫਸ ਜਾਂਦਾ ਸੀ। ਪਰ ਟਾਈਮਜ਼ ਅਖਬਾਰ ਦੇ ਅੱਖਰ ਸਭ ਨਾਲੋਂ ਅਲੱਗ-ਥਲੱਗ ਨੇ ਤੇ ਆਪਣੀ ਖਾਸ ਵਿਸ਼ੇਸ਼ਤਾ ਰੱਖਦੇ ਨੇ। ਸਾਫ਼ ਜ਼ਾਹਰ ਹੈ ਕਿ ਇਸ ਅਖਬਾਰ ਵਰਗੇ ਅੱਖਰ ਤੇ ਕਿਤੋਂ ਹੋਰ ਲਈ ਨਹੀਂ ਜਾ ਸਕਦੇ ਸੀ। ਹੁਣ ਜਦੋਂ ਕਿ ਇਹ ਕੰਮ ਪਿਛਲੇ ਦਿਨੀਂ ਕੀਤਾ ਗਿਆ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਹ ਸ਼ਬਦ ਸਾਨੂੰ ਪਿਛਲੇ ਦਿਨ ਦੇ ਅਖਬਾਰ 'ਚ ਹੀ ਮਿਲ ਜਾਣਗੇ। ਤੁਹਾਡੀ ਗੱਲ ਸੁਣ ਕੇ ਮੈਂ ਜੋ ਕੁਝ ਵੀ ਹੁਣ ਤੱਕ ਸਮਝ ਸਕਿਆ ਮਿਸਟਰ ਹੋਮਸ, ਸਰ ਹੈਨਰੀ ਬਾਸਕਰਵਿਲੇ ਨੇ ਕਿਹਾ, ਉਹਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਕਿਸੇ ਨੇ ਧਮਕੀ ਭਰਿਆ ਸੁਨੇਹਾ ਕੈਂਚੀ ਨਾਲ ਕੱਟ ਕੇ ਇਹਦੇ ਲਈ 9 ਕੱਟਣ ਵਾਲੀ ਕੈਂਚੀ ਇਸਤੇਮਾਲ ਕੀਤੀ ਗਈ ਹੈ। ਹੋਮਸ ਨੇ ਉਹਦੀ ਗੱਲ ਨੂੰ ਟੁਕਦਿਆਂ ਕਿਹਾ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਤੇਜ਼ ਧਾਰ ਵਾਲੀ ਛੋਟੀ ਕੈਂਚੀ ਹੈ। ਇਹਦਾ ਪਤਾ ਸਾਨੂੰ ਇਸ ਸ਼ਬਦ ਹੋਸ਼ੋ ਆਵਾਜ਼ ਦੇ ਇਰਦ ਗਿਰਦ ਲੱਗੇ ਕੱਟ ਦੇਖ ਕੇ ਲੱਗਦਾ ਹੈ। ਤੁਸੀਂ ਠੀਕ ਕਹਿ ਰਹੇ ਹੋ, ਕਿਸੇ ਨੇ ਇਹ ਧਮਕੀ ਭਰੇ ਸੁਨੇਹੇ ਲਈ ਅੱਖਰ ਕੱਟੇ ਤੇ ਪੇਸਟ ਦੀ ਮਦਦ ਨਾਲ ਚਿਪਕਾ ਦਿੱਤੇ। ਗੂੰਦ ਨਾਲ, ਹੋਮਸ ਬੋਲਿਆ। ਗੂੰਦ ਨਾਲ ਹੀ ਸਹੀ। ਮੈਂ ਜਾਣਨਾ ਚਾਹੁੰਦਾ, ਜਦੋਂ ਸਾਰੇ ਅੱਖਰ ਉਹਨੇ ਅਖਬਾਰ 'ਚੋਂ ਕੱਟ ਕੇ ਚਿਪਕਾਏ ਨੇ ਤਾਂ ਉਹਨੇ ਇਹ ਜੰਗਲ ਹੱਥ ਨਾਲ ਕਿਉਂ ਲਿਖਿਆ? ਕਿਉਂਕਿ ਇਹ ਅੱਖਰ ਉਹਨੂੰ ਅਖਬਾਰ 'ਚ ਛਪਿਆ ਹੋਇਆ ਨਹੀਂ ਲੱਭਿਆ। ਜੇ ਤੁਸੀਂ ਥੋੜ੍ਹਾ ਸੋਚੋ ਤਾਂ ਦੇਖੋਗੇ ਸਾਰੇ ਸ਼ਬਦ ਇੰਨੇ ਆਮ ਨੇ ਕਿ ਕਿਸੇ ਵੀ ਅਖਬਾਰ 'ਚੋਂ ਆਮ ਛਪੇ ਮਿਲ ਜਾਣਗੇ। ਪਰ ਜੰਗਲ ਇੱਕ ਅਜਿਹਾ ਸ਼ਬਦ ਹੈ ਜਿਹੜਾ ਆਸਾਨੀ ਨਾਲ ਮਿਲਣ ਵਾਲਾ ਨਹੀਂ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਮਿਸਟਰ ਹੋਮਸ, ਸਰ ਹੈਨਰੀ ਨੇ ਪ੍ਰਸ਼ੰਸਾਮਈ ਸੁਰ 'ਚ ਕਿਹਾ। ਤੁਸੀਂ ਸਾਰੀ ਗੱਲ ਨੂੰ ਸਪਸ਼ਟ ਕਰ ਦਿੱਤਾ। ਹੁਣ ਤੁਸੀਂ ਇਹ ਦੱਸੋ, ਇਹ ਸੁਨੇਹਾ ਪੜ੍ਹ ਕੇ ਤੁਸੀਂ ਹੋਰ ਕੀ ਸਿੱਟਾ ਕੱਢਿਆ? ਹਾਲਾਂਕਿ ਇਸ ਗੱਲ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸੇ ਕਿਸਮ ਦਾ ਕੋਈ ਸੁਰਾਗ ਨਾ ਰਹਿ ਜਾਏ, ਫਿਰ ਵੀ 1-2 ਸੰਕੇਤ ਤਾਂ ਇਸ ਤੋਂ ਹੋਰ ਵੀ ਮਿਲ ਹੀ ਰਹੇ ਨੇ। ਕੈਸੇ ਸੰਕੇਤ? ਸਭ ਤੋਂ ਪਹਿਲਾਂ ਤਾਂ ਪਤੇ ਨੂੰ ਗੌਰ ਨਾਲ ਵੇਖੋ। ਇਹ ਅੱਖਰ ਬੇਹੱਦੀ ਬੇਢੰਗੇ ਜਿਹੇ ਲਿਖੇ ਗਏ ਨੇ, ਜਿਵੇਂ ਕਿਸੇ ਬੜਾ ਘੱਟ ਪੜ੍ਹੇ ਲਿਖੇ ਆਦਮੀ ਨੇ ਲਿਖੇ ਹੋਣ, ਜਦੋਂ ਕਿ ਟਾਈਮਜ਼ ਇੱਕ ਅਜਿਹਾ ਅਖਬਾਰ ਹੈ ਜਿਹੜਾ ਘੱਟ ਪੜ੍ਹੇ ਲਿਖੇ ਲੋਕਾਂ ਦੇ ਹੱਥਾਂ 'ਚ ਨਹੀਂ ਬਲਕਿ ਚੰਗੇ ਪੜ੍ਹੇ ਲਿਖੇ ਲੋਕਾਂ ਦੇ ਹੱਥਾਂ 'ਚ ਦੇਖਿਆ ਜਾਂਦਾ ਹੈ। ਇਸ ਲਈ ਇਸ ਸੰਕੇਤ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਇਹ ਸੁਨੇਹਾ ਇੱਕ ਅਜਿਹੇ ਪੜ੍ਹੇ ਲਿਖੇ ਵਿਅਕਤੀ ਨੇ ਤਿਆਰ ਕੀਤਾ ਜਿਹੜਾ ਖੁਦ ਨੂੰ ਅਨਪੜ੍ਹ ਜ਼ਾਹਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹੋ ਨਹੀਂ ਬਲਕਿ ਉਸ ਦੁਆਰਾ ਆਪਣੀ ਹੈਂਡਰਾਈਟਿੰਗ ਲੁਕਾਉਣ ਦੀ ਕੋਸ਼ਿਸ਼ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਉਹਨੂੰ ਇਸ ਗੱਲ ਦਾ ਖਤਰਾ ਸੀ ਕਿ ਜਾਂ ਤਾਂ ਉਹਦੀ ਹੈਂਡਰਾਈਟਿੰਗ ਦੇਖਦੀ ਹੀ ਪਛਾਣ ਲਈ ਜਾਏਗੀ ਤੇ ਤੁਹਾਡੇ ਦੁਆਰਾ ਜਾਂ ਬਾਅਦ 'ਚ ਕਿਤੇ ਹੋਰ ਦੇਖੀ ਤਾਂ ਪਛਾਣ ਸਕਦੇ ਹੋ। ਬੜੇ ਪਤੇ ਦੀ ਗੱਲ ਨੋਟ ਕੀਤੀ ਤੁਸੀਂ। ਸਰ ਹੈਨਰੀ ਦੀਆਂ ਅੱਖਾਂ 'ਚ ਹੋਮਸ ਦੇ ਪ੍ਰਤੀ ਸ਼ਰਧਾ ਦੇ ਭਾਵ ਗੂੜੇ ਹੋ ਰਹੇ ਸਨ। ਇਸ ਦੇ ਇਲਾਵਾ ਤੁਸੀਂ ਇਹ ਗੱਲ ਵੀ ਨੋਟ ਕਰੋ, ਸੁਨੇਹੇ ਦੇ ਸ਼ਬਦ ਬਿਲਕੁਲ ਸਿੱਧੀ ਲਕੀਰ 'ਚ ਨਹੀਂ ਚਿਪਕਾਏ ਗਏ। ਕੁਝ ਸ਼ਬਦ ਉੱਪਰ ਵੱਲ ਨਹੀਂ, ਕੁਝ ਹੇਠਾਂ ਵੱਲ। ਜ਼ਿੰਦਗੀ ਸ਼ਬਦ ਨੂੰ ਦੇਖੋ, ਇਹ ਤਾਂ ਬਿਲਕੁਲ ਹੀ ਗਲਤ ਢੰਗ ਨਾਲ ਚਿਪਕਾਇਆ ਹੋਇਆ ਹੈ। ਇਸ ਤੋਂ ਹੀ ਪਤਾ ਲੱਗਦਾ ਹੈ ਕਿ ਜਾਂ ਤਾਂ ਉਹ ਬਿਲਕੁਲ ਲਾਪਰਵਾਹੀ ਨਾਲ ਕੰਮ ਕਰ ਰਿਹਾ ਸੀ ਜਾਂ ਫਿਰ ਇਸ ਕੰਮ ਨੂੰ ਬੜੀ ਘਬਰਾਹਟ ਨਾਲ ਜਲਦੀ ਨਿਪਟਾ ਦੇਣਾ ਚਾਹੁੰਦਾ ਸੀ। ਪਰ ਜਿੱਥੋਂ ਤੱਕ ਮੇਰਾ ਸਵਾਲ ਹੈ, ਮੈਂ ਇਸ ਦੂਜੇ ਵਿਚਾਰ ਨੂੰ ਮੰਨਣ ਦੇ ਪੱਖ 'ਚ ਹਾਂ, ਕਿਉਂਕਿ ਮਾਮਲਾ ਪੱਕੇ ਤੌਰ 'ਤੇ ਇੰਨਾ ਮਹੱਤਵਪੂਰਨ ਹੈ। ਇਹ ਸੋਚਣਾ ਹੀ ਆਪਣੇ ਆਪ 'ਚ ਇੱਕ ਵਿਰੋਧੀ ਤਰਕ ਹੈ ਕਿ ਇਸ ਖਤ ਨੂੰ ਤਿਆਰ ਕਰਨ ਵਾਲਾ ਲਾਪਰਵਾਹ ਹੋਏਗਾ। ਹੁਣ ਜੇ ਮੰਨ ਲਿਆ ਜਾਏ ਕਿ ਉਹ ਜਲਦੀ 'ਚ ਸੀ ਤਾਂ ਸਵਾਲ ਇਹ ਉੱਠਦਾ ਹੈ ਕਿ ਉਹ ਜਲਦੀ 'ਚ ਕਿਉਂ ਸੀ? ਕਿ ਉਹਨੂੰ ਡਾਕ ਨਿਕਲ ਜਾਣ ਦਾ ਭੈ ਸੀ ਜਾਂ ਫਿਰ ਸੁਨੇਹਾ ਤਿਆਰ ਕਰਨ ਵਾਲੇ ਨੂੰ ਕਿਸੇ ਦੇ ਅਚਾਨਕ ਆ ਜਾਣ ਦਾ ਡਰ ਸੀ ਜਾਂ ਕਿਸੇ ਦੇ ਆਉਣ ਦਾ ਡਰ ਸੀ? 1 ਮਿੰਟ ਮਿਸਟਰ ਹੋਮਸ, ਡਾਕਟਰ ਮਾਰਟਿਮਰ ਨੇ ਉਹਨੂੰ ਟੋਕਦਿਆਂ ਕਿਹਾ। ਅਸੀਂ ਲੋਕ ਹੁਣ ਤਰਕਪੂਰਨ ਤੱਥਾਂ ਦੀ ਠੋਸ ਜ਼ਮੀਨ ਨੂੰ ਛੱਡ ਕੇ ਅੰਦਾਜ਼ਿਆਂ ਦੇ ਹਵਾਈ ਘੋੜੇ ਹਵਾ 'ਚ ਨਹੀਂ ਦੌੜਾ ਰਹੇ। ਨਹੀਂ, ਬਲਕਿ ਇਹ ਕਹਿਣਾ ਵਧੇਰੇ ਠੀਕ ਹੋਏਗਾ ਕਿ ਹੁਣ ਅਸੀਂ ਇੱਕ ਅਜਿਹੀ ਜ਼ਮੀਨ ਤੇ ਪੈਰ ਰੱਖ ਰਹੇ ਹਾਂ ਜਿੱਥੇ ਇਸ ਗੱਲ ਦੀ ਸਹੂਲੀਅਤ ਹੈ ਕਿ ਅਸੀਂ ਇਕੱਠੇ ਬਹੁਤ ਸਾਰੇ ਪੱਖਾਂ ਤੇ ਵਿਚਾਰ ਕਰਦੇ ਹੋਏ ਉਸ ਸੰਭਾਵਨਾ ਨੂੰ ਚੁਣ ਸਕਦੇ ਹਾਂ ਜਿਹਦੇ ਹੋਣ ਦੀ ਸਭ ਤੋਂ ਵੱਧ ਆਸ ਕੀਤੀ ਜਾ ਸਕਦੀ ਹੈ। ਪਰ ਹੋਏਗੀ ਤਾਂ ਉਹ ਕਲਪਨਾ ਹੀ ਨਹੀਂ, ਬਲਕਿ ਉਹਨੂੰ ਕਿਹਾ ਜਾਏਗਾ ਕਲਪਨਾ ਦਾ ਵਿਗਿਆਨਕ ਪ੍ਰਯੋਗ, ਕਿਉਂਕਿ ਅਜਿਹੀ ਸਥਿਤੀ 'ਚ ਸਾਡੇ ਕੋਲ ਹਮੇਸ਼ਾ ਕੋਈ ਨਾ ਕੋਈ ਅਜਿਹਾ ਸੂਤਰ ਜ਼ਰੂਰ ਹੁੰਦਾ ਹੈ ਜਿਹਦੇ ਆਧਾਰ 'ਤੇ ਅਸੀਂ ਆਪਣੇ ਅੰਦਾਜ਼ੇ ਲਾ ਸਕਦੇ ਹਾਂ। ਹੁਣ ਇਸ 'ਚ ਕੋਈ ਸ਼ੱਕ ਨਹੀਂ ਕਿ ਤੁਸੀਂ ਇਹਨੂੰ ਅੰਦਾਜ਼ਾ ਹੀ ਕਹੋਗੇ, ਪਰ ਮੈਂ ਇਹ ਗੱਲ ਲਗਭਗ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਲਿਫਾਫੇ 'ਤੇ ਪਤਾ ਹੋਟਲ ਦੇ ਅੰਦਰ ਹੀ ਲਿਖਿਆ ਗਿਆ। ਆਖਿਰ ਇਹ ਗੱਲ ਕਹਿਣ ਦਾ ਤੁਹਾਡੇ ਕੋਲ ਕੋਈ ਆਧਾਰ ਤਾਂ ਹੋਏਗਾ ਜਾਂ ਨਹੀਂ? ਜੇ ਤੁਸੀਂ ਇਹਦੀ ਬਾਰੀਕੀ ਨਾਲ ਨਿਰੀਖਣ ਕਰੋਗੇ ਤੁਹਾਨੂੰ ਪਤਾ ਲੱਗ ਜਾਏਗਾ ਕਲਮ ਤੇ ਸਿਆਹੀ ਦੋਵਾਂ ਨੂੰ ਇਸਤੇਮਾਲ ਕਰਨ 'ਚ ਲਿਖਣ ਵਾਲੇ ਨੂੰ ਦਿੱਕਤ ਹੋ ਰਹੀ ਸੀ। ਸਾਫ਼ ਦਿਖਾਈ ਦੇ ਰਿਹਾ ਕਿ ਇੱਕੋ ਸ਼ਬਦ ਨੂੰ ਲਿਖਦਿਆਂ ਹੋਇਆਂ ਕਲਮ 2 ਵਾਰੀ ਅਟਕੀ, ਯਾਨੀ ਨਿੱਬ ਖਰਾਬ ਸੀ। ਇੰਨਾ ਛੋਟਾ ਪਤਾ ਲਿਖਣ ਲਈ 3 ਵਾਰੀ ਸੁੱਕ ਗਈ, ਜਿਹਦਾ ਮਤਲਬ ਹੈ ਇਹੀ ਲਾਇਆ ਜਾ ਸਕਦਾ ਦਵਾ 'ਚ ਸਿਆਹੀ ਤਕਰੀਬਨ ਨਾ ਦੇ ਬਰਾਬਰ ਸੀ। ਹੁਣ ਕੋਈ ਘਰੇਲੂ ਕਲਮ ਦਵਾਤ ਹੁੰਦੀ ਤਾਂ ਐਡੀ ਮਾੜੀ ਹਾਲਤ 'ਚ ਨਾ ਹੁੰਦੀ। ਰੱਖਣ ਵਾਲਾ ਭਾਵੇਂ ਕਿੰਨਾ ਹੀ ਲਾਪਰਵਾਹ ਕਿਉਂ ਨਾ ਹੋਏ, ਪਰ ਦੋਵਾਂ ਹੀ ਹਾਲਤ ਵਿੱਚ ਇੱਕੋ ਸਮੇਂ ਖਰਾਬ ਨਾ ਹੁੰਦੀ। ਸਿਰਫ ਕਿਸੇ ਸਾਂਝੇ ਸਥਾਨ 'ਤੇ ਕਲਮ ਦਵਾਤ ਦੀ ਅਜਿਹੀ ਹਾਲਤ ਹੋਣ ਦੀ ਸੰਭਾਵਨਾ ਹੁੰਦੀ ਹੈ। ਸਥਿਤੀ ਮੁਤਾਬਕ ਸਾਂਝੇ ਸਥਾਨ 2 ਹੀ ਹੋ ਸਕਦੇ ਨੇ, ਇੱਕ ਪੋਸਟ ਆਫਿਸ, ਦੂਜਾ ਹੋਟਲ।
ਮੇਰੇ ਖਿਆਲ 'ਚ ਪੋਸਟ ਆਫਿਸ ਇਸ ਲਈ ਨਹੀਂ ਹੋ ਸਕਦਾ ਕਿਉਂਕਿ ਉਸ ਆਦਮੀ ਨੂੰ ਇਹ ਪਤਾ ਹੀ ਨਹੀਂ ਸੀ ਕਿ ਤੁਸੀਂ ਠਹਿਰੋਗੇ ਕਿੱਥੇ, ਇਸ ਲਈ ਹੋਟਲ ਦੀ ਸੰਭਾਵਨਾ ਵੱਧ ਹੈ। ਇਸੇ ਲਈ ਮੈਨੂੰ ਇਹ ਕਹਿਣ 'ਚ ਵੀ ਕੋਈ ਇਤਰਾਜ਼ ਨਹੀਂ ਕਿ ਜੇ ਚੈਰਿੰਗ ਕ੍ਰਾਸ ਪੋਸਟ ਆਫਿਸ ਦੇ ਆਸੇ-ਪਾਸੇ ਦੇ ਹੋਟਲਾਂ ਦੇ ਕੂੜਾਦਾਨਾਂ ਨੂੰ ਉਦੋਂ ਤੱਕ ਦੇਖੀਏ ਜਦੋਂ ਤੱਕ ਸਾਨੂੰ ਕੱਟੇ ਪਾਟੇ ਟਾਈਮਜ਼ ਅਖਬਾਰ ਦੇ ਟੁਕੜੇ ਨਾ ਮਿਲ ਜਾਣ ਤਾਂ ਅਸੀਂ ਸਿੱਧੇ ਉਸ ਆਦਮੀ ਨੂੰ ਫੜ ਸਕਦੇ ਹਾਂ ਜਿਹਨੇ ਵਿਚਿੱਤਰ ਸੁਨੇਹਾ ਭੇਜਿਆ ਬਈ ਵਾਹ ਦੇਖੋ ਤਾਂ ਸਹੀ ਹੈ ਕੀ ਹੈ। ਗੱਲ ਕਹਿਣ ਵੇਲੇ ਵੀ ਉਹ ਕਾਗਜ਼ ਦਾ ਬਰੀਕੀ ਨਾਲ ਨਿਰੀਖਣ ਕਰ ਰਿਹਾ ਸੀ ਜਿਸ 'ਤੇ ਉਸ ਵਿਚਿੱਤਰ ਸੁਨੇਹੇ ਦੇ ਸ਼ਬਦ ਚਿਪਕਾਏ ਸੀ। ਉਸ ਸਮੇਂ ਉਸ ਦੀਆਂ ਅੱਖਾਂ ਦੇ ਕਾਫੀ ਨੇੜੇ ਸੀ। ਕੀ ਗੱਲ ਹੈ? ਕੁਛ ਨਹੀਂ। ਉਹਨੇ ਕਾਗਜ਼ ਨੂੰ ਇੱਕ ਪਾਸੇ ਰੱਖਦਿਆਂ ਕਿਹਾ, ਮੈਨੂੰ ਲੱਗਿਆ ਸੀ ਸ਼ਾਇਦ ਕੋਈ ਨਵੀਂ ਗੱਲ ਪਤਾ ਲੱਗਣ ਵਾਲੀ ਹੈ ਪਰ ਅਜਿਹਾ ਕੁਛ ਵੀ ਨਹੀਂ। ਇਹ ਸਧਾਰਨ ਜਿਹਾ ਕਾਗਜ਼ ਦਾ ਟੁਕੜਾ ਹੈ ਜਿਸ 'ਤੇ ਕੋਈ ਵਾਟਰ ਮਾਰਕ ਵੀ ਨਹੀਂ। ਮੈਂ ਸਮਝਦਾ ਇਸ ਵਿਚਿੱਤਰ ਖੱਤ ਤੋਂ ਅਸੀਂ ਜੋ ਵੀ ਵੱਧ ਤੋਂ ਵੱਧ ਜਾਣ ਸਕਦੇ ਸੀ ਉਹ ਜਾਣ ਚੁੱਕੇ ਹਾਂ। ਹੁਣ ਸਰ ਹੈਨਰੀ ਤੁਸੀਂ ਦੱਸੋ ਕਿ ਲੰਦਨ ਪਹੁੰਚਣ ਪਿੱਛੋਂ ਤੁਹਾਡੇ ਨਾਲ ਕੀ ਹੋਰ ਵੀ ਕੋਈ ਦਿਲਚਸਪ ਹਾਦਸਾ ਪੇਸ਼ ਹੋਇਆ ਜਾਂ ਨਹੀਂ? ਨਹੀਂ ਮਿਸਟਰ ਹੋਮਸ, ਮੇਰੇ ਖਿਆਲ 'ਚ ਤਾਂ ਹੋਰ ਕੋਈ ਖਾਸ ਗੱਲ ਨਹੀਂ ਹੋਈ। ਕਿ ਤੁਸੀਂ ਕਿਸੇ ਨੂੰ ਆਪਣਾ ਪਿੱਛਾ ਜਾਂ ਨਿਗਰਾਨੀ ਕਰਦਿਆਂ ਹੋਇਆ ਨਹੀਂ ਦੇਖਿਆ? ਇੰਜ ਲੱਗਦਾ ਹੈ ਮੈਂ ਕਿਸੇ ਸਸਤੇ ਕਿਸਮ ਦੇ ਜਾਸੂਸੀ ਨਾਵਲ ਦਾ ਪਾਤਰ ਬਣ ਗਿਆ। ਸਰ ਹੈਨਰੀ ਨੇ ਕਿਹਾ, ਸੌ ਨੀਲੀ ਛਤਰੀ ਵਾਲੇ ਦੀ, ਭਲਾ ਕੋਈ ਮੇਰਾ ਪਿੱਛਾ ਜਾਂ ਨਿਗਰਾਨੀ ਕਿਉਂ ਕਰੇਗਾ? ਅਸੀਂ ਇਸੇ ਵਿਸ਼ੇ 'ਤੇ ਆ ਰਹੇ ਹਾਂ ਪਰ ਇਸ ਵਿਸ਼ੇ 'ਤੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਤੁਹਾਡੇ ਕੋਲ ਕੋਈ ਹੋਰ ਅਜਿਹੀ ਖਾਸ ਗੱਲ ਤਾਂ ਨਹੀਂ ਜੋ ਤੁਸੀਂ ਸਾਨੂੰ ਦੱਸਣਾ ਚਾਹੋਗੇ ਜਾਂ ਹੈ? ਇਹ ਤਾਂ ਇਸ ਗੱਲ 'ਤੇ ਨਿਰਭਰ ਕਰਦਾ ਹੈ ਤੁਸੀਂ ਕਿਸ ਗੱਲ ਨੂੰ ਖਾਸ ਤੇ ਦੱਸਣ ਵਾਲੀ ਗੱਲ ਸਮਝਦੇ ਹੋ। ਮੈਂ ਸਮਝਦਾ ਰੋਜ਼ਾਨਾ ਦੇ ਆਮ ਰੁਝੇਵਿਆਂ ਨਾਲੋਂ ਹਟ ਕੇ ਹੋਣ ਵਾਲੀ ਕੋਈ ਵੀ ਗੱਲ ਖਾਸ ਤੇ ਦੱਸਣ ਲਾਇਕ ਹੁੰਦੀ ਹੈ। ਸਰ ਹੈਨਰੀ ਮੁਸਕਰਾਏ। ਅਜੇ ਤੱਕ ਮੈਨੂੰ ਅੰਗਰੇਜ਼ਾਂ ਦੇ ਨਿੱਤ ਦੇ ਰੁਝੇਵਿਆਂ ਬਾਰੇ ਕੋਈ ਖਾਸ ਬਹੁਤੀ ਜਾਣਕਾਰੀ ਨਹੀਂ। ਫਿਰ ਉਹ ਬੋਲੇ, ਕਿਉਂਕਿ ਮੈਂ ਲਗਭਗ ਆਪਣੀ ਸਾਰੀ ਜ਼ਿੰਦਗੀ ਅਮਰੀਕਾ ਜਾਂ ਫਿਰ ਕੈਨੇਡਾ 'ਚ ਹੀ ਬਿਤਾਈ ਹੈ। ਪਰ ਮੈਂ ਸਮਝਦਾ ਕਿ ਆਪਣਾ ਇੱਕ ਬੂਟ ਗੁਆ ਬਹਿਣਾ ਇੱਥੋਂ ਦੇ ਦੈਨਿਕ ਰੁਝੇਵਿਆਂ 'ਚ ਸ਼ਾਮਲ ਨਹੀਂ ਹੋਏਗਾ। ਤੁਹਾਡਾ ਇੱਕ ਬੂਟ ਗੁਆਚ ਗਿਆ? ਮੇਰੀ ਗੱਲ ਸੁਣੋ ਜਨਾਬ, ਡਾਕਟਰ ਮਾਰਟਿਮਰ ਨੇ ਤੁਰੰਤ ਕਿਹਾ। ਬੂਟ ਗੁਆਚਿਆ ਨਹੀਂ ਹੈ, ਮੈਂ ਯਕੀਨ ਨਾਲ ਕਹਿ ਸਕਦਾ ਤੁਸੀਂ ਉਹਨੂੰ ਕਿਧਰੇ ਇੱਧਰ ਉੱਧਰ ਰੱਖ ਕੇ ਭੁੱਲ ਗਏ ਹੋ। ਹੋਟਲ ਵਾਪਸ ਜਾ ਕੇ ਦੇਖੋਗੇ ਤੁਹਾਨੂੰ ਉੱਥੇ ਲੱਭ ਜਾਏਗਾ। ਮਿਸਟਰ ਹੋਮਸ ਵਰਗੇ ਕਾਬਲ ਆਦਮੀ ਨੂੰ ਅਜਿਹੀ ਮਾਮੂਲੀ ਗੱਲ ਸੁਣਾ ਕੇ ਪਰੇਸ਼ਾਨ ਕਰਨ ਦਾ ਕੀ ਫਾਇਦਾ? ਮੈਂ ਤਾਂ ਇਹਦਾ ਜ਼ਿਕਰ ਵੀ ਨਹੀਂ ਕਰਨਾ ਚਾਹਿਆ ਸੀ। ਉਹ ਤਾਂ ਇਹਨਾਂ ਨੇ ਹੀ ਮੇਰੇ ਤੋਂ ਪੁੱਛਿਆ ਕਿ ਰੋਜ਼ਾਨਾ ਦੇ ਸਧਾਰਨ ਰੁਝੇਵਿਆਂ ਤੋਂ ਹਟ ਕੇ ਕੋਈ ਗੱਲ ਹੋਈ ਹੈ, ਸੋ ਮੈਂ ਦੱਸ ਦਿੱਤਾ। ਬਿਲਕੁਲ ਠੀਕ ਕੀਤਾ ਤੁਸੀਂ, ਹੋਮਸ ਨੇ ਦ੍ਰਿੜ ਸ਼ਬਦਾਂ 'ਚ ਉਹਦਾ ਸਮਰਥਨ ਕਰਦਿਆਂ ਹੋਇਆਂ ਕਿਹਾ। ਘਟਨਾ ਭਾਵੇਂ ਕਿੰਨੀ ਛੋਟੀ ਕਿਉਂ ਨਾ ਹੋਏ ਮੈਨੂੰ ਉਹਦੀ ਜਾਣਕਾਰੀ ਹੋਣੀ ਚਾਹੀਦੀ ਹੈ। ਤਾਂ ਤੁਸੀਂ ਦੱਸਿਆ ਕਿ ਤੁਹਾਡਾ ਇੱਕ ਬੂਟ ਗੁਆਚ ਗਿਆ। ਸਹੀ ਗੱਲ ਤਾਂ ਇਹ ਹੈ ਕਿ ਲੱਭ ਨਹੀਂ ਰਿਹਾ। ਮੈਨੂੰ ਨਹੀਂ ਲੱਗਦਾ ਕਿ ਮੈਂ ਉਹਨੂੰ ਕਿਧਰੇ ਰੱਖ ਕੇ ਭੁੱਲ ਗਿਆ ਕਿਉਂਕਿ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੈਂ ਆਪਣੇ ਦੋਵੇਂ ਬੂਟ ਦਰਵਾਜ਼ੇ ਦੇ ਬਾਹਰ ਰੱਖੇ ਸੀ ਪਰ ਸਵੇਰੇ ਦੇਖਿਆ ਉੱਥੇ ਸਿਰਫ ਇੱਕੋ ਹੀ ਸੀ। ਜਿਸ ਆਦਮੀ ਨੇ ਵੀ ਉਹਨੂੰ ਚੁਰਾਇਆ ਮੈਨੂੰ ਉਹਦੀ ਅਕਲ 'ਤੇ ਹੈਰਾਨੀ ਹੋ ਰਹੀ ਹੈ। ਉਹ ਦੋਵੇਂ ਕਿਉਂ ਨਹੀਂ ਲੈ ਗਿਆ? ਵੈਸੇ ਸਭ ਤੋਂ ਵੱਧ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਉਸ ਜੋੜੇ ਨੂੰ ਮੈਂ ਪਿਛਲੀ ਰਾਤ ਹੀ ਸਟੈਂਡਰਡ ਮਾਰਕੀਟ 'ਚੋਂ ਖਰੀਦਿਆ ਸੀ। ਉਹਨੂੰ ਇੱਕ ਵਾਰੀ ਪਾ ਕੇ ਦੇਖਿਆ ਤੱਕ ਨਹੀਂ ਸੀ। ਪਰ ਤੁਸੀਂ ਉਹ ਬੂਟ ਦਰਵਾਜ਼ੇ ਦੇ ਬਾਹਰ ਕਿਉਂ ਰੱਖੇ ਸੀ? ਪਾਲਿਸ਼ ਕਰਵਾਉਣ ਲਈ। ਪਰ ਜਦੋਂ ਤੁਸੀਂ ਬੂਟ ਨਵੇਂ ਖਰੀਦੇ ਸੀ, ਪਾਏ ਤੱਕ ਨਹੀਂ, ਤਾਂ ਫਿਰ ਉਹਨਾਂ ਨੂੰ ਪਾਲਿਸ਼ ਕਰਵਾਉਣ ਦੀ ਕੀ ਲੋੜ ਸੀ? ਦਰਅਸਲ ਮਿਸਟਰ ਹੋਮਸ ਉਹ ਚਮੜੇ ਦੇ ਬਿਨਾਂ ਪਾਲਿਸ਼ ਕੀਤੇ ਹੋਏ ਬੂਟ ਸੀ ਤਾਂ ਕਿ ਗਾਹਕ ਉਹਨਾਂ 'ਤੇ ਆਪਣੀ ਮਰਜ਼ੀ ਦੇ ਰੰਗ ਦੀ ਪਾਲਿਸ਼ ਕਰਵਾ ਸਕੇ ਅਤੇ ਜੇ ਉਹਨੂੰ ਚਮੜੇ ਦਾ ਉਹੀ ਰੰਗ ਪਸੰਦ ਹੈ ਤਾਂ ਉਸ 'ਤੇ ਵਾਰਨਿਸ਼ ਕਰਵਾ ਲਏ। ਸਮਝ ਗਿਆ। ਯਾਨੀ ਤੁਸੀਂ ਕੱਲ੍ਹ ਲੰਦਨ ਪਹੁੰਚਣ ਪਿੱਛੇ ਸਭ ਤੋਂ ਪਹਿਲਾ ਕੰਮ ਇਹੋ ਕੀਤਾ ਕਿ ਬਾਜ਼ਾਰ ਜਾ ਕੇ ਬੂਟ ਖਰੀਦੇ? ਨਹੀਂ, ਮੈਂ ਹੋਰ ਵੀ ਬਹੁਤ ਸਾਰਾ ਸਮਾਨ ਖਰੀਦਿਆ। ਡਾਕਟਰ ਮਾਰਟਿਮਰ ਵੀ ਮੇਰੇ ਨਾਲ ਘੁੰਮਦੇ ਰਹੇ ਸੀ। ਤੁਸੀਂ ਸਮਝਦੇ ਹੋ ਨਾ ਕਿ ਜੇ ਮੈਂ ਹੁਣ ਜਾਗੀਰਦਾਰ ਬਣ ਗਿਆ ਤਾਂ ਮੈਂ ਆਪਣੀ ਜਾਗੀਰ 'ਤੇ ਜਾਣ ਤੋਂ ਪਹਿਲਾਂ ਮੈਨੂੰ ਅਜਿਹੇ ਕੱਪੜੇ ਤਾਂ ਪਾ ਹੀ ਲੈਣੇ ਚਾਹੀਦੇ ਨੇ ਜਿਨ੍ਹਾਂ 'ਚ ਮੈਂ ਜਾਗੀਰਦਾਰ ਵਰਗਾ ਲੱਗਾ ਕਿਉਂਕਿ ਉੱਥੇ ਕੈਨੇਡਾ 'ਚ ਤਾਂ ਮੈਂ ਫਾਰਮਿੰਗ ਕਰਦਾ ਸੀ ਜਿਹਨੂੰ ਤੁਸੀਂ ਵੱਡਾ ਕਿਸਾਨ ਕਹਿ ਸਕਦੇ ਹੋ। ਇਸ ਲਈ ਕਿਸਾਨਾਂ ਵਾਂਗ ਹੀ ਲਾਪਰਵਾਹ ਢੰਗ ਨਾਲ ਰਹਿੰਦਾ ਸੀ। ਮਾਰਕੀਟ 'ਚ ਹੋਰ ਬਹੁਤ ਸਾਰੀਆਂ ਚੀਜ਼ਾਂ ਨਾਲ ਬਰਾਊਨ ਚਮੜੇ ਦੇ ਉਹ ਬਿਨਾਂ ਪਾਲਿਸ਼ ਕੀਤੇ ਬੂਟ ਵੀ ਖਰੀਦੇ ਸੀ। ਉਹਨਾਂ ਲਈ ਪੂਰੇ $6 ਪੱਲਿਓਂ ਖਰਚੇ ਪਰ ਕਿਸਮਤ ਦੀ ਮਾਰ ਦੇਖੋ, ਪਾਉਣ ਤੋਂ ਪਹਿਲਾਂ ਹੀ ਇੱਕ ਚੋਰੀ ਹੋ ਗਿਆ। ਦੇਖਣ ਨੂੰ ਤਾਂ ਇਹ ਹਾਸੋਹੀਣਾ ਲੱਗਦਾ ਹੈ ਕਿ ਇੱਕ ਬੇਕਾਰ ਜਿਹੀ ਚੀਜ਼ ਚੁਰਾਈ ਗਈ ਹੈ, ਸ਼ਰਲਾਕ ਹੋਮਸ ਨੇ ਕਿਹਾ। ਮੈਂ ਡਾਕਟਰ ਮਾਰਟਿਮਰ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ ਗੁਆਚਿਆ ਬੂਟ ਮਿਲਣ 'ਚ ਬਹੁਤੀ ਦੇਰ ਨਹੀਂ ਲੱਗੇਗੀ। ਹੁਣ ਸੱਜਣੋ, ਨਵੇਂ ਜਾਗੀਰਦਾਰ ਨੇ ਪੱਕੀ ਪੀਡੀ ਆਵਾਜ਼ 'ਚ ਕਿਹਾ। ਜੋ ਵੀ ਮੈਂ ਥੋੜ੍ਹਾ ਬਹੁਤ ਜਾਣਦਾ ਸੀ ਉਸ ਬਾਰੇ ਮੈਂ ਬੜਾ ਕੁਝ ਦੱਸ ਚੁੱਕਿਆ। ਹੁਣ ਸਮਾਂ ਆ ਗਿਆ ਕਿ ਤੁਸੀਂ ਵੀ ਆਪਣਾ ਵਾਅਦਾ ਪੂਰਾ ਕਰੋ ਅਤੇ ਮੈਨੂੰ ਵਿਸਥਾਰ ਨਾਲ ਦੱਸੋ ਕਿ ਮਾਜਰਾ ਕੀ ਹੈ। ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ, ਹੋਮਸ ਨੇ ਜਵਾਬ ਦਿੱਤਾ। ਡਾਕਟਰ ਮਾਰਟਿਮਰ, ਮੈਂ ਸਮਝਦਾ ਕਿ ਤੁਸੀਂ ਉਸ ਕਹਾਣੀ ਨੂੰ ਬਿਹਤਰ ਢੰਗ ਨਾਲ ਸੁਣਾ ਸਕਦੇ ਹੋ ਜੋ ਤੁਸੀਂ ਸਾਨੂੰ ਸੁਣਾਈ ਸੀ।
ਇਸ ਤਰ੍ਹਾਂ ਹੋਮਸ ਦੇ ਹੱਲਾਸ਼ੇਰੀ ਦੇਣ ਤੇ ਸਾਡੇ ਵਿਗਿਆਨਕ ਢੰਗ ਨਾਲ ਸੋਚਣ ਵਾਲੇ ਮਿੱਤਰ ਨੇ ਆਪਣੀ ਜੇਬ 'ਚੋਂ ਕਾਗਜ਼ ਕੱਢੇ ਤੇ ਸਾਰੇ ਕਿਸੇ ਨੂੰ ਉਸੇ ਤਰ੍ਹਾਂ ਸੁਣਾ ਦਿੱਤਾ ਜਿਸ ਤਰ੍ਹਾਂ ਉਹਨੇ ਪਿਛਲੇ ਦਿਨ ਸਾਨੂੰ ਸੁਣਾਇਆ ਸੀ। ਸਰ ਹੈਨਰੀ ਬਾਸਕਰਵਿਲੇ ਪੂਰੀ ਇਕਾਗਰਤਾ ਨਾਲ ਉਹਨੂੰ ਸੁਣਦਾ ਰਿਹਾ। ਵਿੱਚ ਕਦੀ ਉਹ ਹੈਰਾਨੀ ਭਰੀਆਂ ਆਵਾਜ਼ਾਂ ਵੀ ਕੱਢਦਾ ਰਿਹਾ। ਇਹ ਸਭ ਸੁਣ ਕੇ ਤਾਂ ਇੰਜ ਲੱਗਦਾ ਹੈ ਕਿ ਮੈਨੂੰ ਇੱਕ ਅਜਿਹੀ ਵਿਰਾਸਤ ਮਿਲੀ ਹੈ ਜਿਹਦੇ ਨਾਲ ਬਦਲਾ ਵੀ ਜੁੜਿਆ ਹੋਇਆ ਹੈ। ਉਹ ਲੰਮੀ ਕਹਾਣੀ ਖਤਮ ਹੋਈ ਤਾਂ ਉਹ ਬੋਲਿਆ, ਇੰਜ ਨਹੀਂ ਕਿ ਉਸ ਪਿਸ਼ਾਚ ਕੁੱਤੇ ਦੀ ਕਹਾਣੀ ਨੂੰ ਮੈਂ ਪਹਿਲੀ ਵਾਰੀ ਸੁਣਿਆ। ਆਪਣੇ ਬਚਪਨ ਤੋਂ ਹੀ ਇਸ ਕਹਾਣੀ ਨੂੰ ਸੁਣਦਾ ਆ ਰਿਹਾ ਮੈਂ। ਸਾਡੇ ਖਾਨਦਾਨ ਦੀ ਇਹ ਪ੍ਰਚਲਿਤ ਕਹਾਣੀ ਹੈ। ਹਾਲਾਂਕਿ ਅੱਜ ਤੋਂ ਪਹਿਲਾਂ ਮੈਂ ਕਦੀ ਇਹਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ, ਪਰ ਚਾਚਾ ਜੀ ਦੀ ਮੌਤ ਪਿੱਛੋਂ ਇਹ ਕਿਸੇ ਵੀ ਤਰ੍ਹਾਂ ਮੇਰਾ ਪਿੱਛਾ ਨਹੀਂ ਛੱਡ ਰਹੀ। ਹਰ ਵੇਲੇ ਦਿਮਾਗ 'ਚ ਘੁੰਮਦੀ ਰਹਿੰਦੀ ਹੈ। ਇੰਜ ਲੱਗਦਾ ਜਿਵੇਂ ਤੁਸੀਂ ਸਾਰੇ ਹੀ ਅਜੇ ਤੱਕ ਇਹ ਫੈਸਲਾ ਨਹੀਂ ਕਰ ਸਕੇ ਕਿ ਮਾਮਲਾ ਪੁਲਿਸ ਦਾ ਹੈ ਜਾਂ ਝਾੜ ਫੂਕ ਕਰਨ ਵਾਲੇ ਬਾਬਿਆਂ ਦਾ। ਬਿਲਕੁਲ ਸਹੀ ਕਿਹਾ ਤੁਸੀਂ। ਤੇ ਹੁਣ ਜੋ ਹੋਟਲ 'ਚ ਮੈਨੂੰ ਖਤ ਭੇਜਿਆ ਗਿਆ, ਮੈਂ ਸਮਝਦਾ ਉਹ ਵੀ ਇਸ ਕਹਾਣੀ 'ਚ ਪੂਰੀ ਤਰ੍ਹਾਂ ਫਿੱਟ ਹੋ ਰਿਹਾ। ਇਸ ਨਾਲ ਤਾਂ ਇਹ ਸਪਸ਼ਟ ਹੋ ਹੀ ਜਾਂਦਾ ਕਿ ਜੰਗਲ 'ਚ ਜੋ ਕੁਝ ਵੀ ਹੋ ਰਿਹਾ ਹੈ ਉਹਦੀ ਜਾਣਕਾਰੀ ਕਿਸੇ ਅਗਿਆਤ ਵਿਅਕਤੀ ਨੂੰ ਸਾਥੋਂ ਵੀ ਵੱਧ ਹੈ, ਡਾਕਟਰ ਮਾਰਟਿਮਰ ਨੇ ਕਿਹਾ। ਇਹੋ ਨਹੀਂ, ਹੋਮਸ ਨੇ ਕਿਹਾ, ਉਸ ਅਗਿਆਤ ਵਿਅਕਤੀ ਜਾਂ ਵਿਅਕਤੀਆਂ ਦੀ ਤੁਹਾਡੇ ਨਾਲ ਕੋਈ ਰੰਜਿਸ਼ ਵੀ ਨਹੀਂ ਲੱਗਦੀ ਕਿਉਂਕਿ ਉਹਨਾਂ ਤੁਹਾਨੂੰ ਖਤਰੇ ਪ੍ਰਤੀ ਸਾਵਧਾਨ ਕੀਤਾ ਹੈ। ਪਰ ਇਹ ਵੀ ਤਾਂ ਹੋ ਸਕਦਾ ਹੈ ਕਿ ਉਹ ਲੋਕ ਆਪਣੇ ਕਿਸੇ ਖਾਸ ਉਦੇਸ਼ ਕਰਕੇ ਮੈਨੂੰ ਡਰਾ ਕੇ ਭਜਾ ਦੇਣਾ ਚਾਹੁੰਦੇ ਹੋਣ। ਕਿਉਂ ਨਹੀਂ, ਲਾਜ਼ਮੀ ਤੌਰ 'ਤੇ ਇਸ ਗੱਲ ਦੀ ਵੀ ਪੂਰੀ ਸੰਭਾਵਨਾ ਹੈ, ਹੋਮਸ ਨੇ ਕਿਹਾ ਤੇ ਫਿਰ ਮਾਰਟਿਮਰ ਵੱਲ ਭਾਉਂਦਾ ਹੋਇਆ ਬੋਲਿਆ, ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹਾਂ ਡਾਕਟਰ ਮਾਰਟਿਮਰ ਕਿ ਤੁਸੀਂ ਮੇਰੇ ਕੋਲ ਇੱਕ ਅਜਿਹੀ ਦਿਲਚਸਪ ਸਮੱਸਿਆ ਲੈ ਕੇ ਆਏ ਜਿਹਦੇ ਇੱਕ ਨਹੀਂ ਕਈ ਅਨੋਖੇ ਪੱਖ ਨੇ। ਪਰ ਹੁਣ ਅਸੀਂ ਜਿਸ ਅਸਲੀ ਗੱਲ ਦਾ ਫੈਸਲਾ ਕਰਨਾ ਹੈ ਸਰ ਹੈਨਰੀ, ਉਹ ਇਹ ਹੈ ਕਿ ਤੁਹਾਡਾ ਬਾਸਕਰਵਿਲੇ ਹਾਲ ਜਾਣਾ ਮੁਨਾਸਿਬ ਹੋਏਗਾ ਜਾਂ ਨਹੀਂ। ਸਵਾਲ ਤਾਂ ਇਹ ਹੈ ਕਿ ਮੇਰਾ ਜਾਣਾ ਮੁਨਾਸਿਬ ਕਿਉਂ ਨਹੀਂ ਹੋਏਗਾ, ਕਿਉਂਕਿ ਉੱਥੇ ਖਤਰਾ ਹੋ ਸਕਦਾ ਹੈ। ਪਰ ਖਤਰਾ ਕਿਸ ਤੋਂ? ਕੀ ਖਾਨਦਾਨ ਦੇ ਦੁਸ਼ਮਣ ਉਸ ਪਿਸ਼ਾਚ ਤੋਂ ਜਾਂ ਫਿਰ ਕਿਸੇ ਇਨਸਾਨ ਤੋਂ? ਹੁਣ ਇਸੇ ਗੱਲ ਦਾ ਤਾਂ ਅਸੀਂ ਪਤਾ ਲਾਉਣਾ। ਕਿਸੇ ਵੱਲੋਂ ਵੀ ਖਤਰਾ ਕਿਉਂ ਨਾ ਹੋਏ, ਮੇਰਾ ਸਿਰਫ ਇੱਕੋ ਫੈਸਲਾ ਤੇ ਜਵਾਬ ਹੈ, ਜਹੰਨਮ 'ਚ ਕੋਈ ਪਿਸ਼ਾਚ ਅਜਿਹਾ ਨਹੀਂ ਮਿਸਟਰ ਹੋਮਸ, ਤੇ ਨਾ ਇਸ ਦੁਨੀਆ 'ਚ ਹੀ ਕੋਈ ਅਜਿਹਾ ਆਦਮੀ ਹੈ ਪੂਰੀ ਧਰਤੀ ਤੇ ਜਿਹੜਾ ਮੈਨੂੰ ਆਪਣੇ ਵਡੇਰਿਆਂ ਦੇ ਖਾਨਦਾਨੀ ਘਰ 'ਚ ਜਾਣ ਤੋਂ ਰੋਕ ਸਕੇ। ਤੇ ਤੁਸੀਂ ਇਹ ਸਮਝ ਲਓ ਕਿ ਇਹੀ ਮੇਰਾ ਆਖਰੀ ਜਵਾਬ ਹੈ। ਉਹਦੇ ਸੰਘਣੇ ਭਰਵੱਟੇ ਉਤੇਜਨਾ ਵਸ ਆਪੋ 'ਚ ਜੁੜ ਗਏ ਸਨ ਤੇ ਉਹਦਾ ਚਿਹਰਾ ਇਹ ਸਭ ਕਹਿੰਦਿਆਂ ਹੋਇਆਂ ਲਾਲ ਹੋ ਗਿਆ ਸੀ। ਸਾਫ਼ ਦਿਖਾਈ ਦੇ ਰਿਹਾ ਸੀ ਕਿ ਬਾਸਕਰਵਿਲਿਆ ਵਾਲਾ ਪ੍ਰਚੰਡ ਸੁਭਾਅ ਉਹਨਾਂ ਦੇ ਇਸ ਆਖਰੀ ਵੰਸ਼ਜ 'ਚੋਂ ਵੀ ਸਮਾਪਤ ਨਹੀਂ ਸੀ ਹੋਇਆ। ਹੁਣ ਤੱਕ ਤੁਸੀਂ ਜੋ ਕੁਝ ਵੀ ਮੈਨੂੰ ਦੱਸਿਆ ਉਸ ਉੱਪਰ ਸਹੀ ਢੰਗ ਨਾਲ ਵਿਚਾਰ ਕਰਨ ਦਾ ਸਮਾਂ ਤਾਂ ਮੈਨੂੰ ਮਿਲ ਨਹੀਂ ਸਕਿਆ ਕਿਉਂਕਿ ਮਾਮਲਾ ਇੰਨਾ ਵੱਡਾ ਤੇ ਗੰਭੀਰ ਹੈ ਕਿ ਕੋਈ ਵੀ ਆਦਮੀ ਇਹਨੂੰ ਸੁਣਨ ਪਿੱਛੋਂ ਫੌਰਨ ਹੀ ਕਿਸੇ ਫੈਸਲੇ ਤੇ ਨਹੀਂ ਪਹੁੰਚ ਸਕਦਾ। ਵੈਸੇ ਇੰਨੀ ਛੇਤੀ ਇਹ ਪੂਰੀ ਤਰ੍ਹਾਂ ਸਮਝ 'ਚ ਵੀ ਨਹੀਂ ਆ ਸਕਦਾ। ਇਸ ਲਈ ਮੈਂ ਚਾਹੁੰਦਾ ਕਿ ਮੈਨੂੰ ਇਸ 'ਤੇ ਵਿਚਾਰ ਕਰਨ ਲਈ ਕਮ ਸੇ ਕਮ 1 ਘੰਟਾ ਤਾਂ ਦਿੱਤਾ ਜਾਏ ਤਾਂ ਕਿ ਮੈਂ ਇਕਾਂਤ 'ਚ ਇਸ 'ਤੇ ਗੰਭੀਰਤਾ ਨਾਲ ਮਨਨ ਕਰ ਸਕਾਂ। ਤਾਂ ਤੁਹਾਨੂੰ ਇਕਾਂਤ ਚਾਹੀਦੀ ਹੈ? ਜੀ ਹਾਂ ਮਿਸਟਰ ਹੋਮਸ, ਤੇ ਇਸ ਲਈ ਮੈਂ ਹੁਣ ਆਪਣੇ ਹੋਟਲ ਜਾਣਾ ਚਾਹੁੰਦਾ। ਕੀ ਇਹ ਚੰਗਾ ਨਹੀਂ ਰਹੇਗਾ ਕਿ ਤੁਸੀਂ ਤੇ ਤੁਹਾਡੇ ਮਿੱਤਰ ਡਾਕਟਰ ਵਾਟਸਨ ਹੋਟਲ ਆ ਜਾਣ ਤਾਂ ਕਿ ਅਸੀਂ ਸਾਰੇ 2 ਵਜੇ ਇਕੱਠੇ ਲੰਚ ਕਰ ਸਕੀਏ। ਉਦੋਂ ਤੱਕ ਮੈਂ ਤੁਹਾਨੂੰ ਸਪਸ਼ਟ ਦੱਸ ਦਿਆਂਗਾ ਕਿ ਇਸ ਮਾਮਲੇ 'ਤੇ ਸੋਚ ਵਿਚਾਰ ਕਰਕੇ ਮੈਂ ਕੀ ਫੈਸਲਾ ਕੀਤਾ ਹੈ। ਦੱਸੋ ਵਾਟਸਨ, ਤੁਹਾਨੂੰ ਤਾਂ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਹੋਏਗੀ? ਕਤਈ ਨਹੀਂ। ਬਸ ਤਾਂ ਠੀਕ ਹੈ, ਹੋਮਸ ਨੇ ਸਰ ਹੈਨਰੀ ਨੂੰ ਕਿਹਾ। ਤੁਸੀਂ ਸਾਡੀ ਉਡੀਕ ਕਰਨਾ। ਕੀ ਮੈਂ ਤੁਹਾਡੇ ਲਈ ਬੱਗੀ ਮੰਗਵਾ ਲਿਆ? ਜੀ ਨਹੀਂ, ਕਿਉਂਕਿ ਮੈਂ ਅਜੇ ਕੁਝ ਪੈਦਲ ਹੀ ਚੱਲਣਾ ਚਾਹੁੰਦਾ। ਦਰਅਸਲ ਇਸ ਮਾਮਲੇ ਨੇ ਮੈਨੂੰ ਦੁਚਿੱਤੀ 'ਚ ਫਸਾ ਦਿੱਤਾ ਹੈ। ਮੈਂ ਵੀ ਤੁਹਾਡੇ ਨਾਲ ਹੀ ਚੱਲਦਾ, ਡਾਕਟਰ ਮਾਰਟਿਮਰ ਨੇ ਉਹਦੇ ਨਾਲ ਉੱਠਦਿਆਂ ਹੋਇਆਂ ਕਿਹਾ। ਬਸ ਤਾਂ ਫਿਰ ਅਸੀਂ ਠੀਕ 2 ਵਜੇ ਦੁਬਾਰਾ ਮਿਲਦੇ ਹਾਂ। ਹੁਣ ਇਜਾਜ਼ਤ ਦਿਓ। ਸਰ ਹੈਨਰੀ ਨੇ ਸਾਡੇ ਨਾਲ ਹੱਥ ਮਿਲਾ ਕੇ ਵਿਦਾ ਲਈ ਤੇ ਫਿਰ ਡਾਕਟਰ ਮਾਰਟਿਮਰ ਨਾਲ ਬਾਹਰ ਨਿਕਲ ਗਿਆ। ਅਸੀਂ ਉਹਨਾਂ ਦੇ ਪੌੜੀਆਂ ਉਤਰਦੇ ਹੋਏ ਪੈਰਾਂ ਦੀ ਆਵਾਜ਼ ਸੁਣੀ ਤੇ ਫਿਰ ਬਾਹਰੀ ਦਰਵਾਜ਼ੇ ਦੇ ਜ਼ੋਰ ਨਾਲ ਬੰਦ ਹੋਣ ਦਾ ਖੜਾਕ ਵੀ। ਅੱਖ ਦੇ ਫੋਰੇ 'ਚ ਹੋਮਸ ਦਿਵ ਸੁਪਨੇ ਦੇਖਣ ਵਾਲੇ ਆਦਮੀ ਦੀ ਬਜਾਏ ਬੜਾ ਹੀ ਕਿਰਿਆਸ਼ੀਲ ਨਜ਼ਰ ਆਉਣ ਲੱਗਾ। ਆਪਣੇ ਹੈਟ ਤੇ ਬੂਟ ਪਾਓ ਵਾਟਸਨ, ਜਲਦੀ ਕਰੋ, ਸਾਡੇ ਕੋਲ ਗੁਆਉਣ ਲਈ ਇੱਕ ਛਿਣ ਵੀ ਨਹੀਂ। ਇਹ ਕਹਿੰਦਾ ਹੋਇਆ ਉਹ ਕਾਹਲ ਨਾਲ ਆਪਣੇ ਕਮਰੇ 'ਚ ਵੜ ਗਿਆ ਤੇ ਫੌਰਨ ਹੀ ਆਪਣੇ ਡਰੈਸਿੰਗ ਗਾਊਨ ਦੀ ਜਗ੍ਹਾ ਕੋਟ ਆਦਿ ਪਾ ਕੇ ਬਾਹਰ ਨਿਕਲ ਆਇਆ। ਉਦੋਂ ਤੱਕ ਮੈਂ ਵੀ ਤਿਆਰ ਹੋ ਚੁੱਕਿਆ ਸੀ। ਅਸੀਂ ਕਾਹਲ ਨਾਲ ਪੌੜੀਆਂ ਉਤਰ ਕੇ ਬਾਹਰ ਗਲੀ 'ਚ ਪਹੁੰਚੇ। ਡਾਕਟਰ ਮਾਰਟਿਮਰ ਤੇ ਬਾਸਕਰਵਿਲੇ ਦੋਵੇਂ ਸਾਥੋਂ ਲਗਭਗ 200 ਗਜ਼ ਦੀ ਦੂਰੀ 'ਤੇ ਜਾਂਦੇ ਹੋਏ ਦਿਖਾਈ ਦਿੱਤੇ। ਉਹ ਆਕਸਫੋਰਡ ਸਟਰੀਟ ਵੱਲ ਜਾ ਰਹੇ ਸੀ। ਕੀ ਮੈਂ ਦੌੜ ਕੇ ਉਹਨਾਂ ਨੂੰ ਰੋਕਾਂ? ਨਹੀਂ ਮੇਰੇ ਪਿਆਰੇ ਵਾਟਸਨ, ਕਿਸੇ ਕੀਮਤ 'ਤੇ ਵੀ ਨਹੀਂ, ਉਹਨੇ ਜਵਾਬ ਦਿੱਤਾ। ਜੇ ਤੁਸੀਂ ਮੇਰੇ ਸਾਥ ਕਰਕੇ ਪਰੇਸ਼ਾਨ ਨਹੀਂ ਹੋ ਤਾਂ ਮੈਂ ਤੁਹਾਡੇ ਸਾਥ ਕਰਕੇ ਪੂਰੀ ਤਰ੍ਹਾਂ ਸੰਤੁਸ਼ਟ ਹਾਂ।
ਸਾਡੇ ਦੋਸਤ ਵਾਕਈ ਬੜੇ ਅਕਲਮੰਦ ਨੇ, ਕਿਉਂਕਿ ਪੈਦਲ ਚੱਲਣ ਲਈ ਅੱਜ ਦੀ ਸਵੇਰ ਸੱਚਮੁੱਚ ਬੜੀ ਸ਼ਾਨਦਾਰ ਹੈ। ਕਹਿੰਦੇ ਨਾਲ ਹੀ ਉਹਨੇ ਆਪਣੀ ਚਾਲ ਤੇਜ਼ ਕਰ ਦਿੱਤੀ ਤੇ ਅਸੀਂ ਉਦੋਂ ਤੱਕ ਤੇਜ਼ ਗਤੀ ਨਾਲ ਤੁਰਦੇ ਰਹੇ ਜਦੋਂ ਤੱਕ ਵਿਚਕਾਰਲਾ ਫਾਸਲਾ ਅੱਧਾ ਨਹੀਂ ਰਹਿ ਗਿਆ। ਤੇ ਉਦੋਂ ਜਦੋਂ ਕਿ ਫਾਸਲਾ ਲਗਭਗ 100 ਗਜ਼ ਦਾ ਰਹਿ ਗਿਆ, ਅਸੀਂ ਉਹਨਾਂ ਦਾ ਪਿੱਛਾ ਕਰਦੇ ਹੋਏ ਆਕਸਫੋਰਡ ਸਟਰੀਟ 'ਚ ਜਾ ਪਹੁੰਚੇ ਤੇ ਉਹਨੂੰ ਪਾਰ ਕਰਨ ਪਿੱਛੋਂ ਰੀਜੈਂਟ ਸਟਰੀਟ ਵਿੱਚ। ਇੱਕ ਵਾਰੀ ਸਾਡੇ ਦੋਸਤ ਰੁਕੇ, ਇੱਕ ਦੁਕਾਨ ਦੀ ਸ਼ੋਅ ਵਿੰਡੋ 'ਚ ਕੁਝ ਦੇਖਣ ਲੱਗੇ। ਹੋਮਸ ਵੀ ਉਵੇਂ ਕੀਤਾ, ਨੇੜੇ ਵਾਲੀ ਇੱਕ ਦੁਕਾਨ ਦੀ ਸ਼ੋਅ ਵਿੰਡੋ ਵੱਲ ਮੂੰਹ ਕਰਕੇ ਖੜਾ ਹੋ ਗਿਆ। ਇੱਕ ਛਿਣ ਬਾਅਦ ਹੀ ਉਹਨੇ ਆਪਣੇ ਗਲ ਵਿੱਚੋਂ ਕੁਝ ਸੰਤੋਖਪੂਰਨ ਆਵਾਜ਼ਾਂ ਕੱਢਦਿਆਂ ਹੋਇਆਂ ਨਜ਼ਰ ਘੁਮਾਈਆਂ। ਮੈਂ ਵੀ ਆਪਣੀਆਂ ਅੱਖਾਂ ਨਾਲ ਉਹਦੀਆਂ ਉਤਸੁਕ ਨਜ਼ਰਾਂ ਦਾ ਪਿੱਛਾ ਕੀਤਾ ਤੇ ਦੇਖਿਆ ਇੱਕ ਘੋੜਾ ਗੱਡੀ ਵਿੱਚ ਇੱਕ ਆਦਮੀ ਬੈਠਾ ਹੋਇਆ ਸੀ, ਜਿਹੜਾ ਸੜਕ ਦੇ ਕਿਨਾਰੇ ਥੋੜ੍ਹੀ ਦੇਰ ਰੁਕਣ ਪਿੱਛੋਂ ਫਿਰ ਅੱਗੇ ਵਧਣ ਲੱਗਾ ਸੀ, ਪਰ ਉਹਦੀ ਰਫ਼ਤਾਰ ਘੱਟ ਸੀ। ਆਜੋ ਵਾਟਸਨ, ਇਹੀ ਹੈ ਸਾਡਾ ਸ਼ਿਕਾਰ, ਹੋਮਸ ਨੇ ਬੇਤਾਬੀ ਨਾਲ ਕਿਹਾ। ਜੇ ਇਸ ਵੇਲੇ ਅਸੀਂ ਹੋਰ ਕੁਝ ਨਹੀਂ ਕਰ ਸਕਦੇ, ਕਮ ਸੇ ਕਮ ਉਹਨੂੰ ਚੰਗੀ ਤਰ੍ਹਾਂ ਦੇਖ ਤਾਂ ਸਕਦੇ ਹਾਂ। ਠੀਕ ਉਸੇ ਛਿਣ ਮੈਂ ਉਸ ਸੰਘਣੀ ਕਾਲੀ ਦਾੜੀ ਵਾਲੇ ਆਦਮੀ ਨੂੰ ਦੇਖਿਆ, ਜਿਹਦੀਆਂ ਇੱਕ ਜੋੜਾ ਤਿੱਖੀਆਂ ਅੱਖਾਂ ਸਾਡੇ ਵੱਲ ਘੁੰਮ ਗਈਆਂ ਸਨ। ਉਹ ਬੱਗੀ ਦੀ ਸਾਈਡ ਖਿੜਕੀ 'ਚੋਂ ਝਾਕ ਰਿਹਾ ਸੀ। ਅਗਲੇ ਹੀ ਛਿਣ ਬੱਗੀ ਦੀ ਛੱਤ ਦਾ ਗੁਪਤ ਦਰਵਾਜ਼ਾ ਉੱਪਰ ਵੱਲ ਖੁੱਲ੍ਹਿਆ ਤੇ ਤਿੱਖੀ ਆਵਾਜ਼ 'ਚ ਕੋਚਵਾਨ ਨੂੰ ਕੁਝ ਕਿਹਾ ਗਿਆ। ਉਹਦੇ ਨਾਲ ਹੀ ਬੱਗੀ ਯਕਦਮ ਤੇਜ਼ੀ ਨਾਲ ਦੌੜਦੀ ਹੋਈ ਰੀਜੈਂਟ ਸਟਰੀਟ ਵਿੱਚੋਂ ਬਾਹਰ ਨਿਕਲ ਗਈ। ਹੋਮਸ ਨੇ ਬੇਤਾਬੀ ਨਾਲ ਆਪਣੀਆਂ ਨਜ਼ਰਾਂ ਦੂਜੀ ਬੱਗੀ ਦੀ ਭਾਲ 'ਚ ਇੱਧਰ ਉੱਧਰ ਦੌੜਾਈਆਂ, ਪਰ ਕੋਈ ਖਾਲੀ ਬੱਗੀ ਦਿਖਾਈ ਨਾ ਦਿੱਤੀ। ਅਗਲੇ ਛਿਣ ਉਹ ਟ੍ਰੈਫਿਕ ਦੀ ਭੀੜ 'ਚੋਂ ਤੇਜ਼ੀ ਨਾਲ ਦੌੜਦਾ ਹੋਇਆ ਬੱਗੀ ਦੇ ਪਿੱਛੇ ਭੱਜਿਆ, ਪਰ ਬੱਗੀ ਉਦੋਂ ਤੱਕ ਕਾਫੀ ਦੂਰ ਜਾ ਕੇ ਅੱਖਾਂ ਤੋਂ ਓਹਲੇ ਹੋ ਗਈ ਸੀ। ਹੱਦ ਹੋ ਗਈ। ਹਫੇ ਹੋਏ ਨਿਰਾਸ਼ ਹੋਮਸ ਨੇ ਵਾਹਨਾਂ ਦੀ ਭੀੜ 'ਚੋਂ ਵਾਪਸ ਆ ਕੇ ਕੁਸੈਲੀ ਆਵਾਜ਼ 'ਚ ਕਿਹਾ, ਕੀ ਕਦੇ ਕਿਸਮਤ ਇੰਨੀ ਮਾੜੀ ਵੀ ਹੋ ਸਕਦੀ ਹੈ ਤੇ ਇੰਨੀ ਜ਼ਬਰਦਸਤ ਭੁੱਲ ਹੋ ਸਕਦੀ ਹੈ? ਇਹ ਤਾਂ ਵਾਕਈ ਹੱਦ ਹੋ ਗਈ ਵਾਟਸਨ। ਜੇ ਤੁਸੀਂ ਵਾਕਈ ਇੱਕ ਇਮਾਨਦਾਰ ਆਦਮੀ ਹੋ ਤਾਂ ਤੁਸੀਂ ਇਸ ਕਿੱਸੇ ਦਾ ਰਿਕਾਰਡ ਲਿਖਣ ਸਮੇਂ ਮੇਰੀ ਇਸ ਅਸਫਲਤਾ ਦਾ ਜ਼ਿਕਰ ਵੀ ਜ਼ਰੂਰ ਕਰਨਾ। ਉਹ ਆਦਮੀ ਕੌਣ ਸੀ? ਮੈਨੂੰ ਨਹੀਂ ਪਤਾ। ਕੀ ਕੋਈ ਸੂਈਆ ਸੀ? ਹੁਣ ਇਹ ਗੱਲ ਤਾਂ ਜ਼ਾਹਰ ਹੀ ਹੈ, ਕਿਉਂਕਿ ਹੈਨਰੀ ਬਾਸਕਰਵਿਲੇ ਦੇ ਬਿਆਨ ਤੋਂ ਪਤਾ ਲੱਗਦਾ ਹੈ ਜਦੋਂ ਦਾ ਉਹ ਇਸ ਸ਼ਹਿਰ 'ਚ ਆਇਆ ਹੈ ਉਦੋਂ ਦੀ ਉਹਦੀ ਕਰੜੀ ਨਿਗਰਾਨੀ ਕੀਤੀ ਜਾ ਰਹੀ ਹੈ। ਵਰਨਾ ਇਹ ਗੱਲ ਕਿਸੇ ਨੂੰ ਇੰਨੀ ਜਲਦੀ ਕਿੰਝ ਪਤਾ ਲੱਗ ਜਾਂਦੀ ਕਿ ਉਹਨੇ ਠਹਿਰਨ ਲਈ ਨਾਰਥੰਬਰਲੈਂਡ ਹੋਟਲ ਚੁਣਿਆ? ਇਹ ਤਾਂ ਤੁਸੀਂ ਠੀਕ ਕਹਿ ਰਹੇ ਹੋ। ਜੇ ਉਹਦਾ ਪਹਿਲੇ ਦਿਨ ਤੋਂ ਹੀ ਪਿੱਛਾ ਕੀਤਾ ਜਾ ਰਿਹਾ ਹੁੰਦਾ ਤਾਂ ਮੈਂ ਮਨ 'ਚ ਵਿਚਾਰ ਕੀਤਾ ਕਿ ਦੂਜੇ ਦਿਨ ਵੀ ਜਾਏਗਾ। ਤੁਸੀਂ ਸ਼ਾਇਦ ਧਿਆਨ ਦਿੱਤਾ ਹੋਵੇਗਾ ਜਦੋਂ ਡਾਕਟਰ ਮਾਰਟੀਮਰ ਆਪਣੀ ਉਹ ਵਿਚਿੱਤਰ ਕਥਾ ਸੁਣਾ ਰਿਹਾ ਸੀ ਤਾਂ ਮੈਂ 2 ਵਾਰੀ ਟਹਿਲਦਾ ਹੋਇਆ ਖਿੜਕੀ ਤੱਕ ਗਿਆ ਸੀ। ਹਾਂ, ਮੈਨੂੰ ਯਾਦ ਹੈ। ਮੈਨੂੰ ਭਾਲ ਸੀ ਕਿਸੇ ਅਜਿਹੇ ਆਦਮੀ ਦੀ ਜਿਹੜਾ ਗਲੀ 'ਚ ਬਿਨਾਂ ਮਕਸਦ ਘੁੰਮ ਰਿਹਾ ਹੋਏ, ਪਰ ਮੈਨੂੰ ਕੋਈ ਵਿਖਾਈ ਨਹੀਂ ਦਿੱਤਾ। ਸਾਡਾ ਪਾਲਾ ਇੱਕ ਬੜੇ ਚਲਾਕ ਆਦਮੀ ਨਾਲ ਪਿਆ ਵਾਟਸਨ। ਇਹ ਮਾਮਲਾ ਕੁਝ ਬਹੁਤਾ ਹੀ ਜ਼ਿਆਦਾ ਡੂੰਘਾ ਹੁੰਦਾ ਜਾ ਰਿਹਾ। ਹਾਲਾਂਕਿ ਮੈਂ ਅਜੇ ਕਿਸੇ ਨਤੀਜੇ 'ਤੇ ਨਹੀਂ ਪਹੁੰਚਿਆ ਕਿ ਇਹ ਖੱਤ ਕਿਹਨੇ ਭੇਜਿਆ ਹੈ। ਉਹ ਕੋਈ ਦੋਸਤ ਹੈ ਜਾਂ ਦੁਸ਼ਮਣ, ਪਰ ਉਹਦੀਆਂ ਗਤੀਵਿਧੀਆਂ ਨੂੰ ਕਾਫੀ ਹੱਦ ਤੱਕ ਸਮਝ ਲਿਆ ਸੀ ਮੈਂ। ਇਸ ਲਈ ਜਦੋਂ ਸਾਡੇ ਦੋਸਤ ਵਿਦਾ ਲੈ ਕੇ ਬਾਹਰ ਨਿਕਲੇ ਤਾਂ ਮੈਂ ਇਸ ਆਸ ਨਾਲ ਤੁਰੰਤ ਉਹਨਾਂ ਦਾ ਪਿੱਛਾ ਕੀਤਾ ਕਿ ਸ਼ਾਇਦ ਉਹਨਾਂ ਦੀ ਨਿਗਰਾਨੀ ਕਰਨ ਵਾਲਾ ਮੈਨੂੰ ਨਜ਼ਰ ਆ ਜਾਏ। ਪਰ ਉਹ ਇੰਨਾ ਚਲਾਕ ਨਿਕਲਿਆ ਕਿ ਉਹਨੇ ਉਹਨਾਂ ਦਾ ਪੈਦਲ ਪਿੱਛਾ ਨਹੀਂ ਕੀਤਾ, ਬਲਕਿ ਇੱਕ ਬੱਗੀ ਕਿਰਾਏ 'ਤੇ ਲੈ ਲਈ, ਜਿਸ 'ਚ ਬੈਠ ਕੇ ਹੌਲੀ ਹੌਲੀ ਮਟਰ ਗਸ਼ਤੀ ਕਰਦਾ ਹੋਇਆ ਵੀ ਉਹ ਪਿੱਛਾ ਕਰ ਸਕਦਾ ਸੀ। ਉਹਨਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਜਦੋਂ ਉਹ ਚਾਹੁੰਦਾ ਬੱਗੀ ਦੌੜਾ ਕੇ ਉਹਨਾਂ ਦੀਆਂ ਅੱਖਾਂ ਤੋਂ ਓਹਲੇ ਹੋ ਸਕਦਾ ਸੀ। ਬੱਗੀ ਲੈਣ 'ਚ ਉਹਨੂੰ ਇੱਕ ਹੋਰ ਫਾਇਦਾ ਸੀ। ਜੇ ਉਹ ਲੋਕ ਪੈਦਲ ਚੱਲ ਦੀ ਬਜਾਏ ਕਿਸੇ ਬੱਗੀ 'ਚ ਸਵਾਰ ਹੋ ਜਾਂਦੇ ਤਾਂ ਵੀ ਉਹਨੂੰ ਕੋਈ ਪਰੇਸ਼ਾਨੀ ਨਾ ਹੁੰਦੀ। ਪਹਿਲਾਂ ਹੀ ਬੱਗੀ 'ਚ ਸਵਾਰ ਹੋਣ ਕਰਕੇ ਉਹ ਹਰ ਢੰਗ ਨਾਲ ਉਹਨਾਂ ਦਾ ਪਿੱਛਾ ਕਰਨ ਲਈ ਤਿਆਰ ਸੀ। ਪਰ ਇਸ ਅਕਲਮੰਦੀ ਦੇ ਬਾਵਜੂਦ ਇੱਕ ਗਲਤੀ ਉਸ ਤੋਂ ਹੋ ਗਈ, ਯਾਨੀ ਉਹ ਬੱਗੀ ਦੇ ਕੋਚਵਾਨ ਦੀਆਂ ਨਜ਼ਰਾਂ 'ਚ ਤਾਂ ਆ ਹੀ ਗਿਆ। ਬਿਲਕੁਲ ਸਹੀ ਕਿਹਾ ਤੁਸੀਂ। ਪਰ ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਬੱਗੀ ਦਾ ਨੰਬਰ ਨਹੀਂ ਦੇਖ ਸਕੇ। ਹੁਣ ਯਾਰ ਵਾਟਸਨ, ਮੰਨਿਆ ਕਿ ਮੈਂ ਸੁਸਤ ਹਾਂ, ਪਰ ਮੈਨੂੰ ਇਹ ਉਮੀਦ ਨਹੀਂ ਸੀ ਕਿ ਤੁਸੀਂ ਮੈਨੂੰ ਇੰਨਾ ਮੂਰਖ ਸਮਝ ਰਹੇ ਹੋਗੇ ਕਿ ਮੈਂ ਨੰਬਰ ਨੋਟ ਨਾ ਕਰਨ ਵਾਲੀ ਭੁੱਲ ਕਰਾਂਗਾ। ਤਾਂ ਕਿ ਤੁਸੀਂ ਨੰਬਰ ਨੋਟ ਕਰ ਲਿਆ? ਬਿਲਕੁਲ। ਜਿਸ ਬੱਗੀ 'ਚ ਸਾਡਾ ਸ਼ਿਕਾਰ ਸੀ ਉਹਦਾ ਨੰਬਰ ਹੈ 2704। ਪਰ ਹੁਣ ਇਸ ਵੇਲੇ ਤਾਂ ਇਸ ਜਾਣਕਾਰੀ ਦਾ ਸਾਨੂੰ ਕੋਈ ਫਾਇਦਾ ਨਹੀਂ। ਮੈਂ ਥੋੜ੍ਹੀ ਜਿਹੀ ਸਾਵਧਾਨੀ ਵਰਤੀ ਹੁੰਦੀ ਤਾਂ ਨਤੀਜਾ ਹੋਰ ਹੀ ਹੁੰਦਾ। ਮੇਰੀ ਸਮਝ 'ਚ ਨਹੀਂ ਆ ਰਿਹਾ ਕਿ ਅਸੀਂ ਇਹਨਾਂ ਹਾਲਤਾਂ 'ਚ ਇਹਦੇ ਇਲਾਵਾ ਹੋਰ ਕੀ ਕਰ ਸਕਦੇ ਸੀ। ਬੜਾ ਕੁਝ ਕਰ ਸਕਦੇ ਸੀ। ਬੱਗੀ ਨਜ਼ਰ ਆਉਂਦੀ ਹੈ ਮੈਨੂੰ ਫੌਰਨ ਮੁੜ ਕੇ ਦੂਜੇ ਪਾਸੇ ਚੱਲ ਪੈਣਾ ਚਾਹੀਦਾ ਸੀ, ਫਿਰ ਪੈਦਲ ਹੀ ਬੱਗੀ ਦਾ ਪਿੱਛਾ ਕਰਦਾ। ਇਸ ਦੌਰਾਨ ਕੋਈ ਨਾ ਕੋਈ ਖਾਲੀ ਬੱਗੀ ਵੀ ਮਿਲ ਜਾਂਦੀ, ਬਸ ਫਿਰ ਮੈਂ ਇੱਕ ਖਾਸ ਫਾਸਲੇ ਤੋਂ ਅਗਲੀ ਬੱਗੀ ਦਾ ਉਸੇ ਤਰੀਕੇ ਨਾਲ ਪਿੱਛਾ ਕਰ ਸਕਦਾ ਸੀ, ਬਲਕਿ ਉਸ ਬੱਗੀ 'ਚ ਉਹਨਾਂ ਲੋਕਾਂ ਤੋਂ ਪਹਿਲਾਂ ਨਾਰਥੰਬਰਲੈਂਡ ਹੋਟਲ ਪਹੁੰਚ ਕੇ ਉਹਨਾਂ ਦੀ ਉਡੀਕ ਕਰ ਸਕਦਾ ਸੀ। ਤੇ ਜਦੋਂ ਸਾਡਾ ਅਣਜਾਣ ਸੂਈਆ ਹੈਨਰੀ ਬਾਸਕਰਵਿਲੇ ਦਾ ਪਿੱਛਾ ਕਰਦਾ ਹੋਇਆ ਉੱਥੇ ਪਹੁੰਚਦਾ ਤੇ ਅਸੀਂ ਉਹਦੀ ਤਰਕੀਬ ਉਸੇ ਤੇ ਅਜਮਾਉਂਦੇ।
ਤੇ ਉਹਦਾ ਪਿੱਛਾ ਕਰਦੇ ਤੇ ਇਹ ਪਤਾ ਲਾਉਂਦੇ ਕਿ ਉਹ ਕਿੱਥੇ ਜਾਂਦਾ ਹੈ। ਪਰ ਜ਼ਰਾ ਜਿੰਨੀ ਜਲਦਬਾਜ਼ੀ ਕਰਕੇ ਸਾਰਾ ਕੰਮ ਵਿਗੜ ਗਿਆ ਤੇ ਅਸੀਂ ਆਪਣੇ ਚਲਾਕ ਪ੍ਰਤੀਦਵੰਦੀ ਦੀਆਂ ਨਜ਼ਰਾਂ 'ਚ ਆ ਗਏ, ਜਿਸ ਕਰਕੇ ਉਹ ਯਕਦਮ ਉੜਨ ਛੂ ਹੋ ਗਿਆ। ਇਸ ਦੌਰਾਨ ਅਸੀਂ ਆਪਸ 'ਚ ਗੱਲਾਂ ਕਰਦੇ ਹੋਏ ਹੌਲੀ-ਹੌਲੀ ਰੀਜੈਂਟ ਸਟਰੀਟ ਵਿੱਚੋਂ ਲੰਘ ਰਹੇ ਸੀ। ਇਸੇ ਦੌਰਾਨ ਡਾਕਟਰ ਮਾਰਟਿਮਰ ਵੀ ਆਪਣੇ ਸਾਥੀ ਨਾਲੋਂ ਉੱਥੋਂ ਗਾਇਬ ਹੋ ਚੁੱਕਿਆ ਸੀ। ਹੁਣ ਉਹਨਾਂ ਲੋਕਾਂ ਦੇ ਪਿੱਛੇ ਜਾਣ ਦਾ ਕੋਈ ਫਾਇਦਾ ਨਹੀਂ, ਹੋਮਸ ਨੇ ਕਿਹਾ। ਸਾਡਾ ਸ਼ਿਕਾਰ ਤਾਂ ਹੱਥੋਂ ਨਿਕਲ ਹੀ ਚੁੱਕਿਆ ਤੇ ਫਿਲਹਾਲ ਵਾਪਸ ਵੀ ਕੀ ਆਏਗਾ। ਤਾਂ ਹੁਣ ਕੀ ਕਰਨ ਦਾ ਇਰਾਦਾ? ਹੁਣ ਤਾਂ ਬਸ ਇਹੀ ਕੀਤਾ ਜਾ ਸਕਦਾ ਕਿ ਤਾਸ਼ ਦੇ ਜਿਹੜੇ ਵੀ ਪੱਤੇ ਸਾਡੇ ਹੱਥ 'ਚ ਨੇ ਉਹਨਾਂ ਨੂੰ ਪੂਰੀ ਹੁਸ਼ਿਆਰੀ ਨਾਲ ਖੇਡਿਆ ਜਾਏ। ਮੇਰੇ ਖਿਆਲ 'ਚ ਤੁਸੀਂ ਉਸ ਬੱਗੀ ਵਾਲੇ ਆਦਮੀ ਦੇ ਚਿਹਰੇ ਨੂੰ ਤਾਂ ਚੰਗੀ ਤਰ੍ਹਾਂ ਦੇਖ ਲਿਆ ਹੋਏਗਾ। ਮੈਂ ਸਿਰਫ ਉਹਦੀ ਦਾੜੀ ਵੇਖੀ ਹੈ। ਮੈਂ ਵੀ ਸਿਰਫ ਉਹਦੀ ਦਾੜੀ ਦੇਖ ਸਕਿਆ ਤੇ ਵਧੇਰੇ ਸੰਭਾਵਨਾ ਇਸ ਗੱਲ ਦੀ ਹੈ ਕਿ ਉਹ ਦਾੜੀ ਵੀ ਨਕਲੀ ਹੋਏਗੀ। ਇੱਕ ਚਲਾਕ ਆਦਮੀ ਜੇ ਕਿਸੇ ਦਾ ਪਿੱਛਾ ਕਰਨ ਵਰਗੇ ਨਾਜ਼ੁਕ ਕੰਮ ਤੇ ਨਿਕਲਦਾ ਹੈ ਤਾਂ ਉਹਦੀ ਨਕਲੀ ਦਾੜੀ ਲਾਉਣ ਦਾ ਸਿਰਫ ਇੱਕੋ ਉਦੇਸ਼ ਹੁੰਦਾ ਹੈ ਕਿ ਉਹਦੇ ਪਿੱਛੇ ਆਪਣਾ ਅਸਲੀ ਚਿਹਰਾ ਲੁਕਾ ਲਏ। ਆਓ ਵਾਟਸਨ, ਇੱਧਰ ਆਓ। ਕਹਿੰਦੇ ਨਾਲ ਹੀ ਉਹ ਇੱਕ ਡਿਸਟ੍ਰਿਕਟ ਮੈਸੇਂਜਰ ਦੇ ਆਫਿਸ ਵਿੱਚ ਵੜ ਗਿਆ, ਜਿੱਥੇ ਮੈਨੇਜਰ ਨੇ ਉਹਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਕਹੋ ਵਿਲਸਨ, ਕੈਸੇ ਹੋ? ਮੇਰਾ ਖਿਆਲ ਹੈ ਕਿ ਤੁਸੀਂ ਉਸ ਮਾਮੂਲੀ ਜਿਹੇ ਕੇਸ ਨੂੰ ਅਜੇ ਭੁੱਲੇ ਨਹੀਂ ਹੋਵੋਗੇ ਜਿਸ 'ਚ ਮੈਨੂੰ ਤੁਹਾਡੀ ਮਦਦ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਨਹੀਂ ਸਰ, ਉਹਨੂੰ ਮੈਂ ਭਲਾ ਕਿਵੇਂ ਭੁੱਲ ਸਕਦਾ? ਤੁਸੀਂ ਸਿਰਫ ਮੇਰੀ ਇੱਜ਼ਤ ਹੀ ਨਹੀਂ ਬਲਕਿ ਸ਼ਾਇਦ ਮੇਰੀ ਜ਼ਿੰਦਗੀ ਨੂੰ ਵੀ ਬਚਾ ਲਿਆ ਸੀ, ਵਰਨਾ ਮੇਰੇ ਕੋਲ ਤਾਂ ਆਤਮ ਹੱਤਿਆ ਕਰਨ ਦੇ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਸੀ ਰਿਹਾ। ਤੁਸੀਂ ਤਾਂ ਯਾਰ ਮਾਮਲੇ ਨੂੰ ਬੜਾ ਵਧਾ ਚੜਾ ਕੇ ਕਹਿ ਰਹੇ ਹੋ। ਵੈਸੇ ਵਿਲਸਨ, ਮੈਨੂੰ ਕੁਛ ਯਾਦ ਹੈ। ਤੁਹਾਡੇ ਕੋਲ ਇੱਕ ਕਾਰਟਰਾਈਟ ਨਾਂ ਦਾ ਮੁੰਡਾ ਹੁੰਦਾ ਸੀ। ਉਹਨੇ ਇਸ ਮਾਮਲੇ ਦੀ ਛਾਣਬੀਨ ਦੌਰਾਨ ਕਾਫੀ ਹੁਸ਼ਿਆਰੀ ਤੇ ਅਕਲਮੰਦੀ ਦਾ ਸਬੂਤ ਦਿੱਤਾ ਸੀ। ਹਾਂਜੀ ਸਰ, ਉਹ ਹੁਣ ਵੀ ਸਾਡੇ ਇੱਥੇ ਕੰਮ ਕਰ ਰਿਹਾ। ਕੀ ਤੁਸੀਂ ਉਹਨੂੰ ਬੁਲਾ ਸਕਦੇ ਹੋ? ਬੜੀ ਮਿਹਰਬਾਨੀ ਹੋਏਗੀ। ਨਾਲ ਹੀ ਜ਼ਰਾ ਇਸ 5 ਪਾਉਂਡ ਦੇ ਨੋਟ ਨੂੰ ਖੁੱਲ੍ਹਾ ਵੀ ਕਰਵਾ ਦੇਣਾ। 14-15 ਸਾਲ ਦਾ ਇੱਕ ਚੁਸਤ ਦਰੁਸਤ ਮੁੰਡਾ ਮੈਨੇਜਰ ਦਾ ਹੁਕਮ ਮਿਲਦੇ ਉੱਥੇ ਹਾਜ਼ਰ ਹੋ ਗਿਆ ਤੇ ਹੁਣ ਬੜੇ ਆਦਰ ਨਾਲ ਆਪਣੀਆਂ ਚਮਕੀਲੀਆਂ ਅੱਖਾਂ ਨਾਲ ਉਸ ਪ੍ਰਸਿੱਧ ਜਸੂਸ ਨੂੰ ਦੇਖ ਰਿਹਾ ਸੀ। ਜ਼ਰਾ ਮੈਨੂੰ ਹੋਟਲ ਡਾਇਰੈਕਟਰੀ ਦਿਓ, ਹੋਮਸ ਨੇ ਕਿਹਾ। ਥੈਂਕ ਯੂ। ਹਾਂ ਤਾਂ ਕਾਰਟਰਾਈਟ, ਇਹ ਦੇਖੋ, ਇਹ ਚੇਰਿੰਗ ਕ੍ਰਾਸ ਇਲਾਕੇ 'ਚ ਉਹਦੇ ਇਰਦ ਗਿਰਦ ਕੁੱਲ ਮਿਲਾ ਕੇ 23 ਹੋਟਲ ਨੇ। ਦੇਖ ਰਹੇ ਹੋ ਨਾ ਤੁਸੀਂ? ਹਾਂਜੀ। ਤੁਸੀਂ ਵਾਰੀ-ਵਾਰੀ ਇਹਨਾਂ ਸਾਰੇ ਹੋਟਲਾਂ 'ਚ ਜਾਣਾ ਹੈ, ਸਮਝ ਗਏ ਨਾ? ਹਾਂਜੀ। ਜਿਸ ਹੋਟਲ 'ਚ ਵੀ ਜਾਓ ਉਹਦੇ ਬਾਹਰੀ ਪੋਰਟਰ ਨੂੰ ਤੁਸੀਂ ਸਭ ਤੋਂ ਪਹਿਲਾਂ 1 ਸ਼ਿਲਿੰਗ ਦਾ ਸਿੱਕਾ ਦੇਣਾ। ਇਹ ਲਓ ਪੂਰੇ 23 ਸ਼ਿਲਿੰਗ ਗਿਣ ਲਓ। ਹਾਂਜੀ। ਤੁਸੀਂ ਹਰ ਹੋਟਲ ਦੇ ਪੋਰਟਰ ਨੂੰ ਕਹਿਣਾ ਹੈ ਕਿ ਕੱਲ੍ਹ ਦੇ ਵੇਸਟ ਪੇਪਰ ਦਾ ਕੂੜਾ ਦੇਖਣਾ ਹੈ। ਜੇ ਉਹ ਕਾਰਨ ਪੁੱਛੇ ਤਾਂ ਕਹਿਣਾ ਹੈ ਕਿ ਜ਼ਰੂਰੀ ਟੈਲੀਗ੍ਰਾਮ ਗਲਤ ਡਿਲੀਵਰ ਹੋ ਗਈ ਹੈ ਤੇ ਤੁਸੀਂ ਉਹਨੂੰ ਲੱਭ ਰਹੇ ਹੋ। ਸਮਝ ਰਹੇ ਹੋ ਨਾ? ਹਾਂਜੀ। ਹਰੇਕ ਹੋਟਲ ਦਾ ਬਾਹਰੀ ਪੋਰਟਰ ਹੋਟਲ ਦੇ ਹਾਲ ਪੋਰਟਰ ਨੂੰ ਬੁਲਾਏਗਾ। ਉਹਨੂੰ ਵੀ ਤੁਸੀਂ 1 ਸ਼ਿਲਿੰਗ ਦਿਓਗੇ। ਉਹਦੇ ਲਈ ਇਹ 23 ਸ਼ਿਲਿੰਗ ਹੋਰ ਲੈ ਲਓ। ਹੋ ਸਕਦਾ ਹੈ 23 'ਚ 20 ਮਾਮਲਿਆਂ 'ਚ ਤੁਹਾਨੂੰ ਇਹ ਪਤਾ ਲੱਗੇ ਕਿ ਪਿਛਲੇ ਦਿਨ ਦੇ ਵੇਸਟ ਪੇਪਰ ਨੂੰ ਜਾਂ ਤਾਂ ਸਾੜ ਦਿੱਤਾ ਗਿਆ ਜਾਂ ਸੁੱਟ ਦਿੱਤਾ ਗਿਆ। 3 ਮਾਮਲਿਆਂ 'ਚ ਇਸ ਗੱਲ ਦੀ ਸੰਭਾਵਨਾ ਹੋ ਸਕਦੀ ਹੈ ਕਿ ਤੁਹਾਨੂੰ ਕਾਗਜ਼ਾਂ ਦੇ ਕੂੜੇ 'ਚੋਂ ਟਾਈਮਜ਼ ਅਖਬਾਰ ਦੇ ਇਸ ਪੰਨੇ ਨੂੰ ਲੱਭਣ ਦਾ ਸ਼ਾਇਦ ਮੌਕਾ ਮਿਲ ਜਾਏ। ਪ੍ਰਸਥਿਤੀਆਂ ਤੁਹਾਡੇ ਪੂਰੀ ਤਰ੍ਹਾਂ ਵਿਪਰੀਤ ਨੇ। ਇਹ 10 ਸ਼ਿਲਿੰਗ ਹੋਰ ਰੱਖ ਲਓ। ਸ਼ਾਇਦ ਕਿਧਰੇ ਹੋਰ ਦੇਣ ਦੀ ਲੋੜ ਪੈ ਜਾਏ। ਕਿਸੇ ਵੀ ਹਾਲਤ 'ਚ ਅੱਜ ਸ਼ਾਮ ਤੱਕ ਮੈਨੂੰ ਰਿਪੋਰਟ ਮਿਲ ਜਾਣੀ ਚਾਹੀਦੀ ਹੈ। ਖੁਦ ਨਾ ਆ ਸਕੋ ਤਾਂ ਟੈਲੀਗ੍ਰਾਮ ਦੁਆਰਾ ਖਬਰ ਭੇਜ ਦੇਣਾ। ਬੇਕਰ ਸਟਰੀਟ ਦਾ ਪਤਾ ਤੁਹਾਨੂੰ ਪਤਾ ਹੀ ਹੈ। ਉਸ ਪਿੱਛੋਂ ਉਹ ਮੇਰੇ ਵੱਲ ਭੰਮਿਆ। ਤੇ ਹੁਣ ਵਾਟਸਨ, ਅਸੀਂ ਇੱਥੋਂ ਚੱਲਦੇ ਹਾਂ 2704 ਨੰਬਰ ਬੱਗੀ ਦੇ ਕੋਚਵਾਨ ਬਾਰੇ ਜਾਣਕਾਰੀ ਹਾਸਲ ਕਰਨ ਲਈ। ਇੱਕ ਟੈਲੀਗ੍ਰਾਮ ਦਿੰਦੇ ਹਾਂ ਤੇ ਫਿਰ ਬਾਂਡ ਸਟਰੀਟ 'ਚ ਜਾ ਕੇ ਉਦੋਂ ਤੱਕ ਪਿਕਚਰ ਗੈਲਰੀਆਂ ਦਾ ਆਨੰਦ ਮਾਣਦੇ ਹਾਂ ਜਦੋਂ ਤੱਕ ਕਿ ਸਾਡੇ ਹੋਟਲ ਪਹੁੰਚਣ ਦਾ ਟਾਈਮ ਨਹੀਂ ਹੁੰਦਾ। ਅੰਗ 5ਵਾਂ, 3 ਟੁੱਟੀਆਂ ਹੋਈਆਂ ਤੰਦਾਂ। ਸ਼ਰਲਕ ਹੋਮਸ ਵਿੱਚ ਇਹ ਅਨੋਖੀ ਸ਼ਕਤੀ ਸੀ ਕਿ ਆਪਣੀ ਇੱਛਾ ਅਨੁਸਾਰ ਆਪਣੇ ਦਿਮਾਗ ਨੂੰ ਕਿਸੇ ਵੀ ਵਿਸ਼ੇ ਤੋਂ ਹਟਾ ਸਕਦਾ ਸੀ। ਜਿਸ ਵਿਚਿੱਤਰ ਮਾਮਲੇ 'ਚ ਅਸੀਂ ਉਲਝੇ ਹੋਏ ਸੀ ਉਹਨੂੰ ਲਗਭਗ 2 ਘੰਟੇ ਤੱਕ ਪੂਰੀ ਤਰ੍ਹਾਂ ਭੁੱਲਿਆ ਰਿਹਾ ਤੇ ਬੈਲਜੀਅਮ ਦੇ ਪ੍ਰਸਿੱਧ ਚਿੱਤਰਕਾਰਾਂ ਦੀਆਂ ਕਲਾਕਿਰਤਾਂ ਨੂੰ ਪੂਰੀ ਲਗਨ ਨਾਲ ਵੇਖਦਾ ਰਿਹਾ। ਇਸ ਦੌਰਾਨ ਉਹਨੇ ਕਲਾ ਦੇ ਇਲਾਵਾ ਹੋਰ ਕਿਸੇ ਵਿਸ਼ੇ 'ਤੇ ਗੱਲ ਨਹੀਂ ਕੀਤੀ ਤੇ ਕਲਾ ਬਾਰੇ ਵੀ ਉਹਦੇ ਵਿਚਾਰ ਬੜੇ ਅਨੋਖੇ ਸੀ। ਗੈਲਰੀ 'ਚੋਂ ਬਾਹਰ ਨਿਕਲ ਕੇ ਉਹ ਉਦੋਂ ਤੱਕ ਉਸ ਵਿਸ਼ੇ 'ਤੇ ਬੋਲਦਾ ਰਿਹਾ ਜਦੋਂ ਤੱਕ ਕਿ ਅਸੀਂ ਨਾਰਥੰਬਰਲੈਂਡ ਹੋਟਲ ਨਹੀਂ ਪਹੁੰਚ ਗਏ। ਸਰ ਹੈਨਰੀ ਬਾਸਕਰਵਿਲੇ ਉੱਪਰ ਤੁਹਾਡੀ ਉਡੀਕ ਕਰ ਰਹੇ ਨੇ, ਕਲਰਕ ਨੇ ਸਾਡੇ ਬਾਰੇ ਜਾਣਨ ਤੋਂ ਬਾਅਦ ਕਿਹਾ। ਉਹਨਾਂ ਨੇ ਮੈਨੂੰ ਹੁਕਮ ਦਿੱਤਾ ਕਿ ਤੁਹਾਡੇ ਆਉਂਦੇ ਹੀ ਮੈਂ ਤੁਹਾਨੂੰ ਉਹਨਾਂ ਕੋਲ ਭੇਜ ਦਿਆਂ। ਜੇ ਮੈਂ ਤੁਹਾਡਾ ਰਜਿਸਟਰ ਦੇਖਣਾ ਚਾਹਾਂ ਤਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੋਏਗਾ, ਹੋਮਸ ਨੇ ਕਿਹਾ। ਰਜਿਸਟਰ ਦੇਖਣ ਪਿੱਛੋਂ ਪਤਾ ਲੱਗਾ ਕਿ ਬਾਸਕਰਵਿਲੇ ਦੇ ਬਾਅਦ 2 ਨਾਂ ਹੋਰ ਲਿਖੇ ਗਏ। ਇੱਕ ਥਿਓਫਿਲਸ ਜੌਨਸਨ ਤੇ ਉਹਦਾ ਪਰਿਵਾਰ ਸੀ ਜਿਹੜਾ ਨਿਊਕੈਸਲ ਤੋਂ ਆਇਆ ਸੀ ਤੇ ਦੂਜੀ ਮਿਸਿਸ
ਓਲਡਮੋਰ ਤੇ ਉਹਦੀ ਨੌਕਰਾਣੀ ਸੀ। ਉਹਦਾ ਨਾਂ ਪਤਾ ਸੀ ਹਾਈ ਲੌਜ ਐਲਟਨ। ਮੈਨੂੰ ਯਕੀਨ ਹੈ ਕਿ ਜੌਨਸਨ ਤਾਂ ਉਹੀ ਹੈ ਜਿਹਨੂੰ ਮੈਂ ਚੰਗੀ ਤਰ੍ਹਾਂ ਜਾਣਦਾ। ਹੋਮਸ ਨੇ ਪੋਰਟਰ ਨੂੰ ਕਿਹਾ। ਪੇਸ਼ੇ ਦਾ ਵਕੀਲ ਇਹ, ਵਾਲ ਸਫੈਦ ਤੇ ਚਾਲ 'ਚ ਹਲਕੀ ਜਿਹੀ ਲੰਗੜਾਹਟ ਹੈ ਨਾ। ਨਹੀਂ ਸਰ, ਇਹ ਮਿਸਟਰ ਜੌਨਸਨ ਤਾਂ ਕੋਇਲੇ ਦੀ ਖਦਾਨ ਦੇ ਮਾਲਕ ਨੇ। ਕਾਫੀ ਜਵਾਨ ਤੇ ਫੁਰਤੀਲੇ ਵੀ ਨੇ। ਤੁਹਾਤੋਂ ਜ਼ਿਆਦਾ ਉਮਰ ਨਹੀਂ ਹੋਏਗੀ ਉਹਨਾਂ ਦੀ। ਮੈਨੂੰ ਲੱਗਦਾ ਤੁਹਾਨੂੰ ਉਹਨਾਂ ਦੇ ਧੰਦੇ ਬਾਰੇ ਜ਼ਰੂਰ ਕੋਈ ਗਲਤਫਹਿਮੀ ਹੋਈ ਹੈ। ਨਹੀਂ ਸਰ, ਕਿਸੇ ਗਲਤਫਹਿਮੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਉਹ ਇਸ ਹੋਟਲ 'ਚ ਕਈ ਸਾਲਾਂ ਦੇ ਠਹਿਰਦੇ ਆ ਰਹੇ ਨੇ। ਇੱਥੇ ਅਸੀਂ ਸਾਰੇ ਜਣੇ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ। ਉਹ ਫਿਰ ਤਾਂ ਲੱਗਦਾ ਮੈਨੂੰ ਹੀ ਕੋਈ ਗਲਤਫਹਿਮੀ ਹੋਈ ਹੈ। ਪਰ ਇਹ ਮਿਸਿਸ ਓਲਡਮੋਰ ਦਾ ਨਾਂ ਵੀ ਮੈਨੂੰ ਕੁਝ ਪਛਾਣਿਆ ਜਿਹਾ ਲੱਗਦਾ। ਪਤਾ ਨਹੀਂ ਇਹ ਉਹੀ ਹੈ ਜਿਹਨੂੰ ਮੈਂ ਜਾਣਦਾ ਜਾਂ ਕੋਈ ਹੋਰ। ਵੈਸੇ ਕਈ ਵਾਰ ਇੰਝ ਹੁੰਦਾ ਹੈ ਕਿ ਆਦਮੀ ਕਿਸੇ ਇੱਕ ਪੁਰਾਣੇ ਦੋਸਤ ਨੂੰ ਯਾਦ ਕਰਦਾ ਹੈ, ਕੋਈ ਦੂਜਾ ਵੀ ਯਾਦ ਆ ਜਾਂਦਾ ਹੈ। ਇਹ ਮਿਸਿਸ ਓਲਡਮੋਰ ਤਾਂ ਕਾਫੀ ਬਿਰਧ ਤੇ ਚੱਲਣ ਫਿਰਨ ਤੋਂ ਲਾਚਾਰ ਨੇ। ਇਹਨਾਂ ਦੇ ਪਤੀ ਕਿਸੇ ਜ਼ਮਾਨੇ 'ਚ ਗਲੂਸੇਸਟਰ ਦੇ ਮੇਅਰ ਵੀ ਰਹਿ ਚੁੱਕੇ ਨੇ। ਇਹ ਵੀ ਜਦੋਂ ਸ਼ਹਿਰ ਆਉਂਦੇ ਨੇ ਤਾਂ ਸਾਡੇ ਇੱਥੇ ਹੀ ਠਹਿਰਦੇ ਨੇ। ਨਹੀਂ ਲੱਗਦਾ ਮੈਂ ਇਹਨਾਂ ਨੂੰ ਜਾਣਨ ਦਾ ਦਾਅਵਾ ਵੀ ਨਹੀਂ ਕਰ ਸਕਦਾ, ਉਹਨੇ ਮੁਸਕਰਾਉਂਦਿਆਂ ਕਿਹਾ ਤੇ ਫਿਰ ਉੱਥੋਂ ਤੁਰ ਪਿਆ। ਉਸ ਪਿੱਛੋਂ ਜਦੋਂ ਅਸੀਂ ਪੌੜੀਆਂ ਚੜ੍ਹ ਰਹੇ ਸੀ ਤਾਂ ਹੌਲੀ ਜੀ ਮੇਰੇ ਕੰਨ ਵਿੱਚ ਬੁੜਬੁੜਾ ਰਿਹਾ ਸੀ। ਇਹਨਾਂ ਸਵਾਲਾਂ ਨਾਲ ਅਸੀਂ ਬੜੀ ਦਿਲਚਸਪ ਤੇ ਠੋਸ ਜਾਣਕਾਰੀ ਹਾਸਲ ਕੀਤੀ। ਵਾਟਸਨ, ਧੀਮੀ ਸੁਰ 'ਚ ਉਹਨੇ ਮੈਨੂੰ ਦੱਸਿਆ, ਇੱਕ ਗੱਲ ਤਾਂ ਅਸੀਂ ਇਹ ਜਾਣ ਲਈ ਕਿ ਉਹ ਲੋਕ ਜਿਹੜੇ ਸਾਡੇ ਦੋਸਤ ਜਾਂ ਦਿਲਚਸਪੀ ਲੈ ਰਹੇ ਨੇ, ਉਹ ਉਸ ਨਾਲ ਇਸ ਹੋਟਲ 'ਚ ਨਹੀਂ ਠਹਿਰੇ ਹੋਏ। ਇਹਦਾ ਮਤਲਬ ਇਹ, ਤੇ ਜਿਵੇਂ ਕਿ ਅਸੀਂ ਦੇਖ ਵੀ ਚੁੱਕੇ ਹਾਂ, ਕਿ ਜਿੱਥੇ ਉਹ ਲੋਕ ਉਹਦੀ ਨਿਗਰਾਨੀ ਕਰਨ ਦੀ ਭਰਪੂਰ ਕੋਸ਼ਿਸ਼ ਕਰਨੇ, ਉੱਥੇ ਉਹਨਾਂ ਦੀ ਇਹ ਕੋਸ਼ਿਸ਼ ਵੀ ਹੈ ਕਿ ਉਹਨਾਂ ਨੂੰ ਨਾ ਦੇਖ ਸਕੇ। ਹੁਣ ਇਹ ਕਿ ਅਜਿਹਾ ਤੱਥ ਹੈ ਜਿਸ ਤੋਂ ਬਹੁਤ ਹੀ ਮਹੱਤਵਪੂਰਨ ਸੰਕੇਤ ਮਿਲਦਾ ਹੈ। ਕੀ ਸੰਕੇਤ ਮਿਲਦਾ ਇਸ ਤੋਂ? ਇਹ ਸੰਕੇਤ ਮਿਲਦਾ ਹੈ, ਕਹਿੰਦਿਆਂ ਉਹ ਯਕਦਮ ਹੈਰਾਨੀ ਨਾਲ ਤਰਬਕਿਆ ਤੇ ਬੋਲਿਆ, ਉਹ ਯਾਰ ਦੇਖ ਤਾਂ ਸਹੀ ਆ ਕੀ ਅਜੀਬ ਮਾਜਰਾ। ਤਾਂ ਜਿਵੇਂ ਅਸੀਂ ਘੁੰਮ ਕੇ ਪੌੜੀਆਂ ਦੇ ਉੱਪਰਲੇ ਹਿੱਸੇ ਤੱਕ ਪਹੁੰਚੇ, ਸਾਡਾ ਸਾਹਮਣਾ ਖੁਦ ਸਰ ਹੈਨਰੀ ਬਾਸਕਰਵਿਲੇ ਨਾਲ ਹੋ ਗਿਆ। ਉਹਦਾ ਚਿਹਰਾ ਗੁੱਸੇ ਨਾਲ ਲਾਲ ਸੂਆ ਹੋਇਆ ਸੀ ਤੇ ਹੱਥ 'ਚ ਇੱਕ ਪੁਰਾਣਾ ਤੇ ਧੂੜ ਨਾਲ ਭਰਿਆ ਬੂਟ ਸੀ। ਉਹ ਇਸ ਸਮੇਂ ਇੰਨੇ ਗੁੱਸੇ 'ਚ ਸੀ ਕਿ ਉਹਦੇ ਮੂੰਹੋਂ ਸਪਸ਼ਟ ਸ਼ਬਦ ਨਹੀਂ ਸੀ ਨਿਕਲ ਰਹੇ। ਜਦੋਂ ਕੁਝ ਬੋਲਣ ਲਾਇਕ ਹੋਇਆ ਤਾਂ ਵੀ ਉਹਦੀ ਗੱਲ ਪੂਰੀ ਤਰ੍ਹਾਂ ਸਮਝ ਨਹੀਂ ਸੀ ਆ ਰਹੀ, ਕਿਉਂਕਿ ਉਹ ਇਸ ਵੇਲੇ ਆਪਣੇ ਪੱਛਮੀ ਪੇਂਡੂ ਲਹਿਜੇ 'ਚ ਬੋਲ ਰਿਹਾ ਸੀ। ਇਹ ਹੋਟਲ ਵਾਲੇ ਮੈਨੂੰ ਬਿਲਕੁਲ ਬੇਵਕੂਫ ਤੇ ਗਧਾ ਸਮਝ ਰਹੇ ਆ ਕਿ ਉਹ ਚੀਕ ਰਿਹਾ ਸੀ। ਇਹਨਾਂ ਨੂੰ ਪਤਾ ਲੱਗ ਜਾਏਗਾ ਕਿ ਇਹਨਾਂ ਨੇ ਇੱਕ ਗਲਤ ਆਦਮੀ ਨਾਲ ਪੰਗਾ ਲਿਆ, ਬਸ਼ਰਤੇ ਕਿ ਇਹਨਾਂ ਨੇ ਆਪਣੇ ਤਰੀਕੇ ਨਾ ਸੁਧਾਰੇ ਤਾਂ। ਸਹੁੰ ਨੀਲੀ ਛਤਰੀ ਵਾਲੇ ਦੀ, ਜੇ ਇਹਨਾਂ ਲੋਕਾਂ ਨੇ ਮੇਰਾ ਗਵਾਚਿਆ ਬੂਟ ਲਿਆ ਕੇ ਨਾ ਦਿੱਤਾ ਤਾਂ ਮੈਂ ਇਹਨਾਂ ਦੀ ਐਸੀ ਦੀ ਤੈਸੀ ਫੇਰ ਕੇ ਰੱਖ ਦਿਆਂਗਾ। ਇਹ ਨਹੀਂ ਕਿ ਮੈਨੂੰ ਮਜ਼ਾਕ ਪਸੰਦ ਨਹੀਂ ਮਿਸਟਰ ਹੋਮਸ, ਪਰ ਇਹ ਲੋਕ ਤਾਂ ਸ਼ਰਾਰਤ ਦੀ ਹੱਦ ਨੂੰ ਵੀ ਪਾਰ ਕਰ ਗਏ। ਤੁਸੀਂ ਅਜੇ ਤੱਕ ਆਪਣਾ ਬੂਟ ਲੱਭ ਰਹੇ ਹੋ? ਹਾਂਜੀ ਜਨਾਬ, ਤੇ ਉਹ ਮੈਨੂੰ ਹਰ ਹਾਲਤ 'ਚ ਵਾਪਸ ਚਾਹੀਦਾ ਹੈ। ਪਰ ਮੇਰੇ ਖਿਆਲ 'ਚ ਤਾਂ ਤੁਸੀਂ ਮੈਨੂੰ ਦੱਸਿਆ ਸੀ ਕਿ ਉਹ ਬਰਾਊਨ ਚਮੜੇ ਦਾ ਨਵਾਂ ਬੂਟ ਸੀ, ਬਿਲਕੁਲ ਕੋਰਾ। ਬਿਲਕੁਲ ਸਹੀ ਦੱਸਿਆ ਸੀ ਜਨਾਬ, ਤੇ ਹੁਣ ਜ਼ਰਾ ਇਸ ਪੁਰਾਣੇ ਤੇ ਕਾਲੇ ਬੂਟ ਨੂੰ ਦੇਖੋ। ਕੀ ਤੁਹਾਡੇ ਕਹਿਣ ਤੇ ਕਿਤੇ ਮਤਲਬ ਦਾ ਨਹੀਂ? ਮੇਰੇ ਕਹਿਣ ਦਾ ਬਿਲਕੁਲ ਇਹੀ ਮਤਲਬ ਹੈ। ਮੇਰੇ ਕੋਲ ਕੁੱਲ ਮਿਲਾ ਕੇ 3 ਜੋੜੇ ਬੂਟ ਸਨ। ਇੱਕ ਬਿਲਕੁਲ ਨਵਾਂ ਬਰਾਊਨ, ਦੂਜੇ ਕਾਲੇ ਰੰਗ ਦਾ ਪੁਰਾਣਾ ਤੇ ਤੀਜਾ ਪੇਟੈਂਟ ਲੈਦਰ ਦਾ, ਕਿਉਂਕਿ ਇਸ ਵੇਲੇ ਮੈਂ ਪਾਇਆ ਹੋਇਆ। ਪਿਛਲੀ ਰਾਤ ਮੇਰੇ ਬਰਾਊਨ ਵਾਲਿਆਂ 'ਚੋਂ ਇੱਕ ਚੁਰਾ ਲਿਆ ਗਿਆ ਸੀ, ਅੱਜ ਪੁਰਾਣੇ ਕਾਲਿਆਂ 'ਚੋਂ ਇੱਕ ਗਾਇਬ ਹੈ। ਮੇਰੀ ਗੱਲ ਤੇਰੀ ਸਮਝ ਆ ਗਈ ਨਾ? ਖੜਾ ਘੂਰ ਕੇ ਕੀ ਦੇਖ ਰਿਹਾ? ਜਵਾਬ ਕਿਉਂ ਨਹੀਂ ਦਿੰਦਾ? ਇਹ ਗੱਲ ਉਹਨੇ ਉਸ ਜਰਮਨ ਵੇਟਰ ਨੂੰ ਕਹੀ ਜਿਹੜਾ ਉਸ ਵੇਲੇ ਉੱਥੇ ਪ੍ਰਗਟ ਹੋਇਆ ਸੀ। ਮੈਂ ਸਾਰੇ ਹੋਟਲ 'ਚ ਪੁੱਛ ਲਿਆ ਸਰ, ਵੇਟਰ ਨੇ ਘਬਰਾਈ ਜਿਹੀ ਆਵਾਜ਼ 'ਚ ਕਿਹਾ, ਪਰ ਕਿਤੋਂ ਕੁਝ ਪਤਾ ਹੀ ਨਹੀਂ ਲੱਗਿਆ। ਮੈਨੂੰ ਕੁਝ ਨਹੀਂ ਪਤਾ। ਜਾਂ ਤਾਂ ਮੇਰਾ ਬੂਟ ਸ਼ਾਮ ਦਾ ਸੂਰਜ ਡੁੱਬਣ ਤੋਂ ਪਹਿਲਾਂ ਵਾਪਸ ਮਿਲ ਜਾਣਾ ਚਾਹੀਦਾ, ਜਾਂ ਫਿਰ ਮੈਂ ਸਿੱਧਾ ਮੈਨੇਜਰ ਨਾਲ ਗੱਲ ਕਰਾਂਗਾ ਕਿ ਮੈਂ ਫੌਰਨ ਹੀ ਹੋਟਲ ਛੱਡ ਕੇ ਜਾ ਰਿਹਾ। ਮਿਲ ਜਾਏਗਾ ਸਰ, ਮਿਲ ਜਾਏਗਾ। ਤੁਸੀਂ ਥੋੜ੍ਹਾ ਧੀਰਜ ਰੱਖੋ, ਮੈਂ ਵਾਅਦਾ ਕਰਦਾ ਕਿ ਤੁਹਾਡਾ ਬੂਟ ਮਿਲ ਜਾਏਗਾ। ਹਰ ਹਾਲਤ 'ਚ ਮਿਲ ਜਾਣਾ ਚਾਹੀਦਾ। ਸਮਝ ਲੈ, ਇਹ ਮੇਰੀ ਆਖਰੀ ਚੀਜ਼ ਹੈ ਜਿਹੜੀ ਮੈਂ ਤੁਹਾਡੇ ਇਸ ਚੋਰਾਂ ਦੇ ਡੇਰੇ 'ਚ ਗਵਾਈ ਹੈ। ਸਮਝ ਗਿਆ? ਫਿਰ ਉਹ ਹੋਮਸ ਵੱਲ ਭੌਂਦਾ ਹੋਇਆ ਬੋਲਿਆ, ਆਓ ਮਿਸਟਰ ਹੋਮਸ, ਮਾਫ਼ ਕਰਨਾ ਮੈਂ ਤੁਹਾਨੂੰ ਇਸ ਮਾਮੂਲੀ ਜਿਹੀ ਗੱਲ ਨਾਲ ਪਰੇਸ਼ਾਨ ਕੀਤਾ। ਮੇਰੇ ਖਿਆਲ 'ਚ ਤਾਂ ਇਹ ਵਾਕਈ ਬੜੀ ਪਰੇਸ਼ਾਨ ਹੋਣ ਵਾਲੀ ਗੱਲ ਹੈ। ਐਸਾ ਕਿ ਤੁਸੀਂ ਇਹਨੂੰ ਲੈ ਕੇ ਗੰਭੀਰ? ਕੀ ਤੁਸੀਂ ਬੂਟ ਚੋਰੀ ਕੀਤੇ ਜਾਣ ਦਾ ਕੋਈ ਕਾਰਨ ਦੱਸ ਸਕਦੇ ਹੋ? ਹੁਣ ਕਾਰਨ ਦਾ ਮੈਨੂੰ ਨਹੀਂ ਪਤਾ, ਪਰ ਇਹ ਇੱਕ ਅਜਿਹੀ ਬੇਹੂਦਾ ਤੇ ਅਜੀਬ ਘਟਨਾ ਹੈ ਜਿਹੜੀ ਪਹਿਲਾਂ ਮੇਰੇ ਨਾਲ ਕਦੀ ਨਹੀਂ ਵਾਪਰੀ। ਸ਼ਾਇਦ ਸਭ ਤੋਂ ਅਜੀਬ ਘਟਨਾ। ਹੋਮਸ ਨੇ ਸੋਚਾਂ 'ਚ ਡੁੱਬੀ ਸੁਰ 'ਚ ਕਿਹਾ, ਤੁਹਾਡਾ ਖੁਦ ਦਾ ਇਸ ਬਾਰੇ ਕੀ ਖਿਆਲ ਹੈ? ਮੇਰਾ ਕੀ ਖਿਆਲ ਹੋ ਸਕਦਾ, ਜਦ ਕਿ ਮੈਂ ਅਜੇ ਇਹਨੂੰ ਪੂਰੀ ਤਰ੍ਹਾਂ ਸਮਝ ਹੀ ਨਹੀਂ ਸਕਿਆ। ਤੁਹਾਡਾ ਇਹ ਕੇਸ ਵਾਕਈ ਬੜਾ ਉਲਝਿਆ ਹੋਇਆ ਮਿਸਟਰ ਹੈਨਰੀ।
ਤੁਹਾਡੇ ਚਾਚਾ ਜੀ ਦੀ ਮੌਤ ਦੇ ਨਾਲ ਜੇ ਇਹਨੂੰ ਜੋੜ ਕੇ ਦੇਖਿਆ ਜਾਏ ਤਾਂ ਮੈਨੂੰ ਇਹ ਕਹਿਣ 'ਚ ਕੋਈ ਹਿਚਕ ਨਹੀਂ ਕਿ ਹੁਣ ਤੱਕ ਜਿਹੜੇ ਮੈਂ ਸੈਂਕੜੇ ਮਹੱਤਵਪੂਰਨ ਮਾਮਲੇ ਦੇਖੇ ਨੇ, ਉਹਨਾਂ ਵਿੱਚੋਂ ਸ਼ਾਇਦ ਹੀ ਕੋਈ ਇੰਨਾ ਡੂੰਘਾ ਤੇ ਰਹੱਸਮਈ ਸੀ। ਪਰ ਸਾਡੇ ਹੱਥ 'ਚ ਇਸ ਵੇਲੇ ਕਈ ਕੜੀਆਂ ਨੇ ਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਉਹਨਾਂ 'ਚੋਂ ਕੋਈ ਨਾ ਕੋਈ ਤਾਂ ਸਾਨੂੰ ਸੱਚਾਈ ਤੱਕ ਪਹੁੰਚਣ ਦਾ ਰਸਤਾ ਦਿਖਾਈ ਦੇਵੇਗੀ। ਹੋ ਸਕਦਾ ਕੁਝ ਗਲਤ ਕੜੀਆਂ ਦੇ ਚੱਕਰ 'ਚ ਸਾਡਾ ਸਮਾਂ ਬੇਕਾਰ ਹੀ ਬਰਬਾਦ ਹੋਏ, ਪਰ ਮੈਨੂੰ ਯਕੀਨ ਹੈ ਕਿ ਦੇਰ ਸਵੇਰ ਅਸੀਂ ਸਹੀ ਕੜੀ ਫੜ ਹੀ ਲਵਾਂਗੇ। ਅਸੀਂ ਤਿੰਨਾਂ ਨੇ ਇੱਕ ਸ਼ਾਨਦਾਰ ਲੰਚ ਕੀਤਾ, ਜਿਹਦੇ ਦੌਰਾਨ ਉਸ ਮਾਮਲੇ ਬਾਰੇ ਕੋਈ ਖਾਸ ਚਰਚਾ ਨਹੀਂ ਹੋਈ ਜਿਸ ਕਰਕੇ ਅਸੀਂ ਆਪਸ 'ਚ ਮਿਲੇ ਸੀ। ਲੰਚ ਪਿੱਛੋਂ ਅਸੀਂ ਕਮਰੇ 'ਚ ਆ ਗਏ, ਜਿੱਥੇ ਹੋਮਸ ਨੇ ਬਾਸਕਰਵਿਲੇ ਤੋਂ ਪੁੱਛਿਆ ਕਿ ਉਹਦਾ ਕੀ ਇਰਾਦਾ ਹੈ। ਇਰਾਦਾ ਤਾਂ ਹੁਣ ਬਾਸਕਰਵਿਲੇ ਹਾਲ ਜਾਣ ਦਾ ਹੀ ਹੈ, ਤੇ ਕਦੋਂ ਜਾਣ ਦਾ ਇਰਾਦਾ ਹੈ? ਇਸ ਹਫ਼ਤੇ ਦੇ ਆਖਰ 'ਚ। ਕੁੱਲ ਮਿਲਾ ਕੇ ਮੈਂ ਇਹ ਕਹਿ ਸਕਦਾ ਕਿ ਤੁਸੀਂ ਬਿਲਕੁਲ ਸਹੀ ਫੈਸਲਾ ਕੀਤਾ, ਹੋਮਸ ਨੇ ਕਿਹਾ। ਮੇਰੇ ਕੋਲ ਇਸ ਗੱਲ ਦੇ ਬਹੁਤ ਸਾਰੇ ਸਬੂਤ ਨੇ ਕਿ ਇੱਥੇ ਲੰਦਨ 'ਚ ਤੁਹਾਡਾ ਪਿੱਛਾ ਕੀਤਾ ਜਾ ਰਿਹਾ ਹੈ, ਤੇ ਇਸ ਸ਼ਹਿਰ ਦੇ ਲੱਖਾਂ ਲੋਕਾਂ ਵਿਚਕਾਰ ਇਸ ਗੱਲ ਦਾ ਪਤਾ ਲਾਉਣਾ ਕਾਫੀ ਮੁਸ਼ਕਲ ਕੰਮ ਹੈ ਕਿ ਤੁਹਾਡਾ ਪਿੱਛਾ ਕਰਨ ਵਾਲੇ ਲੋਕ ਕੌਣ ਨੇ ਤੇ ਉਹਨਾਂ ਦਾ ਉਦੇਸ਼ ਕੀ ਹੈ। ਜੇ ਉਹਨਾਂ ਦੇ ਇਰਾਦੇ ਗਲਤ ਨੇ ਤਾਂ ਉਹ ਤੁਹਾਡੇ ਨਾਲ ਕੋਈ ਵੀ ਸ਼ਰਾਰਤ ਕਰ ਸਕਦੇ ਨੇ, ਤੇ ਅਸੀਂ ਸ਼ਾਇਦ ਉਹਨਾਂ ਨੂੰ ਨਹੀਂ ਰੋਕ ਸਕਾਂਗੇ। ਤੁਸੀਂ ਸ਼ਾਇਦ ਨਹੀਂ ਜਾਣਦੇ ਡਾਕਟਰ ਮਾਰਟਿਮਰ ਕਿ ਜਦੋਂ ਤੁਸੀਂ ਦੋਵੇਂ ਮੇਰੇ ਘਰੋਂ ਆ ਰਹੇ ਸੀ, ਤੁਹਾਡਾ ਪਿੱਛਾ ਕੀਤਾ ਜਾ ਰਿਹਾ ਸੀ। ਸੁਣ ਕੇ ਮਾਰਟਿਮਰ ਬੁਰੀ ਤਰ੍ਹਾਂ ਤਰਬ ਗਿਆ। ਪਿੱਛਾ ਕੀਤਾ ਜਾ ਰਿਹਾ ਸੀ? ਕੌਣ ਕਰ ਰਿਹਾ ਸੀ ਪਿੱਛਾ? ਮੰਦੇ ਭਾਗੀ ਇਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ। ਤੁਸੀਂ ਇਹ ਦੱਸੋ ਕਿ ਡਾਰਟਮੂਰ 'ਚ ਤੁਹਾਡੇ ਗੁਆਂਢੀਆਂ ਜਾਂ ਜਾਣਕਾਰਾਂ 'ਚ ਕੋਈ ਆਦਮੀ ਅਜਿਹਾ ਵੀ ਹੈ ਜਿਹਦੀ ਦਾੜੀ ਕਾਲੀ ਤੇ ਕਾਫੀ ਸੰਘਣੀ ਹੋਏ? ਨਹੀਂ, ਜ਼ਰਾ ਠਹਿਰੋ, 1 ਮਿੰਟ ਸੋਚਣ ਦੇ। ਹਾਂ, ਯਾਦ ਆਇਆ, ਕਿਉਂ ਨਹੀਂ। ਬੈਰੀਮੋਰ, ਸਰ ਚਾਰਲਸ ਦੇ ਬਟਲਰ ਬੈਰੀਮੋਰ ਦੀ ਦਾੜੀ ਬੜੀ ਸੰਘਣੀ ਵੀ ਹੈ ਤੇ ਕਾਲੀ ਵੀ। ਵਾਹ, ਤੇ ਇਸ ਵੇਲੇ ਬੈਰੀਮੋਰ ਹੈ ਕਿੱਥੇ? ਉਹ ਬਾਸਕਰਵਿਲੇ ਹਾਲ 'ਚ ਹੀ ਹੋਣਾ ਚਾਹੀਦਾ। ਸਾਨੂੰ ਇਸ ਗੱਲ ਦਾ ਪਤਾ ਲਾ ਲੈਣਾ ਚਾਹੀਦਾ ਹੈ ਕਿ ਕੀ ਉਹ ਨਿਸ਼ਚਿਤ ਤੌਰ 'ਤੇ ਉੱਥੇ ਹੀ ਹੈ ਜਾਂ ਕਿਸੇ ਕਾਰਨ ਕਰਕੇ ਲੰਦਨ 'ਚ। ਪਰ ਇਹਦਾ ਪਤਾ ਕਿਵੇਂ ਲਾਇਆ ਜਾ ਸਕਦਾ? ਮੈਨੂੰ ਇੱਕ ਟੈਲੀਗ੍ਰਾਮ ਫਾਰਮ ਦਿਓ। ਬਸ ਹੁਣ ਇੱਥੇ ਲਿਖਦੇ ਹਾਂ, ਕੀ ਸਰ ਹੈਨਰੀ ਦੇ ਲਈ ਸਭ ਕੁਝ ਤਿਆਰ ਹੈ? ਬਸ ਇੰਨਾ ਹੀ ਕਾਫੀ ਹੈ। ਪਤੇ ਵਾਲੀ ਜਗ੍ਹਾ 'ਤੇ ਬੈਰੀਮੋਰ ਦਾ ਨਾਂ ਤੇ ਬਾਸਕਰਵਿਲੇ ਹਾਲ, ਬਸ। ਪਰ ਉੱਥੇ ਸਭ ਤੋਂ ਨੇੜੇ ਵਾਲਾ ਟੈਲੀਗ੍ਰਾਮ ਆਫਿਸ ਕਿਹੜਾ ਹੈ? ਗ੍ਰਿਮਪੇਨ। ਬਹੁਤ ਖੂਬ, ਅਸੀਂ ਦੂਜਾ ਤਾਰ ਗ੍ਰਿਮਪੇਨ ਦੇ ਪੋਸਟਮਾਸਟਰ ਨੂੰ ਭੇਜਾਂਗੇ। ਉਸ 'ਚ ਇਹ ਲਿਖਦੇ ਹਾਂ, ਇਹ ਤਾਰ ਸਿਰਫ ਬੈਰੀਮੋਰ ਨੂੰ ਹੀ ਦਿੱਤਾ ਜਾਏ। ਜੇ ਉਹ ਨਾ ਮਿਲੇ ਤਾਂ ਇਹਨੂੰ ਕਿਰਪਾ ਕਰਕੇ ਸਰ ਹੈਨਰੀ ਬਾਸਕਰਵਿਲੇ ਨਾਰਥੰਬਰਲੈਂਡ ਹੋਟਲ ਨੂੰ ਵਾਪਸ ਕਰ ਦਿੱਤਾ ਜਾਏ। ਠੀਕ ਹੈ ਨਾ? ਬਸ ਹੁਣ ਇਸ ਤਰ੍ਹਾਂ ਸ਼ਾਮ ਤੋਂ ਪਹਿਲਾਂ ਹੀ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਬੈਰੀਮੋਰ ਡੇਵਨਸ਼ਾਇਰ 'ਚ ਉਸ ਜਗ੍ਹਾ 'ਤੇ ਹੈ ਜਾਂ ਨਹੀਂ ਜਿੱਥੇ ਉਹਨੂੰ ਇਸ ਵੇਲੇ ਹੋਣਾ ਚਾਹੀਦਾ। ਇਹ ਠੀਕ ਰਹੇਗਾ, ਹੈਨਰੀ ਬਾਸਕਰਵਿਲੇ ਨੇ ਕਿਹਾ। ਵੈਸੇ ਇਹ ਦੱਸੋ ਡਾਕਟਰ ਮਾਰਟਿਮਰ, ਆਖਰ ਇਹ ਬੈਰੀਮੋਰ ਨਾਂ ਦਾ ਆਦਮੀ ਹੈ ਕੌਣ? ਹਵੇਲੀ ਦੇ ਪੁਰਾਣੇ ਰਖਵਾਲੇ ਦਾ ਪੁੱਤਰ ਜਿਹੜਾ ਮਰ ਚੁੱਕਿਆ। ਡਾਕਟਰ ਮਾਰਟਿਮਰ ਨੇ ਜਵਾਬ ਦਿੱਤਾ। ਇਹ ਪਰਿਵਾਰ ਪਿਛਲੀਆਂ 4 ਪੀੜ੍ਹੀਆਂ ਤੋਂ ਬਾਸਕਰਵਿਲੇ ਹਾਲ ਦੀ ਦੇਖਭਾਲ ਕਰ ਰਿਹਾ। ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਦੋਵੇਂ ਪਤੀ ਪਤਨੀ ਇਲਾਕੇ 'ਚ ਕਾਫੀ ਭਲੇ ਤੇ ਸ਼ਰੀਫ ਮੰਨੇ ਜਾਂਦੇ ਨੇ। ਇਹਦੇ ਨਾਲ ਨਾਲ ਇਹ ਗੱਲ ਵੀ ਸਾਫ਼ ਹੈ, ਬਾਸਕਰਵਿਲੇ ਨੇ ਕਿਹਾ, ਕਿ ਜਦੋਂ ਸਾਡੇ ਖਾਨਦਾਨ ਦਾ ਕੋਈ ਵੀ ਆਦਮੀ ਉੱਥੇ ਨਹੀਂ ਹੁੰਦਾ, ਉਦੋਂ ਦੋਵੇਂ ਮਜ਼ੇ ਨਾਲ ਉਸ ਸ਼ਾਨਦਾਰ ਹਵੇਲੀ 'ਚ ਠਾਠ ਨਾਲ ਰਹਿੰਦੇ ਨੇ ਤੇ ਕੋਈ ਖਾਸ ਕੰਮ ਵੀ ਨਹੀਂ ਕਰਦੇ। ਕਿਉਂ? ਠੀਕ ਹੈ ਨਾ? ਹਾਂ, ਇਹ ਗੱਲ ਤਾਂ ਸੱਚ ਹੈ। ਕੀ ਸਰ ਚਾਰਲਸ ਦੀ ਵਸੀਅਤ ਦੁਆਰਾ ਬੈਰੀਮੋਰ ਨੂੰ ਕਿਸੇ ਤਰ੍ਹਾਂ ਦਾ ਕੋਈ ਲਾਭ ਹੁੰਦਾ ਹੈ? ਹੋਮਸ ਨੇ ਸਵਾਲ ਕੀਤਾ। ਉਹਨੂੰ ਤੇ ਉਹਦੀ ਪਤਨੀ ਨੂੰ ਦੋਵਾਂ ਨੂੰ 500 ਪਾਉਂਡ ਮਿਲਣੇ ਨੇ। ਅੱਛਾ। ਹੋਮਸ ਨੇ ਹੌਲੀ ਜਿਹੀ ਗਰਦਨ ਹਿਲਾਈ ਤੇ ਫਿਰ ਪੁੱਛਿਆ, ਕੀ ਇਸ ਰਕਮ ਦੇ ਮਿਲਣ ਦੀ ਉਹਨਾਂ ਨੂੰ ਜਾਣਕਾਰੀ ਹੈ? ਹਾਂਜੀ, ਸਰ ਚਾਰਲਸ ਨੂੰ ਆਪਣੀ ਵਸੀਅਤ ਬਾਰੇ ਗੱਲ ਕਰਨ ਦੀ ਆਦਤ ਸੀ। ਉਹਨਾਂ ਨੇ ਖੁਦ ਹੀ ਉਹਨਾਂ ਨੂੰ ਇਸ ਬਾਰੇ ਦੱਸਿਆ ਹੋਇਆ ਸੀ। ਇਹ ਤਾਂ ਤੁਸੀਂ ਬੜੀ ਦਿਲਚਸਪ ਗੱਲ ਦੱਸੀ ਕਿ ਸਰ ਚਾਰਲਸ ਨੂੰ ਆਪਣੀ ਵਸੀਅਤ ਬਾਰੇ ਗੱਲ ਦੀ ਆਦਤ ਸੀ। ਮੈਂ ਸਮਝਦਾ, ਡਾਕਟਰ ਮਾਰਟਿਮਰ ਨੇ ਕਿਹਾ, ਤੁਸੀਂ ਹਰ ਉਸ ਆਦਮੀ ਨੂੰ ਸ਼ੱਕ ਨਾਲ ਨਹੀਂ ਦੇਖ ਰਹੇ ਜਿਹਨੂੰ ਸਰ ਚਾਰਲਸ ਦੀ ਵਸੀਅਤ ਮੁਤਾਬਕ ਕੁਝ ਲਾਭ ਮਿਲਿਆ, ਕਿਉਂਕਿ ਵਸੀਅਤ ਦੇ ਮੁਤਾਬਕ 1000 ਪਾਉਂਡ ਮੇਰੇ ਨਾਂ ਵੀ ਛੱਡੇ ਗਏ ਨੇ। ਬਹੁਤ ਖੂਬ। ਕੀ ਹੋਰ ਕਿਸੇ ਦਾ ਵੀ ਨਾਂ ਹੈ? ਹਾਂ, ਹੋਰ ਕਈ ਨੇ ਜਿਨ੍ਹਾਂ ਦੇ ਨਾਂ ਛੋਟੀਆਂ-ਮੋਟੀਆਂ ਰਕਮਾਂ ਛੱਡੀਆਂ ਗਈਆਂ ਨੇ। ਕੋਈ ਛੋਟੀਆਂ ਵੱਡੀਆਂ ਸੰਸਥਾਵਾਂ ਨੂੰ ਵੀ ਦਾਨ ਦੇ ਰੂਪ 'ਚ ਅਲੱਗ-ਅਲੱਗ ਰਕਮ ਦਿੱਤੀ ਗਈ ਹੈ, ਤੇ ਬਾਕੀ ਜੋ ਕੁਝ ਵੀ ਬਚਦਾ ਉਹ ਸਾਰਾ ਸਰ ਹੈਨਰੀ ਦੇ ਨਾਂ ਹੈ। ਬਾਕੀ ਜੋ ਕੁਝ ਵੀ ਇਹ ਕੀ ਬਚਦਾ? 7,40,000 ਪਾਉਂਡ। ਹੋਮਸ ਦੀਆਂ ਅੱਖਾਂ ਹੈਰਾਨੀ ਨਾਲ ਫੈਲ ਗਈਆਂ। ਮੈਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇੰਨੀ ਵੱਡੀ ਰਕਮ ਦਾ ਮਾਮਲਾ ਹੈ, ਉਹ ਬੋਲਿਆ।
ਇਹ ਤਾਂ ਪਤਾ ਸੀ ਕਿ ਸਰ ਚਾਰਲਸ ਅਮੀਰ ਨੇ, ਪਰ ਜਦੋਂ ਤੱਕ ਅਸੀਂ ਲੋਕਾਂ ਉਹਨਾਂ ਦੀ ਸਿਕਿਉਰਿਟੀ ਨਹੀਂ ਦੇਖੀ ਉਦੋਂ ਤੱਕ ਸਾਨੂੰ ਵੀ ਪਤਾ ਨਹੀਂ ਸੀ ਕਿ ਉਹ ਕਿੰਨੇ ਅਮੀਰ ਸਨ। ਕੁੱਲ ਮਿਲਾ ਕੇ 10 ਲੱਖ ਦੇ ਕਰੀਬ ਦੀ ਜਾਇਦਾਦ ਹੋਏਗੀ। ਕੀ ਗੱਲ ਹੈ? ਹੋਮਸ ਨੇ ਹੈਰਾਨੀ ਨਾਲ ਕਿਹਾ। ਅੱਜ ਦੇ ਜ਼ਮਾਨੇ ਦੇ ਲਿਹਾਜ਼ ਨਾਲ ਤਾਂ ਇੰਨੀ ਵੱਡੀ ਰਕਮ ਹੈ ਕਿ ਇਹਦੇ ਲਈ ਆਦਮੀ ਕੋਈ ਵੀ ਵੱਡੇ ਤੋਂ ਵੱਡਾ ਖਤਰਨਾਕ ਖੇਡ ਖੇਡਣ ਲਈ ਤਿਆਰ ਹੋ ਜਾਏ। ਹੁਣ ਇੱਕ ਹੋਰ ਸਵਾਲ ਡਾਕਟਰ ਮਾਰਟਿਮਰ, ਜੇ ਸਾਡੇ ਨੌਜਵਾਨ ਦੋਸਤ ਸਰ ਹੈਨਰੀ ਬਾਸਕਰਵਿਲੇ ਨੂੰ ਭਗਵਾਨ ਨਾ ਕਰੇ ਕੁਝ ਹੋ ਜਾਏ, ਕਿਰਪਾ ਕਰਕੇ ਤੁਸੀਂ ਮੈਨੂੰ ਇਸ ਕੁਝ ਹੀ ਕਲਪਨਾ ਲਈ ਮਾਫ ਕਰਨਾ, ਤਾਂ ਫਿਰ ਇਹ ਸਾਰੀ ਜਾਇਦਾਦ ਦਾ ਵਾਰਸ ਕੌਣ ਹੋਏਗਾ? ਜਿਵੇਂ ਕਿ ਮੈਂ ਤੁਹਾਨੂੰ ਦੱਸ ਚੁੱਕਿਆ, ਰੋਜ਼ਰ ਬਾਸਕਰਵਿਲੇ ਯਾਨੀ ਸਰ ਚਾਰਲਸ ਦੇ ਛੋਟੇ ਭਰਾ ਅਣਵਿਆਹੀ ਮਰ ਚੁੱਕੇ ਨੇ। ਇਸ ਹਾਲਤ ਜਾਇਦਾਦ ਉਹਨਾਂ ਦੇ ਦੂਰ ਦੇ ਰਿਸ਼ਤੇਦਾਰ ਡੇਸਮੋਂਡ ਨੂੰ ਜਾਏਗੀ। ਜੇਮਸ ਡੇਸਮੋਂਡ ਇੱਕ ਬਜ਼ੁਰਗ ਪਾਦਰੀ ਨੇ ਤੇ ਵੈਸਟ ਮੋਰਲੈਂਡ 'ਚ ਰਹਿੰਦੇ ਨੇ। ਥੈਂਕ ਯੂ, ਇਹ ਜਾਣਕਾਰੀ ਮੇਰੇ ਲਈ ਬੜੀ ਦਿਲਚਸਪ ਹੈ। ਵੈਸੇ ਕੀ ਤੁਸੀਂ ਮਿਸਟਰ ਜੇਮਸ ਡੇਸਮੋਂਡ ਨੂੰ ਮਿਲ ਚੁੱਕੇ ਹੋ? ਜੀ ਹਾਂ, ਉਹ ਇੱਕ ਵਾਰੀ ਸਰ ਚਾਰਲ ਨੂੰ ਮਿਲਣ ਆਏ ਸੀ। ਉਹ ਇੱਕ ਅਜਿਹੇ ਸ਼ਖਸ ਨੇ ਜਿਨ੍ਹਾਂ ਨੂੰ ਦੇਖ ਕੇ ਮਨ 'ਚ ਆਦਰ ਪੈਦਾ ਹੁੰਦਾ ਹੈ। ਬੜੇ ਭਲੇ ਤੇ ਸਾਧੂ ਸੁਭਾਅ ਦੇ ਆਦਮੀ। ਮੈਨੂੰ ਯਾਦ ਹੈ ਉਹਨਾਂ ਨੇ ਸਰ ਚਾਰਲਸ ਤੋਂ ਕੁਝ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਹਾਲਾਂਕਿ ਉਹਨਾਂ ਕਾਫੀ ਜ਼ੋਰ ਪਾਇਆ ਸੀ। ਤੇ ਸਾਧੂ ਸੁਭਾਅ ਦਾ ਸਾਦਾ ਜੀਵਨ ਜਿਉਣ ਵਾਲਾ ਆਦਮੀ ਸਰ ਚਾਰਲਸ ਦੀ ਲੱਖਾਂ ਦੀ ਸੰਪਤੀ ਦਾ ਮਾਲਕ ਹੋਏਗਾ। ਉਹ ਜਾਇਦਾਦ ਦਾ ਮਾਲਕ ਤਾਂ ਬਣੇਗਾ ਹੀ, ਕਿਉਂਕਿ ਉਹ ਤਾਂ ਵਿਰਾਸਤ 'ਚ ਹੀ ਕਿਸੇ ਨੂੰ ਮਿਲਣੀ ਹੈ, ਤੇ ਉਹ ਉਸ ਰਕਮ ਦਾ ਵੀ ਮਾਲਕ ਬਣੇਗਾ, ਬਸ਼ਰਤੇ ਕਿ ਵਰਤਮਾਨ ਮਾਲਕ ਸਰ ਹੈਨਰੀ ਨੇ ਉਹਨੂੰ ਕਿਸੇ ਹੋਰ ਦੇ ਨਾਂ ਨਾ ਕਰ ਦਿੱਤਾ, ਕਿਉਂਕਿ ਉਸ ਰਕਮ ਤੇ ਇਹਨਾਂ ਦਾ ਪੂਰਾ ਹੱਕ ਹੈ ਤੇ ਉਹਨੂੰ ਇਹ ਕਿਸੇ ਨੂੰ ਵੀ ਨਹੀਂ ਦੇ ਸਕਦੇ। ਕੀ ਤੁਸੀਂ ਆਪਣੀ ਵਸੀਅਤ ਤਿਆਰ ਕਰ ਲਈ ਹੈ ਸਰ ਹੈਨਰੀ? ਨਹੀਂ ਮਿਸਟਰ ਹੋਮਸ, ਕਤਈ ਨਹੀਂ। ਆਪਣੀ ਵਸੀਅਤ ਮੈਂ ਅਜੇ ਤੱਕ ਤਿਆਰ ਨਹੀਂ ਕੀਤੀ, ਕਿਉਂਕਿ ਕੱਲ੍ਹ ਹੀ ਤਾਂ ਇਸ ਮਾਮਲੇ ਦਾ ਮੈਨੂੰ ਪਤਾ ਲੱਗਿਆ। ਫਿਰ ਵੀ ਮੈਂ ਸਮਝਦਾ ਕਿ ਰਕਮ ਵੀ ਉਹਨੂੰ ਹੀ ਮਿਲਣੀ ਚਾਹੀਦੀ ਹੈ ਜਿਹਨੂੰ ਕਿ ਖਾਨਦਾਨੀ ਉਪਾਧੀ ਤੇ ਜਾਇਦਾਦ ਮਿਲੇਗੀ। ਇੰਝ ਹੀ ਮੇਰੇ ਵਿਚਾਰੇ ਚਾਚਾ ਜੀ ਦਾ ਵੀ ਵਿਚਾਰ ਸੀ। ਆਖਰ ਕੋਈ ਵੀ ਆਦਮੀ ਬਾਸਕਰਵਿਲੇ ਪਰਿਵਾਰ ਦੀ ਮਹਿਮਾ ਤੇ ਮਾਣ ਨੂੰ ਉਦੋਂ ਤੱਕ ਕਿੰਝ ਬਰਕਰਾਰ ਰੱਖ ਸਕਦਾ ਜਦੋਂ ਤੱਕ ਕਿ ਉਸ ਕੋਲ ਜਾਇਦਾਦ ਦੀ ਦੇਖਭਾਲ ਕਰਨ ਲਈ ਕਾਫੀ ਸਾਰੇ ਪੈਸੇ ਨਾ ਹੋਣ। ਘਰ, ਜ਼ਮੀਨ ਤੇ ਦੌਲਤ ਸਭ ਇੱਕੋ ਥਾਂ ਇਕੱਠੀਆਂ ਹੋਣੀਆਂ ਚਾਹੀਦੀਆਂ ਨੇ। ਬਿਲਕੁਲ ਸਹੀ ਕਿਹਾ ਤੁਸੀਂ, ਹੋਮਸ ਬੋਲਿਆ। ਹੁਣ ਸਰ ਹੈਨਰੀ, ਮੈਂ ਤੇ ਤੁਸੀਂ ਦੋਵੇਂ ਇਸ ਗੱਲ ਤੇ ਸਹਿਮਤ ਹਾਂ ਕਿ ਤੁਹਾਨੂੰ ਬਿਨਾਂ ਦੇਰ ਕੀਤੇ ਡੇਵਨਸ਼ਾਇਰ ਪਹੁੰਚ ਜਾਣਾ ਚਾਹੀਦਾ ਹੈ। ਹੁਣ ਇਸ 'ਚ ਇੱਕੋ ਗੱਲ ਇਹ ਹੈ ਕਿ ਮੈਨੂੰ ਤੁਹਾਨੂੰ ਕਿਸੇ ਵੀ ਹਾਲਤ 'ਚ ਇਕੱਲਾ ਨਹੀਂ ਭੇਜਣਾ ਚਾਹੀਦਾ। ਇਕੱਲਾ ਕਦੋਂ ਜਾ ਰਿਹਾ? ਡਾਕਟਰ ਮਾਰਟਿਮਰ ਮੇਰੇ ਨਾਲ ਵਾਪਸ ਜਾਣਗੇ ਨਾ? ਪਰ ਡਾਕਟਰ ਮਾਰਟਿਮਰ ਨੇ ਆਪਣੀ ਪ੍ਰੈਕਟਿਸ ਕਰਨੀ ਹੈ, ਫਿਰ ਇਹਨਾਂ ਦਾ ਘਰ ਵੀ ਤੁਹਾਤੋਂ ਮੀਲਾਂ ਦੂਰ ਹੈ। ਹੁਣ ਇਹ ਭਾਵੇਂ ਤੁਹਾਡੇ ਕਿੰਨੇ ਵੱਡੇ ਹਿਤੈਸ਼ੀ ਕਿਉਂ ਨਾ ਹੋਣ, ਪਰ ਸਮੇਂ ਸਿਰ ਤੁਹਾਡੀ ਸਹਾਇਤਾ ਨਹੀਂ ਕਰ ਸਕਦੇ। ਨਹੀਂ ਮਿਸਟਰ ਹੈਨਰੀ, ਨਹੀਂ। ਤੁਹਾਨੂੰ ਆਪਣੇ ਨਾਲ ਕਿਸੇ ਅਜਿਹੇ ਭਰੋਸੇਯੋਗ ਆਦਮੀ ਨੂੰ ਲੈ ਜਾਣਾ ਚਾਹੀਦਾ ਹੈ ਜਿਹੜਾ ਹਰ ਵੇਲੇ ਤੁਹਾਡੇ ਨਾਲ ਰਹੇ। ਕੀ ਇਹ ਸੰਭਵ ਹੈ ਮਿਸਟਰ ਹੋਮਸ ਕਿ ਤੁਸੀਂ ਖੁਦ ਮੇਰੇ ਨਾਲ ਚੱਲੋ? ਜੇ ਪ੍ਰਸਥਿਤੀਆਂ ਵਾਕਈ ਵਧੇਰੇ ਗੰਭੀਰ ਹੋ ਗਈਆਂ ਤਾਂ ਮੈਨੂੰ ਖੁਦ ਵੀ ਉੱਥੇ ਪਹੁੰਚਣਾ ਪਏਗਾ, ਪਰ ਅਜੇ ਮੇਰਾ ਇੱਥੋਂ ਜਾਣਾ ਸੰਭਵ ਨਹੀਂ, ਕਿਉਂਕਿ ਤੁਸੀਂ ਸਮਝ ਹੀ ਸਕਦੇ ਹੋ ਕਿ ਤੁਹਾਡੇ ਮਾਮਲੇ ਤੋਂ ਪਹਿਲਾਂ ਜਿਹੜੇ ਕੰਮ ਮੈਂ ਹੱਥ 'ਚ ਲਏ ਹੋਏ ਨੇ ਉਹਨਾਂ ਨੂੰ ਇਸ ਤਰ੍ਹਾਂ ਅਧੂਰਾ ਛੱਡ ਕੇ ਇੱਕ ਨਿਸ਼ਚਿਤ ਸਮੇਂ ਲਈ ਲੰਦਨ 'ਚੋਂ ਬਾਹਰ ਰਹਿਣਾ ਮੇਰੇ ਲਈ ਸੰਭਵ ਨਹੀਂ। ਇਸ ਸਮੇਂ ਇੰਗਲੈਂਡ 'ਚ ਸਭ ਤੋਂ ਜ਼ਿਆਦਾ ਸਨਮਾਨਿਤ ਨਜ਼ਰ ਨਾਲ ਦੇਖੇ ਜਾਣ ਵਾਲੇ ਵਿਅਕਤੀਆਂ ਵਿੱਚੋਂ ਇੱਕ ਦੇ ਨਾਂ 'ਤੇ ਕੋਈ ਬਲੈਕਮੇਲਰ ਕਲੰਕ ਦਾ ਕਾਲਾ ਦਾਗ ਲਾਉਣ ਦੀ ਧਮਕੀ ਦੇ ਰਿਹਾ, ਤੇ ਇਸ ਭਿਆਨਕ ਅਨਰਥ ਨੂੰ ਹੋਣ ਤੋਂ ਸਿਰਫ ਮੈਂ ਹੀ ਰੋਕ ਸਕਦਾ। ਤੁਸੀਂ ਖੁਦ ਹੀ ਦੇਖੋ ਇਸ ਹਾਲਤ 'ਚ ਮੇਰਾ ਤੁਹਾਡੇ ਨਾਲ ਡਾਟਮੂਰ ਜਾਣਾ ਕਿੰਨਾ ਮੁਸ਼ਕਿਲ ਹੈ। ਤਾਂ ਫਿਰ ਤੁਹਾਡੇ ਵਿਚਾਰ 'ਚ ਮੈਨੂੰ ਕਿਸ ਨੂੰ ਆਪਣੇ ਨਾਲ ਲੈ ਜਾਣਾ ਚਾਹੀਦਾ ਹੈ? ਹੋਮਸ ਨੇ ਆਪਣਾ ਹੱਥ ਮੇਰੇ ਮੋਢੇ 'ਤੇ ਰੱਖ ਦਿੱਤਾ। ਜੇ ਮੇਰੇ ਇਹ ਮਿੱਤਰ ਇਸ ਕੰਮ ਲਈ ਤਿਆਰ ਹੋ ਜਾਣ ਤਾਂ ਸਮਝ ਲਓ ਇਹਨਾਂ ਤੋਂ ਵੱਧ ਕੇ ਕੋਈ ਦੂਜਾ ਆਦਮੀ ਤੁਹਾਨੂੰ ਅਜਿਹਾ ਨਹੀਂ ਮਿਲੇਗਾ ਜਿਹੜਾ ਵਕਤ 'ਤੇ ਤੁਹਾਡੇ ਨਾਲ ਮੋਢਾ ਜੋੜ ਕੇ ਖੜਾ ਰਹੇ। ਇਹ ਗੱਲ ਨੂੰ ਮੇਰੇ ਨਾਲੋਂ ਵੱਧ ਵਿਸ਼ਵਾਸ ਨਾਲ ਕੋਈ ਹੋਰ ਆਦਮੀ ਨਹੀਂ ਕਹਿ ਸਕਦਾ। ਆਪਣੇ ਸਾਹਮਣੇ ਆਏ ਇਸ ਸੁਝਾਅ 'ਤੇ ਮੈਨੂੰ ਯਕਦਮ ਹੈਰਾਨੀ 'ਚ ਪਾ ਦਿੱਤਾ। ਇਸ ਤੋਂ ਪਹਿਲਾਂ ਕਿ ਮੈਂ ਕੋਈ ਜਵਾਬ ਦੇ ਸਕਦਾ, ਬਾਸਕਰਵਿਲੇ ਨੇ ਝੱਟ ਮੇਰਾ ਹੱਥ ਫੜਿਆ ਤੇ ਫਿਰ ਗਰਮਜੋਸ਼ੀ ਨਾਲ ਉਹਨੂੰ ਦਬਾਉਣ ਲੱਗਾ। ਤੁਹਾਡੀ ਬੜੀ ਮਿਹਰਬਾਨੀ ਡਾਕਟਰ ਵਾਟਸਨ ਕਿ ਤੁਸੀਂ ਮੇਰੇ ਨਾਲ ਚੱਲਣ ਲਈ ਤਿਆਰ ਹੋ ਗਏ, ਉਹ ਬੋਲਿਆ। ਤੁਸੀਂ ਤਾਂ ਸਮਝ ਹੀ ਸਕਦੇ ਹੋ ਕਿ ਇੱਥੇ ਬਾਰੇ ਮੇਰੀ ਕੋਈ ਜਾਣਕਾਰੀ ਨਹੀਂ, ਤੇ ਤੁਸੀਂ ਸਾਰੇ ਮਾਮਲੇ ਨੂੰ ਸਮਝਣ 'ਚ ਮੇਰੀ ਮਦਦ ਕਰੋਗੇ। ਇਸ ਬਾਰੇ ਮੈਂ ਹੋਰ ਕੀ ਕਹਾਂ, ਬਸ ਇਹ ਸਮਝ ਲਓ ਕਿ ਤੁਹਾਡਾ ਇਹ ਅਹਿਸਾਨ ਮੈਂ ਕਦੀ ਨਹੀਂ ਭੁੱਲਾਂਗਾ। ਰਹੱਸ ਤੇ ਰੋਮਾਂਚ ਪ੍ਰਤੀ ਖਿੱਚ ਮੈਨੂੰ ਸਦਾ ਤੋਂ ਹੀ ਰਹੀ ਹੈ। ਉੱਪਰੋਂ ਹੋਮਸ ਦੁਆਰਾ ਕਹੇ ਗਏ ਪ੍ਰਸ਼ੰਸਾਮਈ ਸ਼ਬਦ ਤੇ ਸਰ ਹੈਨਰੀ ਦੁਆਰਾ ਦਿਲੋਂ ਕੀਤੀ ਗਈ ਬੇਨਤੀ, ਇਹਨਾਂ ਸਾਰੀਆਂ ਗੱਲਾਂ ਨੇ ਮੈਨੂੰ ਕੁਝ ਅਜਿਹਾ ਉਲਝਾ ਲਿਆ ਕਿ ਮੈਂ ਇਨਕਾਰ ਨਾ ਕਰ ਸਕਿਆ।
ਮੈਨੂੰ ਤੁਹਾਡੇ ਨਾਲ ਚੱਲਣ 'ਚ ਖੁਸ਼ੀ ਹੋਏਗੀ, ਮੈਂ ਸਰ ਹੈਨਰੀ ਨੂੰ ਕਿਹਾ। ਮੈਂ ਤਾਂ ਸਮਝਦਾ ਹਾਂ ਕਿ ਮੇਰੇ ਲਈ ਇਸ ਤੋਂ ਬਿਹਤਰ ਹੋਰ ਕੋਈ ਗੱਲ ਹੋ ਹੀ ਨਹੀਂ ਸਕਦੀ, ਤੇ ਤੁਸੀਂ ਪੂਰੀ ਸਾਵਧਾਨੀ ਨਾਲ ਉੱਥੋਂ ਦੀਆਂ ਗੱਲਾਂ ਦੀ ਰਿਪੋਰਟ ਮੇਰੇ ਕੋਲ ਭੇਜਦੇ ਰਹੋਗੇ, ਹੋਮਸ ਨੇ ਮੈਨੂੰ ਕਿਹਾ। ਜਦੋਂ ਵੀ ਸੰਕਟ ਦੀ ਘੜੀ ਆਏ, ਜਿਹੜੀ ਨਿਸ਼ਚਿਤ ਤੌਰ 'ਤੇ ਆਏਗੀ, ਤਾਂ ਮੈਂ ਤੁਹਾਨੂੰ ਦੱਸਦਾ ਰਹਾਂਗਾ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਮੈਂ ਸਮਝਦਾ ਕਿ ਇਸ ਸ਼ਨਿਚਰਵਾਰ ਤੱਕ ਤੁਸੀਂ ਲੋਕ ਰਵਾਨਾ ਹੋ ਜਾਓਗੇ। ਤੁਸੀਂ ਦੱਸੋ ਡਾਕਟਰ ਵਾਟਸਨ, ਕੀ ਸ਼ਨਿਚਰਵਾਰ ਦਾ ਦਿਨ ਠੀਕ ਰਹੇਗਾ? ਸਰ ਹੈਨਰੀ ਨੇ ਮੈਨੂੰ ਪੁੱਛਿਆ। ਬਿਲਕੁਲ ਠੀਕ ਰਹੇਗਾ। ਬਸ ਤਾਂ ਫਿਰ ਸ਼ਨਿਚਰਵਾਰ ਦਾ ਦਿਨ ਹੀ ਪੱਕਾ ਰਿਹਾ। ਜੇ ਤੁਹਾਨੂੰ ਕੋਈ ਹੋਰ ਸੁਨੇਹਾ ਨਾ ਮਿਲੇ ਤਾਂ ਅਸੀਂ ਸਾਰੇ 10 ਵਜੇ ਪੈਂਡਿੰਗਟਨ ਸਟੇਸ਼ਨ 'ਤੇ ਮਿਲਦੇ ਹਾਂ। ਅਸੀਂ ਉੱਠ ਕੇ ਵਿਦਾ ਹੋਣ ਵਾਲੇ ਸੀ ਕਿ ਅਚਾਨਕ ਹੈਨਰੀ ਬਾਸਕਰਵਿਲੇ ਦੇ ਗਲੇ 'ਚ ਇੱਕ ਜ਼ੋਰਦਾਰ ਖੁਸ਼ੀ ਭਰੀ ਆਵਾਜ਼ ਨਿਕਲੀ ਤੇ ਫਿਰ ਕਮਰੇ ਦੇ ਇੱਕ ਕੋਨੇ ਵੱਲ ਕਿਸੇ ਸ਼ਿਕਾਰੀ ਵਾਂਗ ਝਪਟਿਆ ਤੇ ਅਲਮਾਰੀ ਦੇ ਹੇਠੋਂ ਬਰਾਊਨ ਚਮੜੇ ਦਾ ਇੱਕ ਬੂਟ ਕੱਢ ਲਿਆਇਆ। ਮੇਰਾ ਗਵਾਚਿਆ ਹੋਇਆ ਬੂਟ। ਉਹ ਕਿਸੇ ਜੇਤੂ ਵਾਂਗ ਹੀ ਕੂਕਿਆ ਸੀ। ਕਾਸ਼ ਸਾਡੀਆਂ ਸਾਰੀਆਂ ਮੁਸ਼ਕਲਾਂ ਇੰਨੀ ਆਸਾਨੀ ਨਾਲ ਹੀ ਦੂਰ ਹੋ ਜਾਣ, ਹੋਮਸ ਨੇ ਬੜੇ ਦਾਰਸ਼ਨਿਕ ਅੰਦਾਜ਼ 'ਚ ਕਿਹਾ। ਪਰ ਇਹ ਤਾਂ ਬੜੀ ਅਜੀਬ ਗੱਲ ਹੈ, ਡਾਕਟਰ ਮਾਰਟੀਮਰ ਨੇ ਕਿਹਾ। ਮੈਂ ਲੰਚ ਤੋਂ ਪਹਿਲਾਂ ਇਸ ਕਮਰੇ ਨੂੰ ਚੰਗੀ ਤਰ੍ਹਾਂ ਵੇਖ ਲਿਆ ਸੀ। ਮੈਂ ਵੀ ਸਾਰੇ ਕਮਰੇ ਨੂੰ ਬੜੀ ਚੰਗੀ ਤਰ੍ਹਾਂ ਦੇਖਿਆ ਸੀ, ਬਾਸਕਰਵਿਲੇ ਬੋਲਿਆ। ਇੱਕ ਇੰਚ ਜਗ੍ਹਾ ਦੇਖੀ ਸੀ। ਬਿਲਕੁਲ ਪੱਕਾ ਹੈ ਕਿ ਉਦੋਂ ਇਹ ਬੂਟ ਇੱਥੇ ਨਹੀਂ ਸੀ। ਇਹਦਾ ਸਿੱਧਾ ਮਤਲਬ ਤਾਂ ਇਹੀ ਨਿਕਲਦਾ ਹੈ ਕਿ ਜਿਸ ਸਮੇਂ ਅਸੀਂ ਲੰਚ ਕਰਨ ਗਏ ਸੀ, ਉਦੋਂ ਵੇਟਰ ਨੇ ਬੂਟ ਇੱਥੇ ਰੱਖ ਦਿੱਤਾ ਹੋਏਗਾ। ਜਰਮਨ ਵੇਟਰ ਨੂੰ ਬੁਲਾਇਆ ਗਿਆ, ਪਰ ਉਹਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ। ਕਾਫੀ ਪੁੱਛਗਿੱਛ ਤੋਂ ਬਾਅਦ ਵੀ ਕੋਈ ਨਤੀਜਾ ਨਾ ਨਿਕਲਿਆ। ਇੱਕ ਦੂਜੇ ਤੋਂ ਪਿੱਛੇ ਵਾਪਰੀਆਂ ਸਧਾਰਨ ਤੇ ਬੇਕਾਰ ਜੀਆਂ ਰਹੱਸਮਈ ਘਟਨਾਵਾਂ 'ਚ ਇਹ ਇੱਕ ਹੋਰ ਘਟਨਾ ਜੁੜ ਗਈ ਸੀ। ਸਰ ਚਾਰਲਸ ਦੀ ਦੁਖਦਾਈ ਮੌਤ ਦੀ ਘਟਨਾ ਨੂੰ ਜੇ ਪੂਰੀ ਤਰ੍ਹਾਂ ਇੱਕ ਪਾਸੇ ਕਰ ਦਿੱਤਾ ਜਾਏ ਤਾਂ ਸਿਰਫ 2 ਦਿਨਾਂ ਵਿੱਚ ਹੀ ਅਜਿਹੀਆਂ ਕਈ ਅਜੀਬ ਘਟਨਾਵਾਂ ਵਾਪਰ ਚੁੱਕੀਆਂ ਸਨ, ਜਿਨ੍ਹਾਂ ਦਾ ਫਿਲਹਾਲ ਕੋਈ ਸਪਸ਼ਟੀਕਰਨ ਨਹੀਂ ਸੀ ਦਿੱਤਾ ਜਾ ਸਕਦਾ। ਪਹਿਲਾਂ ਤਾਂ ਉਹੀ ਰਹੱਸਮਈ ਖੱਤ ਸੀ ਜਿਹੜਾ ਅਖਬਾਰ ਦੇ ਅੱਖਰਾਂ ਨੂੰ ਕੱਟ ਕੇ ਬਣਾਇਆ ਗਿਆ ਸੀ। ਦੂਜਾ ਉਹ ਬੱਗੀ 'ਚ ਬੈਠਾ ਹੋਇਆ ਕਾਲੀ ਦਾੜੀ ਵਾਲਾ ਜਾਸੂਸ। ਫਿਰ ਬਰਾਊਨ ਚਮੜੇ ਦਾ ਬੂਟ ਗੁਆਚ ਗਿਆ। ਉੱਤੋਂ ਪਿੱਛੋਂ ਪੁਰਾਣਾ ਕਾਲਾ ਬੂਟ ਗੁਆਚ ਗਿਆ ਤੇ ਹੁਣ ਬਰਾਊਨ ਚਮੜੇ ਦਾ ਨਵਾਂ ਬੂਟ ਵਾਪਸ ਮਿਲ ਗਿਆ। ਵਾਪਸੀ ਵੇਲੇ ਬੇਕਰ ਸਟਰੀਟ ਵਾਪਸ ਆਉਂਦਿਆਂ ਹੋਇਆਂ ਹੋਮਸ ਬੱਗੀ ਵਿੱਚ ਚੁੱਪਚਾਪ ਬੈਠਾ ਰਿਹਾ। ਉਹਦੇ ਜੁੜੇ ਹੋਏ ਭਰਵੱਟੇ ਤੇ ਸੋਚ 'ਚ ਡੁੱਬੀਆਂ ਅੱਖਾਂ ਦੇਖ ਕੇ ਮੈਂ ਇਸ ਗੱਲ ਦਾ ਬਾਖੂਬੀ ਅੰਦਾਜ਼ਾ ਲਾ ਸਕਦਾ ਸੀ ਕਿ ਉਹਦਾ ਦਿਮਾਗ ਵੀ ਮੇਰੇ ਵਾਂਗ ਇਹਨਾਂ ਅਲੱਗ-ਅਲੱਗ ਤੇ ਖਿਲਰੀਆਂ ਹੋਈਆਂ ਵਿਚਿੱਤਰ ਘਟਨਾਵਾਂ ਨੂੰ ਇੱਕ ਕੜੀ 'ਚ ਪਰੋਣ ਦਾ ਯਤਨ ਕਰ ਰਿਹਾ ਸੀ, ਤਾਂ ਕਿ ਇਹਨਾਂ 'ਚ ਆਪੋ ਵਿੱਚ ਕੋਈ ਤਾਲਮੇਲ ਸਥਾਪਿਤ ਕੀਤਾ ਜਾ ਸਕੇ। ਸ਼ਾਮ ਤੋਂ ਲੈ ਕੇ ਰਾਤ ਦਾ ਹਨੇਰਾ ਉਤਰਨ ਤੱਕ ਉਹ ਆਪਣੇ ਵਿਚਾਰਾਂ ਵਿੱਚ ਲੀਨ ਬੈਠਾ ਤੰਬਾਕੂ ਦਾ ਧੂੰਆਂ ਉਡਾਉਂਦਾ ਰਿਹਾ। ਡਿਨਰ ਦੇ ਸਮੇਂ ਤੋਂ ਥੋੜ੍ਹੀ ਦੇਰ ਪਹਿਲਾਂ ਹੀ 2 ਟੈਲੀਗ੍ਰਾਮ ਪਹੁੰਚੇ। ਪਹਿਲਾਂ ਇਸ ਤਰ੍ਹਾਂ ਸੀ, ਹੁਣੇ ਪਤਾ ਲੱਗਿਆ ਬੈਰੀਮੋਰ ਹਵੇਲੀ ਵਿੱਚ ਹੀ ਹੈ, ਬਾਸਕਰਵਿਲੇ। ਤੇ ਦੂਜਾ ਇਸ ਤਰ੍ਹਾਂ ਸੀ, ਹਦਾਇਤ ਅਨੁਸਾਰ 23 ਦੇ 23 ਹੋਟਲ ਦੇਖ ਲਏ, ਪਰ ਅਫਸੋਸ ਟਾਈਮਜ਼ ਦਾ ਕੱਟਿਆ ਹੋਇਆ ਪੰਨਾ ਨਹੀਂ ਮਿਲਿਆ। ਕਾਰਟਰਾਈਟ। ਲਓ ਵਾਟਸਨ, ਮੇਰੇ 2 ਕੰਮ ਤਾਂ ਨਿਬੜ ਗਏ। ਉਹਨਾਂ ਨੂੰ ਪੜ੍ਹਨ ਪਿੱਛੋਂ ਹੋਮਸ ਨੇ ਕਿਹਾ। ਪਰ ਇਹਦੇ ਨਾਲ ਹੀ ਮੈਂ ਇਹ ਵੀ ਚਾਹਾਂਗਾ ਕਿ ਦੁਨੀਆ 'ਚ ਉਹ ਕੇਸ ਨਾਲੋਂ ਜ਼ਿਆਦਾ ਉਤੇਜਕ ਹੋਰ ਕੋਈ ਚੀਜ਼ ਨਹੀਂ ਹੈ ਜਿਹਦੀ ਹਰ ਗੱਲ ਮੇਰੇ ਖਿਲਾਫ ਜਾ ਰਹੀ ਹੋਵੇ। ਹੁਣ ਸਾਨੂੰ ਕੋਈ ਨਵੀਂ ਕੜੀ ਦੀ ਭਾਲ ਕਰਨੀ ਚਾਹੀਦੀ ਹੈ। ਅਜੇ ਸਾਡੇ ਕੋਲ ਕੋਚਵਾਨ ਹੈ ਜਿਹਦੀ ਬੱਗੀ 'ਚ ਉਹ ਕਾਲੀ ਦਾੜੀ ਵਾਲਾ ਜਾਸੂਸ ਸੀ। ਬਿਲਕੁਲ ਸਹੀ ਕਿਹਾ ਤੁਸੀਂ। ਮੈਂ ਉਹਦਾ ਨਾਂ ਤੇ ਪਤਾ ਜਾਣਨ ਲਈ ਵਾਹਨ ਰਜਿਸਟਰੀ ਆਫਿਸ ਨੂੰ ਤਾਰ ਭੇਜ ਦਿੱਤੀ ਸੀ, ਤੇ ਜੇ ਮੇਰੇ ਸਵਾਲ ਦਾ ਜਵਾਬ ਹੀ ਆਇਆ ਤੇ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਹੈਰਾਨੀ ਨਹੀਂ ਹੋਏਗੀ। ਦਰਵਾਜ਼ੇ ਦੀ ਘੰਟੀ ਦੀ ਆਵਾਜ਼ ਕਿਤੇ ਵੱਧ ਉਤਸ਼ਾਹ ਭਰਪੂਰ ਤੇ ਸੰਤੋਖਮਈ ਸਾਬਤ ਹੋਈ ਸੀ ਸਾਡੇ ਲਈ। ਦਰਵਾਜ਼ਾ ਖੁੱਲਿਆ ਤੇ ਮੈਲੇ ਜਿਹੇ ਕੱਪੜਿਆਂ ਵਾਲਾ ਇੱਕ ਆਦਮੀ ਅੰਦਰ ਆਇਆ, ਜਿਹੜਾ ਲਾਜ਼ਮੀ ਤੌਰ ਤੇ ਉਹੀ ਸੀ ਜਿਹਦੀ ਸਾਨੂੰ ਭਾਲ ਸੀ। ਮੈਨੂੰ ਹੈੱਡ ਆਫਿਸ ਤੋਂ ਸੁਨੇਹਾ ਮਿਲਿਆ ਕਿ ਇਸ ਪਤੇ ਤੇ ਕੋਈ ਸੱਜਣ 2704 ਨੰਬਰ ਦੀ ਬੱਗੀ ਬਾਰੇ ਪੁੱਛਗਿੱਛ ਕਰ ਰਹੇ ਨੇ, ਉਹ ਬੋਲਿਆ। ਮੈਂ ਆਪਣੀ ਬੱਗੀ ਪਿਛਲੇ 7 ਸਾਲਾਂ ਤੋਂ ਚਲਾ ਰਿਹਾ, ਪਰ ਅੱਜ ਤੱਕ ਕਿਸੇ ਨੇ ਸ਼ਿਕਾਇਤ ਦਾ ਇੱਕ ਲਫ਼ਜ਼ ਨਹੀਂ ਕਿਹਾ। ਮੈਂ ਸਿੱਧਾ ਅੱਡੇ ਤੋਂ ਆਇਆ ਤੁਹਾਡੇ ਕੋਲ ਇਹ ਜਾਣਨ ਲਈ ਕਿ ਤੁਹਾਨੂੰ ਮੇਰੇ ਪ੍ਰਤੀ ਕੀ ਸ਼ਿਕਾਇਤ ਹੈ। ਮੈਨੂੰ ਤੁਹਾਡੇ ਪ੍ਰਤੀ ਫਿਲਹਾਲ ਕੋਈ ਵੀ ਸ਼ਿਕਾਇਤ ਨਹੀਂ, ਮੇਰੇ ਪਿਆਰੇ ਭਾਈ, ਹੋਮਸ ਨੇ ਕਿਹਾ। ਬਲਕਿ ਮੈਂ ਤਾਂ ਤੁਹਾਨੂੰ ਅੱਧੀ ਗਿੰਨੀ ਦੇਣ ਲਈ ਤਿਆਰ ਹਾਂ, ਬਸ਼ਰਤੇ ਕਿ ਤੁਸੀਂ ਮੇਰੇ ਸਵਾਲਾਂ ਦੇ ਸਪਸ਼ਟ ਤੇ ਸਹੀ ਜਵਾਬ ਦੇ ਦਿਓ। ਲੱਗਦਾ ਹੈ ਅੱਜ ਤਾਂ ਮੇਰੇ ਲਈ ਚੰਗਾ ਦਿਨ ਹੀ ਚੜ੍ਹਿਆ, ਕੋਚਵਾਨ ਨੇ ਇੱਕ ਮੁਸਕਰਾਹਟ ਦੇ ਨਾਲ ਕਿਹਾ। ਪੁੱਛੋ, ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਸਰ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਨਾਮ ਤੇ ਪਤਾ ਜਾਣਨਾ ਚਾਹੁੰਦਾ, ਤਾਂ ਕਿ ਦੁਬਾਰਾ ਜੇ ਤੁਹਾਡੀ ਲੋੜ ਪਵੇ ਤੁਹਾਨੂੰ ਬੁਲਾਇਆ ਜਾ ਸਕੇ। ਮੇਰਾ ਨਾਮ ਜੌਨ ਕਲੇਟਨ ਹੈ। ਪਤਾ ਹੈ 3 RP ਸਟਰੀਟ, ਦਬੋਰੋ। ਮੇਰੀ ਬੱਗੀ ਸ਼ਿਪਲੇ ਦੇ ਅੱਡੇ ਤੇ ਖੜੀ ਰਹਿੰਦੀ ਹੈ, ਵਾਟਰਲੂ ਸਟੇਸ਼ਨ ਦੇ ਕੋਲ। ਸ਼ਰਲਾਕ ਹੋਮਸ ਨੇ ਸਭ ਨੋਟ ਕਰ ਲਿਆ।
ਹੁਣ ਕਲੇਟਨ, ਤੁਸੀਂ ਮੈਨੂੰ ਇਹ ਦੱਸੋ ਕਿ ਉਹ ਕਾਲੀ ਦਾੜੀ ਵਾਲਾ ਆਦਮੀ ਕੌਣ ਸੀ ਜਿਹੜਾ ਤੁਹਾਡੀ ਬੱਗੀ 'ਚ ਸਵਾਰ ਸੀ ਤੇ ਸਵੇਰੇ 10 ਵਜੇ ਦੇ ਕਰੀਬ ਇਸ ਮਕਾਨ ਦੀ ਨਿਗਰਾਨੀ ਕਰ ਰਿਹਾ ਸੀ? ਬਾਅਦ 'ਚ ਉਹਨੇ 2 ਆਦਮੀਆਂ ਦਾ ਰੀਜੈਂਟ ਸਟਰੀਟ ਤੱਕ ਪਿੱਛਾ ਵੀ ਕੀਤਾ। ਸੁਣ ਕੇ ਕੋਚਵਾਨ ਦੇ ਚਿਹਰੇ ਤੇ ਨਾ ਸਿਰਫ ਹੈਰਾਨੀ ਦੇ ਭਾਵ ਉੱਭਰੇ, ਬਲਕਿ ਉਹ ਕੁਝ ਪਰੇਸ਼ਾਨ ਵੀ ਲੱਗਿਆ। ਹੁਣ ਤੁਹਾਤੋਂ ਤਾਂ ਕੁਝ ਲੁਕਾਉਣ ਦਾ ਫਾਇਦਾ ਹੀ ਨਹੀਂ, ਕਿਉਂ ਜੋ ਕੁਝ ਮੈਂ ਜਾਣਦਾ ਉਹ ਤੁਹਾਨੂੰ ਪਹਿਲਾਂ ਹੀ ਪਤਾ ਹੈ। ਉਹ ਬੋਲਿਆ, ਸੱਚਾਈ ਇਹ ਹੈ ਕਿ ਉਸ ਆਦਮੀ ਨੇ ਮੈਨੂੰ ਦੱਸਿਆ ਸੀ ਕਿ ਉਹ ਇੱਕ ਜਸੂਸ ਹੈ ਤੇ ਮੈਂ ਉਸ ਬਾਰੇ ਕਿਸੇ ਨੂੰ ਕੁਝ ਨਾ ਦੱਸਾਂ। ਮੇਰੇ ਪਿਆਰੇ ਦੋਸਤ, ਇਹ ਬੜਾ ਹੀ ਟੇਢਾ ਮਾਮਲਾ ਹੈ। ਜੇ ਤੁਸੀਂ ਮੈਥੋਂ ਕੁਝ ਵੀ ਲੁਕਾਇਆ ਤਾਂ ਤੁਸੀਂ ਬੜੀ ਵੱਡੀ ਪਰੇਸ਼ਾਨੀ 'ਚ ਫਸ ਸਕਦੇ ਹੋ। ਤੁਸੀਂ ਕਿਹਾ ਹੈ ਕਿ ਤੁਹਾਡੀ ਉਸ ਸਵਾਰੀ ਨੇ ਆਪਣੇ ਆਪ ਨੂੰ ਜਸੂਸ ਦੱਸਿਆ ਸੀ। ਹਾਂਜੀ, ਬਿਲਕੁਲ ਦੱਸਿਆ ਸੀ। ਉਹਨੇ ਤੁਹਾਨੂੰ ਇਹ ਕਦੋਂ ਦੱਸਿਆ ਸੀ? ਜਦੋਂ ਬੱਗੀ ਛੱਡ ਕੇ ਜਾ ਰਿਹਾ ਸੀ। ਉਹਨੇ ਕੁਝ ਹੋਰ ਵੀ ਕਿਹਾ ਸੀ? ਉਹਨੇ ਆਪਣਾ ਨਾਮ ਵੀ ਦੱਸਿਆ ਸੀ। ਹੋਮਸ ਨੇ ਇੱਕ ਜੇਤੂ ਦੀ ਨਿਗਾਹ ਨਾਲ ਮੇਰੇ ਵੱਲ ਵੇਖਿਆ। ਓਹ ਅੱਛਾ, ਉਹਨੇ ਆਪਣਾ ਨਾਮ ਵੀ ਦੱਸਿਆ ਸੀ? ਕੀ ਵਾਕਈ? ਇਹ ਤਾਂ ਉਸ ਤੋਂ ਬੜੀ ਨਾ ਸਮਝੀ ਦੀ ਗੱਲ ਹੋ ਗਈ। ਖੈਰ, ਉਹਨੇ ਆਪਣਾ ਨਾਂ ਕੀ ਦੱਸਿਆ ਸੀ ਤੁਹਾਨੂੰ? ਉਹਦਾ ਨਾਂ ਸੀ, ਕੋਚਵਾਨ ਨੇ ਦੱਸਿਆ, ਮਿਸਟਰ ਸ਼ਰਲਾਕ ਹੋਮਸ। ਮੈਂ ਆਪਣੇ ਦੋਸਤ ਨੂੰ ਐਡਾ ਜ਼ਬਰਦਸਤ ਝਟਕਾ ਖਾਂਦਿਆਂ ਕਦੇ ਨਹੀਂ ਦੇਖਿਆ ਜਿਹੜਾ ਉਸ ਬੱਗੀ ਵਾਲੇ ਦੇ ਜਵਾਬ ਤੋਂ ਲੱਗਿਆ। ਥੋੜ੍ਹੀ ਦੇਰ ਤਾਂ ਉਹ ਹੈਰਾਨੀ ਸਦਕਾ ਖਾਮੋਸ਼ ਬੈਠਾ ਰਿਹਾ ਤੇ ਫਿਰ ਉਹ ਦਿਲ ਖੋਲ੍ਹ ਕੇ ਠੱਠਾ ਮਾਰ ਕੇ ਹੱਸਿਆ। ਇਹ ਤਾਂ ਖੂਬ ਰਹੀ ਵਾਟਸਨ, ਕੋਈ ਸ਼ੱਕ ਨਹੀਂ ਕਿ ਬੜੀ ਜ਼ਬਰਦਸਤ ਚੋਟ ਹੋਈ ਹੈ। ਉਹ ਹੱਸਦਾ ਬੋਲਿਆ, ਉਹ ਤਾਂ ਮੇਰੇ ਵਰਗਾ ਹੀ ਚਲਾਕ ਤੇ ਹੁਸ਼ਿਆਰ ਨਿਕਲਿਆ। ਬੜੀ ਖੂਬਸੂਰਤੀ ਨਾਲ ਮੇਰੇ 'ਤੇ ਹੀ ਵਾਰ ਕਰ ਗਿਆ। ਤਾਂ ਉਹਦਾ ਨਾਂ ਸ਼ਰਲਾਕ ਹੋਮਸ ਸੀ, ਹੈ ਨਾ? ਹਾਂਜੀ, ਉਹਨੇ ਆਪਣਾ ਇਹੀ ਨਾਂ ਦੱਸਿਆ ਸੀ। ਬਹੁਤ ਖੂਬ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਉਹਨੂੰ ਆਪਣੀ ਬੱਗੀ 'ਚ ਕਿੱਥੋਂ ਬਿਠਾਇਆ ਸੀ? ਉਸ ਪਿੱਛੋਂ ਜੋ ਕੁਝ ਹੋਇਆ ਉਹ ਸਭ ਦੱਸੋ। ਉਹਨੇ ਮੈਨੂੰ 9:30 ਦੇ ਕਰੀਬ ਟ੍ਰੈਫਿਲਗਰ ਸਕੁਆਇਰ ਕੋਲ ਰੋਕਿਆ ਸੀ। ਬੋਲਿਆ ਕਿ ਉਹ ਇੱਕ ਜਸੂਸ ਸੀ। ਉਹਨੇ ਬੱਗੀ ਨੂੰ 2 ਗਿੰਨੀ ਕਿਰਾਏ 'ਤੇ ਲਿਆ ਤੇ ਕਿਹਾ ਕਿ ਸਾਰਾ ਦਿਨ ਮੈਂ ਉਹੀ ਕਰਨਾ ਜੋ ਉਹ ਕਹੇਗਾ। ਮੈਂ ਖੁਸ਼ੀ ਨਾਲ ਉਹਦੀ ਪੇਸ਼ਕਸ਼ ਮੰਨ ਲਈ। ਸਭ ਤੋਂ ਪਹਿਲਾਂ ਅਸੀਂ ਨਾਰਥੰਬਰਲੈਂਡ ਹੋਟਲ ਪਹੁੰਚੇ। ਉੱਥੇ ਉਡੀਕ ਕਰਨ ਲੱਗੇ। ਉੱਥੋਂ 2 ਆਦਮੀ ਬਾਹਰ ਨਿਕਲੇ, ਇੱਕ ਕਿਰਾਏ ਦੀ ਬੱਗੀ 'ਚ ਬੈਠ ਗਏ। ਅਸੀਂ ਉਹਨਾਂ ਦਾ ਪਿੱਛਾ ਕੀਤਾ ਤੇ ਇੱਥੇ ਅਸੀਂ ਇਸ ਗਲੀ 'ਚ ਆ ਗਏ, ਯਾਨੀ ਇਸ ਮਕਾਨ ਦੇ ਦਰਵਾਜ਼ੇ ਦੇ ਸਾਹਮਣੇ। ਹੋਮਸ ਨੇ ਪੁੱਛਿਆ। ਨਹੀਂ, ਇਹ ਤੋਂ ਕਾਫੀ ਹਟ ਕੇ ਦੂਰ ਖੜੇ ਸੀ ਅਸੀਂ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਉਸ ਆਦਮੀ ਦੀ ਦਿਲਚਸਪੀ ਇਸ ਮਕਾਨ 'ਚ ਸੀ ਜਾਂ ਕਿਸੇ ਹੋਰ ਮਕਾਨ 'ਚ। ਸੱਚ ਪੁੱਛੋ ਤਾਂ ਮੈਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਸੀ। ਅਸੀਂ ਲਗਭਗ ਘੰਟਾ 1.5 ਘੰਟਾ ਉਡੀਕਦੇ ਰਹੇ। ਫਿਰ ਉਹ ਆਦਮੀ ਸਾਡੇ ਕੋਲੋਂ ਲੰਘੇ ਤਾਂ ਅਸੀਂ ਫਿਰ ਉਹਨਾਂ ਦਾ ਪਿੱਛਾ ਕੀਤਾ। ਉਹ ਦੋਵੇਂ ਪੈਦਲ ਹੀ ਜਾ ਰਹੇ ਸੀ ਤੇ ਬੇਕਰ ਸਟਰੀਟ 'ਚੋਂ ਨਿਕਲ ਗਏ। ਮੈਨੂੰ ਪਤਾ ਹੈ, ਹੋਮਸ ਬੋਲਿਆ। ਜਦੋਂ ਅਸੀਂ ਰੀਜੈਂਟ ਸਟਰੀਟ ਦਾ ਅੱਧੇ ਨਾਲੋਂ ਕਾਫੀ ਵੱਧ ਹਿੱਸਾ ਪਾਰ ਕਰ ਲਿਆ ਤਾਂ ਮੇਰੀ ਸਵਾਰੀ ਨੇ ਅਚਾਨਕ ਛੱਤ ਦਾ ਦਰਵਾਜ਼ਾ ਖੋਲ੍ਹ ਕੇ ਜ਼ੋਰ ਨਾਲ ਚੀਕਦਿਆਂ ਹੋਇਆਂ ਕਿਹਾ ਕਿ ਮੈਂ ਬੱਗੀ ਨੂੰ ਫੌਰਨ ਤੇਜ਼ੀ ਨਾਲ ਦੌੜਾਵਾਂ ਤੇ ਜਿੰਨੀ ਛੇਤੀ ਤੋਂ ਛੇਤੀ ਹੋ ਸਕਦਾ ਉਹਨੂੰ ਵਾਟਰਲੂ ਸਟੇਸ਼ਨ ਪਹੁੰਚਾ ਦਿਆਂ। ਬਸ ਮੈਂ ਘੋੜੇ ਦੇ ਚਾਬੁਕ ਮਾਰਿਆ। ਅਸੀਂ 10 ਮਿੰਟਾਂ ਤੋਂ ਵੀ ਘੱਟ ਸਮੇਂ 'ਚ ਸਟੇਸ਼ਨ ਪਹੁੰਚ ਗਏ। ਉੱਥੇ ਉਹਨੇ ਬੜੀ ਸ਼ਰਾਫਤ ਨਾਲ ਮੈਨੂੰ 2 ਗਿੰਨੀਆਂ ਦਿੱਤੀਆਂ ਤੇ ਫਿਰ ਸਟੇਸ਼ਨ 'ਚ ਵੜ ਗਿਆ। ਜਦੋਂ ਜਾ ਰਿਹਾ ਸੀ ਠੀਕ ਉਸੇ ਵੇਲੇ ਉਹਨੇ ਅਚਾਨਕ ਭੌਂਕ ਕੇ ਕਿਹਾ, ਸ਼ਾਇਦ ਇਹ ਜਾਣ ਕੇ ਤੈਨੂੰ ਖੁਸ਼ੀ ਹੋਏਗੀ ਕਿ ਤੂੰ ਹੁਣ ਤੱਕ ਆਪਣੀ ਬੱਗੀ 'ਚ ਮਸ਼ਹੂਰ ਜਸੂਸ ਸ਼ਰਲਾਕ ਹੋਮਸ ਨੂੰ ਘੁਮਾਉਂਦਾ ਰਿਹਾ। ਇਸ ਤਰ੍ਹਾਂ ਮੈਨੂੰ ਉਹਦਾ ਨਾਮ ਪਤਾ ਲੱਗ ਗਿਆ। ਸਮਝਿਆ। ਤੇ ਉਸ ਪਿੱਛੋਂ ਤੁਸੀਂ ਉਹਨੂੰ ਫੇਰ ਨਹੀਂ ਦੇਖਿਆ? ਜੀ ਨਹੀਂ, ਇਸ ਪਿੱਛੋਂ ਤਾਂ ਉਹ ਸਟੇਸ਼ਨ 'ਚ ਵੜ ਗਿਆ। ਕੀ ਤੁਸੀਂ ਉਸ ਮਿਸਟਰ ਸ਼ਰਲਾਕ ਦਾ ਹੁਲੀਆ ਬਿਆਨ ਕਰ ਸਕਦੇ ਹੋ? ਜਵਾਬ 'ਚ ਬੱਗੀ ਵਾਲਾ ਆਪਣਾ ਸਿਰ ਖੁਰਕਣ ਲੱਗਾ। ਉਹ ਜੀ ਗੱਲ ਇਹ ਹੈ ਕਿ ਉਸ ਆਦਮੀ ਦਾ ਹੁਲੀਆ ਦੱਸਣਾ ਆਸਾਨ ਗੱਲ ਨਹੀਂ ਹੈ। ਮੇਰੇ ਖਿਆਲ 'ਚ ਤਾਂ 40 ਦੀ ਉਮਰ ਦਾ ਹੋਏਗਾ। ਕੱਦ ਵੀ ਦਰਮਿਆਨਾ ਹੀ ਸੀ, ਤੁਹਾਤੋਂ 2 ਇੰਚ ਛੋਟਾ ਹੋਏਗਾ। ਪਹਿਰਾਵਾ ਬੜੇ ਠਾਠ ਬਾਠ ਵਾਲਾ ਸੀ, ਬਿਲਕੁਲ ਛੈਲਿਆਂ ਵਰਗਾ। ਤੇ ਹਾਂ, ਸੰਘਣੀ ਕਾਲੀ ਦਾੜੀ ਸੀ ਉਹਦੀ, ਜਿਹੜੀ ਪਾਸਿਆਂ ਤੋਂ ਚੈਕੋਰ ਕੱਟੀ ਹੋਈ ਸੀ। ਚਿਹਰਾ ਕੁਝ ਪੀਲਾ ਜਿਹਾ ਸੀ। ਬਸ ਇਸ ਨਾਲੋਂ ਵੱਧ ਮੈਂ ਹੋਰ ਕੁਝ ਨਹੀਂ ਦੱਸ ਸਕਦਾ। ਅੱਖਾਂ ਦਾ ਰੰਗ ਕਿਹੋ ਜਿਹਾ ਸੀ? ਪਤਾ ਨਹੀਂ, ਉਸ ਬਾਰੇ ਮੈਂ ਕੁਝ ਨਹੀਂ ਦੱਸ ਸਕਦਾ। ਕਿ ਹੋਰ ਕੋਈ ਖਾਸ ਗੱਲ ਤੁਹਾਨੂੰ ਯਾਦ ਨਹੀਂ ਆ ਰਹੀ? ਨਹੀਂ ਨਹੀਂ, ਬਿਲਕੁਲ ਨਹੀਂ। ਠੀਕ ਹੈ, ਤੇ ਫਿਰ ਇਹ ਰਹੀ ਤੁਹਾਡੀ ਅੱਧੀ ਗਿੰਨੀ। ਇਹ ਯਾਦ ਰੱਖਣਾ ਕਿ ਇੱਥੇ ਅੱਧੀ ਗਿੰਨੀ ਹੋਰ ਤੁਹਾਡੀ ਉਡੀਕ ਕਰ ਰਹੀ ਹੈ, ਬਸ਼ਰਤੇ ਕਿ ਤੁਸੀਂ ਕੋਈ ਹੋਰ ਸੂਚਨਾ ਲਿਆ ਕੇ ਦਿਓ। ਹੁਣ ਤੁਸੀਂ ਜਾ ਸਕਦੇ ਹੋ। ਸ਼ੁਕਰੀਆ ਸਾਹਿਬ, ਸਲਾਮ। ਜੌਨ ਕਲੇਟਨ ਖੁਸ਼ੀ ਜ਼ਾਹਰ ਕਰਦਾ ਹੋਇਆ ਉੱਥੋਂ ਚਲਾ ਗਿਆ। ਉਹਦੇ ਜਾਣ ਪਿੱਛੋਂ ਹੋਮਸ ਆਪਣੇ ਮੋਢਿਆਂ ਨੂੰ ਛੰਡਦਾ ਹੋਇਆ ਇੱਕ ਹੈਰਾਨੀ ਭਰੀ ਮੁਸਕਰਾਹਟ ਨਾਲ ਮੇਰੇ ਵੱਲ ਭੰਮਿਆ। ਲਓ, ਆਪਣੀ ਇਹ ਤੀਜੀ ਕੜੀ ਵੀ ਕਿਸੇ ਧਾਗੇ ਵਾਂਗ ਤੜਕ ਕਰਕੇ ਟੁੱਟ ਗਈ। ਹੁਣ ਫੇਰ ਅਸੀਂ ਉਸੇ ਜਗ੍ਹਾ 'ਤੇ ਆ ਕੇ ਅਟਕ ਗਏ ਹਾਂ ਜਿੱਥੋਂ ਅਸੀਂ ਸ਼ੁਰੂ ਹੋਏ ਸੀ। ਉਹਨੇ ਮੇਰੇ ਵੱਲ ਦੇਖਦਿਆਂ ਹੋਇਆਂ ਕਿਹਾ, ਕਪਟੀ ਸ਼ੈਤਾਨ ਕਿਤੋਂ ਦਾ। ਉਸ ਆਦਮੀ ਨੂੰ ਸਾਡੇ ਮਕਾਨ ਦਾ ਨੰਬਰ ਪਤਾ ਸੀ।
ਉਹਨੂੰ ਇਹ ਵੀ ਪਤਾ ਹੈ ਕਿ ਸਰ ਹੈਨਰੀ ਬਾਸਕਰ ਵੇਲੇ ਮੇਰੇ ਨਾਲ ਸਲਾਹ ਮਸ਼ਵਰਾ ਕਰ ਰਿਹਾ। ਰੀਜੈਂਟ ਸਟੇਟ 'ਚ ਜਿਵੇਂ ਹੀ ਉਹਦੀ ਮੇਰੇ 'ਤੇ ਨਜ਼ਰ ਪਈ ਤਾਂ ਸਮਝ ਗਿਆ ਕਿ ਮੈਂ ਬੱਗੀ ਦਾ ਨੰਬਰ ਨੋਟ ਕਰ ਲਿਆ ਹੋਏਗਾ। ਉਸ ਦੁਆਰਾ ਕੋਚਵਾਨ ਤੱਕ ਪਹੁੰਚ ਹੀ ਜਾਵਾਂਗਾ। ਇਸ ਲਈ ਉਹਨੇ ਉਹਦੇ ਜ਼ਰੀਏ ਆਪਣਾ ਸੁਨੇਹਾ ਖੁੱਲ੍ਹ ਕੇ ਮੇਰੇ ਤੱਕ ਭੇਜ ਦਿੱਤਾ। ਇੱਕ ਗੱਲ ਸਮਝ ਲਓ ਵਾਟਸਨ, ਇਸ ਵਾਰੀ ਸਾਡਾ ਪਾਲਾ ਇੱਕ ਬੜੇ ਹੀ ਸ਼ਾਤਰ ਪ੍ਰਤੀਦਵੰਦੀ ਨਾਲ ਪਿਆ ਹੈ। ਉਹਨੇ ਲੰਦਨ 'ਚ ਮੈਨੂੰ ਮਾਤ ਦੇ ਦਿੱਤੀ ਹੈ। ਤੁਹਾਡੇ ਲਈ ਮੈਂ ਬਸ ਇਹੀ ਕਾਮਨਾ ਕਰ ਸਕਦਾ ਕਿ ਡੇਵਨਸ਼ਾਇਰ 'ਚ ਕਿਸਮਤ ਤੁਹਾਡਾ ਸਾਥ ਦੇਏ, ਪਰ ਇਸ ਵੇਲੇ ਮੈਂ ਬੜਾ ਹੀ ਪਰੇਸ਼ਾਨ ਹਾਂ। ਕਿਸ ਗੱਲ ਕਰਕੇ? ਤੁਹਾਨੂੰ ਉੱਥੇ ਭੇਜਣ ਕਰਕੇ, ਕਿਉਂਕਿ ਇਹ ਮਾਮਲਾ ਕਾਫੀ ਖਤਰਨਾਕ ਹੈ। ਜ਼ਰੂਰਤ ਤੋਂ ਕੁਝ ਵਧੇਰੇ ਹੀ ਖਤਰਨਾਕ ਹੈ ਵਾਟਸਨ। ਇਸ ਬਾਰੇ ਮੈਂ ਜਿੰਨਾ ਜ਼ਿਆਦਾ ਸੋਚਦਾ ਓਨਾ ਹੀ ਜ਼ਿਆਦਾ ਪਰੇਸ਼ਾਨ ਹੋ ਰਿਹਾ। ਮੇਰੀ ਗੱਲ ਸੁਣ ਕੇ ਸ਼ਾਇਦ ਤੁਸੀਂ ਹੱਸੋਗੇ, ਪਰ ਸੱਚਾਈ ਇਹੀ ਹੈ। ਤੁਸੀਂ ਯਕੀਨ ਕਰਨਾ ਕਿ ਤੁਹਾਨੂੰ ਬੇਕਰ ਸਟਰੀਟ 'ਚ ਸਹੀ ਸਲਾਮਤ ਵੇਖ ਕੇ ਮੈਨੂੰ ਵਾਕਈ ਬੜੀ ਖੁਸ਼ੀ ਹੋਏਗੀ। ਧੰਨਵਾਦ।